ਚਰਚਾ। ਇੱਕ ਦਿਨ ਕਥਾ ਸਮੇਂ ਇੱਕ ਵਿਦਿਆਰਥੀ ਨੇ ਪ੍ਰਸ਼ਨ ਕੀਤਾ, ਸੰਤ ਜੀ ਇਹ ਦੱਸੋ ਕਿ ਚਰਚਾ ਕਿੰਨੇ ਪ੍ਰਕਾਰ ਦੀ ਹੈ? ਉਹਨਾਂ ਪ੍ਰਕਾਰਾਂ ਦੇ ਵੱਖ-ਵੱਖ ਲੱਛਣ ਕੀ ਹਨ? ਤਾਂ ਉੱਤਰ ਵਿੱਚ ਸੰਤ ਜੀ ਨੇ ਇਸ ਪ੍ਰਕਾਰ ਵਿਖਿਆਨ ਸ਼੍ਰਵਣ ਕਰਵਾਇਆ। ਚਰਚਾ ਦਾ ਅਰਥ ਹੈ ਬਹਿਸ, ਗੋਸ਼ਟ। ਚਰਚਾ ਵਿਦਵਾਨਾਂ ਨੇ 4 ਪ੍ਰਕਾਰ ਦੀ ਮੰਨੀ ਹੈ। ਨੰਬਰ 1, ਵਾਦ ਚਰਚਾ। ਸ਼ਬਦ ਦੇ ਅਰਥ ਨੂੰ ਹਿਰਦੇ ਵਿੱਚ ਨਾ ਸਮਝਣਾ, ਦੂਜੇ ਵਿਦਵਾਨ ਪਾਸੋਂ ਪੁੱਛ ਕੇ ਉਸ ਨੂੰ ਪ੍ਰੇਮ ਪੂਰਵਕ ਧਾਰਨ ਕਰ ਲੈਣਾ, ਇਹ ਵਾਦ ਚਰਚਾ ਹੈ। ਦੂਸਰਾ ਨੰਬਰ, ਹੇਤ ਚਰਚਾ। ਆਪਣੀ ਬੁੱਧੀ ਵਿੱਚ ਜੋ ਅਰਥ ਦੀ ਸਮਝ ਆਈ ਹੈ ਉਹ ਦੂਜੇ ਪਾਸ ਪ੍ਰਗਟ ਕਰ ਦੇਣੀ ਤੇ ਆਪਸ ਵਿੱਚ ਵਿਚਾਰ ਕੇ ਜੇ ਵਿਚਾਰ ਬਣੇ ਉਸ ਨੂੰ ਪ੍ਰੇਮ ਸਹਿਤ ਗ੍ਰਹਿਣ ਕਰ ਲੈਣਾ ਤੇ ਝਗੜਾ ਨਾ ਕਰਨਾ, ਇਹ ਹੇਤ ਚਰਚਾ ਹੈ। ਨੰਬਰ 3, ਜਲਪਾਵਾਦ। ਜੋ ਅਰਥ ਆਪਣੇ ਮੂੰਹੋਂ ਕਿਹਾ ਹੈ, ਭਾਵੇਂ ਉਹ ਸ਼ੁੱਧ ਹੈ ਜਾਂ ਅਸ਼ੁੱਧ, ਉਸੇ ਨੂੰ ਹੀ ਸਿੱਧ ਕਰੀ ਜਾਣਾ ਤੇ ਹਠ ਕਰਨਾ, ਦੂਜੇ ਦੀ ਵਿਚਾਰ ਨਾ ਮੰਨਣੀ। ਨੰਬਰ 4, ਵਤੰਡਾਵਾਦ। ਦੂਸਰੇ ਦੇ ਅਰਥ ਨੂੰ ਖੰਡਨ ਕਰਨਾ ਅਤੇ ਦੂਸ਼ਣ ਕੱਢਣੇ। ਦੂਜੇ ਭਾਵੇਂ ਕਿੱਡੇ ਵਿਦਵਾਨ ਹੋਣ, ਆਪਣਾ ਹੀ ਅਰਥ ਸਿੱਧ ਰੱਖਣਾ ਅਤੇ ਚਰਚਾ ਕਰਦੇ ਲਾਠੀ ਡੰਡੇ ਉੱਤੇ ਉਤਰ ਆਉਣਾ। 14ਵੀਂ ਸੰਥਾ ਕਥਾ ਆਰੰਭ। 29 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਗੁਰਪੁਰਬ ਜਾਣ ਕੇ 2 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ। ਇੱਕ ਗੁਰਪੁਰਬ ਦੀ ਖੁਸ਼ੀ ਵਿੱਚ ਤੇ ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭ ਦੀ ਖੁਸ਼ੀ ਵਿੱਚ। 5 ਵਾਰ ਮੂਲ ਮੰਤਰ ਸਾਰੇ ਸਿੰਘਾਂ ਨੇ ਉਚਾਰਨ ਕੀਤਾ ਤੇ ਫਿਰ ਸੰਤਾਂ ਨੇ ਕਥਾ ਆਰੰਭ ਕੀਤੀ। 9 ਦਸੰਬਰ ਨੂੰ ਨਗਰ ਨਿਵਾਸੀਆਂ ਵੱਲੋਂ ਬਾਰਿਸ਼ ਸਮੇਂ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ। ਸੁਬਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾ ਕਥਾ ਤੇ ਸ਼ਾਮ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਥਾ ਕਥਾ ਹੁੰਦੀ। ਜਵਾਹਰ ਸਿੰਘ ਦੇ ਵਾੜੇ। 10 ਨੂੰ ਪਿੰਡ ਜਵਾਹਰ ਸਿੰਘ ਦੇ ਵਾੜੇ ਵਸਾਵਾ ਸਿੰਘ ਦੇ ਘਰ ਪੁੱਜੇ। 13 ਨੂੰ ਰੱਖੇ ਸ੍ਰੀ ਅਖੰਡ ਪਾਠ ਦਾ ਉਹਨਾਂ ਦੇ ਗ੍ਰਹਿ ਵਿਖੇ ਭੋਗ ਪਾਇਆ ਤੇ ਕਥਾ ਕੀਤੀ। ਗੁਰੂ ਗੁਰਬਾਣੀ ਤੇ ਗੁਰ ਸ਼ਬਦ ਦੀ ਵਿਆਖਿਆ ਵਿਸਥਾਰ ਸਹਿਤ ਸੁਣਾਈ। 14 ਨੂੰ ਉਥੋਂ ਵੱਡੀ ਖਡਿਆਲ ਜ਼ਿਲ੍ਹਾ ਸੰਗਰੂਰ ਅੱਪੜੇ। ਭਾਈ ਕਰਤਾਰ ਸਿੰਘ ਤੇ ਠਾਕੁਰ ਸਿੰਘ ਨੇ ਸੰਗਤਾਂ ਸਹਿਤ ਸੇਵਾ ਦਾ ਲਾਭ ਲਿਆ। 55ਵਾਂ ਸਾਲ ਸਨ 1956 ਈਸਵੀ। 19 ਜਨਵਰੀ 1956 ਈਸਵੀ ਤੱਕ ਜਥਾ ਵੱਡੀ ਖਡਿਆਲ ਹੀ ਰਿਹਾ। 6 ਜਨਵਰੀ ਨੂੰ ਭਾਈ ਬਚਨ ਸਿੰਘ ਦੇ ਘਰ ਭੁਜੰਗੀ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਤੇ ਕਥਾ ਕੀਤੀ। 9 ਨੂੰ ਭਾਈ ਕੁੰਨਾ ਸਿੰਘ ਤੇ ਇੰਦਰ ਸਿੰਘ ਦੇ ਗ੍ਰਹਿ ਵਿਖੇ ਅਤੇ 12 ਨੂੰ ਭਾਈ ਗੁਰਦਿੱਤ ਸਿੰਘ ਦੇ ਘਰ ਅਖੰਡ ਪਾਠ ਦਾ ਭੋਗ ਪਾਇਆ। 13 ਨੂੰ 8 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। 14 ਨੂੰ ਗੁਰਦੁਆਰੇ 12 ਮਾਹ ਦਾ ਪਾਠ ਤੇ ਮਹੀਨੇ ਦੀ ਕਥਾ ਕੀਤੀ। 1 ਦਸਮ ਤੇ 2 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਪਾਏ। 15 ਨੂੰ ਭਾਈ ਕਰਤਾਰ ਸਿੰਘ ਦੇ ਘਰ ਅਖੰਡ ਪਾਠ ਦਾ ਭੋਗ ਪਾਇਆ। ਕਥਾ ਕੀਰਤਨ ਵੀ ਉੱਥੇ ਹੀ ਹੋਇਆ। 17 ਨੂੰ ਭਾਈ ਸੁੱਚਾ ਸਿੰਘ ਦੇ ਘਰ ਅਖੰਡ ਪਾਠ ਦਾ ਭੋਗ ਪਾਇਆ। 18 ਨੂੰ ਪਿੰਡ ਦੇ ਚੜ੍ਹਦੇ ਪਾਸੇ ਵਾਲੇ ਗੁਰਦੁਆਰੇ ਵਿੱਚ ਦੀਵਾਨ ਹੋਣ ਲੱਗੇ। 20 ਨੂੰ ਉਸੇ ਗੁਰਦੁਆਰੇ 2 ਅਖੰਡ ਪਾਠਾਂ ਦੇ ਭੋਗ ਪਾਏ। ਪਾਤਸ਼ਾਹੀ 10ਵੀਂ ਦਾ ਅਵਤਾਰ ਗੁਰਪੁਰਬ ਸਾਰੇ ਨਗਰ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ। ਜਿਉਣੇ ਮੌੜ। ਸ਼ਾਮ ਨੂੰ ਪਿੰਡ ਜਿਉਣੇ ਮੌੜ ਪੁੱਜੇ। ਰਾਤ ਨੂੰ ਅਵਤਾਰ ਗੁਰਪੁਰਬ ਮਨਾਇਆ। ਜਥੇ ਦਾ ਪ੍ਰਬੰਧ ਦੀਨਾਨਾਥ ਤੇ ਰਾਮ ਸਿੰਘ ਦੀ ਪ੍ਰੇਰਣਾ ਨਾਲ ਸਾਰੇ ਨਗਰ ਨੇ ਸ਼ਰਧਾ ਸਹਿਤ ਕੀਤਾ। ਕਥਾ ਕੀਰਤਨ
ਹਰ ਰੋਜ਼ ਨਗਰ ਦੀ ਧਰਮਸ਼ਾਲਾ ਵਿੱਚ ਤੇ ਲੰਗਰ ਬਾਗ ਵਿੱਚ ਤੇ ਕਦੇ ਕਦੇ ਨਗਰ ਵਿੱਚ ਵਰਤਦਾ। 27 ਨੂੰ 3 ਅਖੰਡ ਪਾਠਾਂ ਦੇ ਭੋਗ ਪਾਏ। ਇੱਕ ਗੁਰਦੁਆਰੇ ਵਿਖੇ ਨਗਰ ਵੱਲੋਂ ਸਰਬ ਲੋਹ ਦਾ ਨਿਸ਼ਾਨ ਸਾਹਿਬ ਲਾਉਣ ਦੀ ਖੁਸ਼ੀ ਵਿੱਚ, ਦੂਜਾ ਬਾਬਾ ਜੰਗ ਸਿੰਘ ਦੇ ਬਾਗ ਵਿੱਚ ਤੇ ਤੀਜਾ ਮੁਖਤਿਆਰ ਸਿੰਘ ਸੰਤਾ ਸਿੰਘ ਦੇ ਘਰ। 28 ਰਾਤ ਨੂੰ 51 ਸਿੰਘਾਂ ਨੇ ਅੰਮ੍ਰਿਤ ਪਾਨ ਕੀਤਾ। 31 ਨੂੰ ਇੱਕ ਅਖੰਡ ਪਾਠ ਦਾ ਭੋਗ ਭਾਈ ਦਿਆਲ ਸਿੰਘ ਦੇ ਘਰ ਤੇ ਦੂਜੇ ਦਾ ਭਾਈ ਗੋਬਿੰਦਰ ਸਿੰਘ ਦੇ ਘਰ ਪਾਇਆ। 2 ਫਰਵਰੀ ਨੂੰ ਜਿਉਣੇ ਮੌੜ ਤੋਂ ਮਲਕ ਪਿੰਡ ਪੁੱਜੇ। 12 ਨੂੰ ਰਾਤ ਦਾ ਦੀਵਾਨ ਰਾਮਗੜ੍ਹ ਪਿੰਡ ਜਾ ਕੇ ਸਜਾਇਆ। ਬੋਪਾ ਰਾਏ 13 ਨੂੰ ਸੁਬਹ ਦਾ ਦੀਵਾਨ ਕਰਕੇ ਬੋਪਾ ਰਾਏ ਪੁੱਜੇ। ਸਾਲਾਨਾ ਜੋੜ ਮੇਲੇ ਦੇ ਜਲੂਸ ਵਿੱਚ ਸ਼ਾਮਲ ਹੋਏ। ਸੰਤਾਂ ਵਖਿਆਨ ਕੀਤਾ। 14 ਨੂੰ ਸ਼ਬਦ ਦੀ ਕਥਾ ਤੇ 15 ਨੂੰ ਸੰਤ ਸੁੰਦਰ ਸਿੰਘ ਦੀ ਸਾਲਾਨਾ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਾ ਕਥਾ ਦਾ ਭੋਗ ਪਾਇਆ, ਜੋ ਕਥਾ ਜਥੇਦਾਰ ਗੁਰਦਿਆਲ ਸਿੰਘ ਜੀ ਨੇ ਕੀਤੀ ਸੀ। ਮਲਕ ਸ਼ਾਮ ਦਾ ਦੀਵਾਨ ਪਿੰਡ ਮਲਕ ਆ ਕੇ ਕੀਤਾ। ਮਹਾਂਪੁਰਖਾਂ ਵੱਲੋਂ ਲਿਖੀ 10 ਸਤਿਗੁਰਾਂ ਦੀ 1000 ਬੰਸਾਵਲੀ ਛਪ ਕੇ ਆਈ, ਜਿਸ ਤੇ 70 ਰੁਪਏ ਖਰਚ ਆਇਆ। 17 ਨੂੰ 35 ਸਿੰਘ ਗੁਰੂ ਵਾਲੇ ਬਣੇ। 18 ਦੀ ਸ਼ਾਮ ਨੂੰ ਚੀਮਨੇ ਪਿੰਡ ਦੀਵਾਨ ਸਜਾਇਆ। 19 ਨੂੰ ਅਖਾੜੇ ਪਿੰਡ ਆ ਗਏ। 21 ਨੂੰ ਸੰਤਾਂ ਦੇ ਗ੍ਰਹਿ ਵਿਖੇ 2 ਅਖੰਡ ਪਾਠਾਂ ਦਾ ਭੋਗ ਪਾਇਆ। ਮਹਾਵਾਕ ਦੀ ਕਥਾ ਕੀਤੀ। ਭਾਈ ਹਰਭਜਨ ਸਿੰਘ ਦੇ ਘਰ ਅਖੰਡ ਪਾਠ ਦਾ ਭੋਗ ਪਾਇਆ ਤੇ ਮਠਿਆਈਆਂ ਦੇ ਖੁੱਲੇ ਭੰਡਾਰੇ ਵਰਤੇ। ਸ਼ਾਮ ਨੂੰ ਕੁਝ ਸਿੰਘ ਢੁੱਡੀਕੇ ਤੇ ਕੁਝ ਸੰਤਾਂ ਨਾਲ ਡੱਲੇ ਪੁੱਜੇ। ਦੋਹੀਂ ਥਾਈਂ ਦੀਵਾਨ ਹੋਏ। ਦਾਊਦਰ 22 ਨੂੰ ਸੁਬਹ ਦਾ ਅਤੇ 23 ਨੂੰ ਦੋਨੋਂ ਦੀਵਾਨ ਪਿੰਡ ਦਾਊਦਰ ਗੁਰਦੁਆਰੇ ਸਜਾਏ। 24 ਨੂੰ ਭਾਈ ਪੂਰਨ ਸਿੰਘ, ਜਗੀਰ ਸਿੰਘ, ਕਪੂਰ ਸਿੰਘ ਦੇ ਘਰ ਅਖੰਡ ਪਾਠ ਦਾ ਭੋਗ ਪਿਆ। ਕਥਾ ਕੀਰਤਨ ਉੱਥੇ ਹੀ ਹੋਇਆ। ਜਲੇਬੀਆਂ ਦਾ ਭੰਡਾਰਾ ਵਰਤਿਆ। ਢੁੱਡੀਕੇ ਸ਼ਾਮ ਨੂੰ ਗੁਰਦੁਆਰਾ ਪਾਤਸ਼ਾਹੀ 6ਵੀਂ ਮੱਦੋ ਕੇ ਦਰਸ਼ਨ ਕਰਕੇ ਢੁੱਡੀਕੇ ਪੁੱਜੇ। 25 ਤੋਂ 27 ਸਵੇਰ ਤੱਕ ਢੁੱਡੀਕੇ ਰਹੇ। ਛਾਉਣੀ ਗੁਰਦੁਆਰੇ ਦੀਵਾਨ ਹੁੰਦੇ ਰਹੇ। ਵੈਦ ਮੁਕੰਦ ਸਿੰਘ ਦੇ ਘਰ 25 ਨੂੰ ਅਖੰਡ ਪਾਠ ਦਾ ਭੋਗ ਪਾਇਆ ਗਿਆ। 27 ਦੀ ਸ਼ਾਮ ਨੂੰ ਪੱਖੋਵਾਲ ਪੁੱਜੇ। ਪ੍ਰਬੰਧ ਸੰਤ ਬਖਸ਼ੀਸ਼ ਸਿੰਘ ਨੇ ਕੀਤਾ। 13 ਮਾਰਚ ਤੱਕ ਪੱਖੋਵਾਲ ਰਹੇ। 12 ਨੂੰ 25 ਸਿੰਘ ਗੁਰੂ ਵਾਲੇ ਬਣੇ। ਉਥੋਂ ਅੱਬੂਵਾਲ ਤੇ ਦੁਸਾਂਝ ਹੁੰਦੇ ਹੋਏ 30 ਸਿੰਘਾਂ ਸਮੇਤ 15 ਮਾਰਚ ਨੂੰ ਪਟਿਆਲੇ ਕੋਠੀ ਘੋੜ ਦੌੜ ਪੁੱਜੇ। ਪਟਿਆਲਾ ਸੁਬਹ 16 ਤੇ 17 ਦੀ ਕਥਾ। ਗੁਰਦੁਆਰਾ ਦੁੱਖ ਨਿਵਾਰਨ ਕੀਤੀ। ਸ਼ਾਮ ਦਾ ਦੀਵਾਨ ਖਾਲਸਾ ਮੁਹੱਲੇ ਸੱਜਿਆ। 18 ਨੂੰ ਸਰਦਾਰ ਮੇਹਰ ਸਿੰਘ ਸਾਬਕਾ ਏਅਰ ਮਾਰਸ਼ਲ ਦੀ ਬਰਸੀ ਦੇ ਅਖੰਡ ਪਾਠ ਦਾ ਭੋਗ ਸ਼ਾਮ ਨੂੰ ਪਾਇਆ। ਸੰਤਾਂ ਨੇ ਕਥਾ ਕੀਤੀ। 19 ਤੋਂ 26 ਤੱਕ ਰਾਜਗੜ੍ਹ ਰਹੇ। 27, 28 ਮਾਨਕੀ ਦੀਵਾਨ ਕੀਤੇ। 29 ਨੂੰ ਰਾਏਕੋਟ ਦਰਸ਼ਨ ਕਰਕੇ ਬਸੀਆਂ ਅੱਪੜੇ। ਗਿਆਨੀ ਸੁਰਜੀਤ ਸਿੰਘ ਜੀ ਸੋਧੀ ਤੇ ਭਾਈ ਨਾਹਰ ਸਿੰਘ ਨੇ ਸੰਗਤ ਦੀ ਸੇਵਾ ਸੰਭਾਲ ਕੀਤੀ। 3 ਅਪ੍ਰੈਲ ਨੂੰ 35 ਪ੍ਰਾਣੀ ਸਿੰਘ ਸੱਜੇ। 4 ਨੂੰ ਕਿਲ੍ਹਾ ਰਾਏਪੁਰ ਪਹੁੰਚੇ। 10 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ। ਕੀਰਤਨ ਤੇ ਕਥਾ ਹੋਈ। 21 ਮਈ ਭਾਈ ਗੁਰੂ ਕੇ ਬੇੜੇ ਚੜ੍ਹੇ। ਸ੍ਰੀ ਦਮਦਮਾ ਸਾਹਿਬ। 11 ਅਪ੍ਰੈਲ ਕਿਲ੍ਹਾ ਰਾਏਪੁਰ ਤੋਂ ਸ੍ਰੀ ਦਮਦਮਾ ਸਾਹਿਬ ਪਹੁੰਚੇ। 12 ਤੋਂ 14 ਅਪ੍ਰੈਲ ਵਿਸਾਖੀ ਦਾ ਪੁਰਬ ਮਨਾਇਆ। ਮਾਤਾ ਦੇ ਗੁਰਦੁਆਰੇ ਬੂੰਗਾ ਮਸਤੂ ਆਣਾ, ਸੰਤ ਹਰਖੋਵਾਲ ਦੇ ਸਥਾਨ ਵਿਧੀ ਚੰਦ ਦਲ 'ਚ
ਚੌਹੋਂ ਜਗ੍ਹਾ ਕਥਾਵਾਂ ਕੀਤੀਆਂ। ਢਿਲਵੀਂ 15 ਨੂੰ ਢਿਲਵਾਂ ਕਲਾ ਸਾਰਾ ਜਥਾ ਪੁੱਜਾ। 18 ਨੂੰ ਮੁਕਤਸਰ ਗੁਰਦੁਆਰਿਆਂ ਦੀ ਯਾਤਰਾ ਇਸ਼ਨਾਨ ਦੀਵਾਨ ਕਰਕੇ ਸ਼ਾਮ ਨੂੰ ਢਿਲਵੀਂ ਆ ਗਏ। 22 ਨੂੰ ਸੋਢੀ ਮੱਲ ਸਿੰਘ ਦੇ ਘਰ ਜਾ ਕੇ ਪਾਤਸ਼ਾਹੀ ਪਹਿਲੀ ਤੇ ਪਾਤਸ਼ਾਹੀ 10ਵੀਂ ਦੇ ਵਸਤਰਾਂ ਤੇ ਸ਼ਸਤਰਾਂ ਦੇ ਦਰਸ਼ਨ ਸੰਗਤ ਸਮੇਤ ਕੀਤੇ। ਦੀਵਾਨ ਗੁਰਦੁਆਰਾ ਪਾਤਸ਼ਾਹੀ 10ਵੀਂ ਚ 2 ਵਕਤ ਸਜਦੇ। ਸ਼ਾਮ ਦਾ ਦੀਵਾਨ ਢਿਲਵੀਂ ਆ ਕੇ ਕੀਤਾ। 27 ਦੀ ਸ਼ਾਮ ਨੂੰ ਕੋਠੇ ਤੇ ਫਿਰ 24 ਸਿੰਘਾਂ ਸਮੇਤ ਫਰੀਦਕੋਟ ਪੁੱਜੇ। 28 ਨੂੰ 2 ਵਕਤ ਦਾ ਦੀਵਾਨ ਖਾਲਸਾ ਹਾਈ ਸਕੂਲ ਦੇ ਖੁੱਲੇ ਪੰਡਾਲ ਵਿੱਚ ਕੀਤਾ। 29 ਦੇ ਦੋਨੋਂ ਦੀਵਾਨ ਸ਼ਹਿਰ ਫਰੀਦਕੋਟ ਚ ਕੀਤੇ। 17 ਸਿੰਘਾਂ ਨੇ ਅੰਮ੍ਰਿਤ ਛਕਿਆ। ਰਾਤ ਨੂੰ ਢਿਲਵਾਂ ਕਲਾਂ ਅੱਪੜੇ। 2 ਮਈ ਨੂੰ 20 ਪ੍ਰਾਣੀ ਸਿੰਘ ਸਜੇ। 3 ਮਈ ਸੁਬਹ ਦਾ ਕੀਰਤਨ ਤੇ ਕਥਾ ਜੈਤੋ ਵਿੱਚ ਹੋਈ। ਗੁਰਦੁਆਰਾ ਪਾਤਸ਼ਾਹੀ 10ਵੀਂ ਤੇ ਗੁਰਦੁਆਰਾ ਟਿੱਬੀ ਸਾਹਿਬ ਦੀ ਯਾਤਰਾ ਤੇ ਸਰੋਵਰ ਚ ਇਸ਼ਨਾਨ ਕੀਤੇ। ਸੇਵੇਵਾਲ ਸ਼ਾਮ ਦਾ ਦੀਵਾਨ ਪਿੰਡ ਸੇਵੇਵਾਲ ਕੀਤਾ। ਬੀਬੀ ਪੰਜਾਬ ਕੌਰ ਜੀ ਨੇ ਸਾਰੇ ਜਥੇ ਦੀ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਕੀਤਾ। 8 ਮਈ ਸੁਬਹ ਦਾ ਦੀਵਾਨ ਕਰਕੇ ਰਾਤ ਨੂੰ ਰਾਜਪੁਰਾ ਜੰਕਸ਼ਨ ਦੇ ਗੁਰਦੁਆਰੇ ਜਥੇ ਸਮੇਤ ਪੁੱਜੇ। ਸੰਤ ਕਰਤਾਰ ਸਿੰਘ ਨੇ ਸਾਰੇ ਜਥੇ ਦਾ ਪ੍ਰਬੰਧ ਕੀਤਾ। 13 ਤੱਕ ਉੱਥੇ ਰਹੇ। ਨਾਭਾ ਸਾਹਿਬ 14 ਦੀ ਸ਼ਾਮ ਨੂੰ ਗੁਰਦੁਆਰਾ ਨਾਭਾ ਸਾਹਿਬ ਪਾਤਸ਼ਾਹੀ 9ਵੀਂ ਤੇ 10ਵੀਂ ਵਿਖੇ ਪੁੱਜੇ। 16 ਮਈ ਨੂੰ ਰੀਠਾ ਸਾਹਿਬ ਦੇ ਅਲੋਪ ਹੋਣ ਦੀ ਖਬਰ ਸੁਣ ਕੇ ਜਥੇਦਾਰ ਬਲਵੰਤ ਸਿੰਘ ਨੂੰ ਖੋਜ ਕਰਨ ਵਾਸਤੇ ਭੇਜਿਆ। 5 ਜੂਨ ਨੂੰ 5 ਸਿੰਘ ਗੁਰੂ ਕੇ ਬੇੜੇ ਚੜੇ। 8 ਨੂੰ ਵਾਰਾ ਭਾਈ ਗੁਰਦਾਸ ਦੀ ਕਥਾ ਪੂਰੀ ਹੋਈ। 9 ਨੂੰ ਜਥੇਦਾਰ ਬਲਵੰਤ ਸਿੰਘ ਨੇ ਆ ਕੇ ਦੱਸਿਆ ਕਿ ਪਹਿਲਾ ਰੀਠਾ ਸਾਹਿਬ ਢਹਿ ਪਿਆ ਸੀ, ਦੂਜਾ ਉਸ ਵਿੱਚੋਂ ਪੈਦਾ ਹੋਇਆ ਸੀ। ਉਹ ਵੀ ਕਮਜ਼ੋਰ ਹੋ ਕੇ ਡਿੱਗ ਪਿਆ ਹੈ ਕਿਉਂਕਿ ਕੀੜੇ ਨੇ ਖਾ ਲਿਆ ਸੀ। 2 ਪੌਦੇ ਹੋਰ ਪਾਸ ਹੀ ਪੈਦਾ ਹੋ ਗਏ ਹਨ ਜਿਨ੍ਹਾਂ ਦੇ ਪੱਤੇ ਮਿੱਠੇ ਹਨ। 12 ਨੂੰ 3 ਅਖੰਡ ਪਾਠਾਂ ਦੇ ਭੋਗ ਪਾਏ। 14 ਨੂੰ 1 ਅਖੰਡ ਪਾਠ ਦਾ ਭੋਗ ਕਰਮ ਸਿੰਘ ਵੱਲੋਂ ਪਾਇਆ ਗਿਆ। ਸ਼ਾਮ ਨੂੰ 13 ਸਿੰਘਾਂ ਸਹਿਤ ਬੋਪਾ ਰਾਏ ਪੁੱਜੇ। ਯਾਤਰਾ ਕੀਤੀ। 15 ਨੂੰ ਗੁਰਦੁਆਰਾ ਅੱਬੂਵਾਲ 20 ਸਿੰਘਾਂ ਨੇ ਅੰਮ੍ਰਿਤਪਾਨ ਕੀਤਾ। ਹਲਵਾਰਾ ਅੱਬੂ ਤੋਂ ਹਲਵਾਰੇ ਪੁੱਜੇ। 18 ਨੂੰ ਸਰਦਾਰ ਸੁੰਦਰ ਸਿੰਘ ਤੇ ਮਾਈ ਝਾਈ ਅੰਮ੍ਰਿਤਸਰ ਤੋਂ 560 ਗਜ ਕੱਪੜਾ ਲੈ ਕੇ ਆਏ। ਦਰਜੀ ਭਾਈ ਠਾਕੁਰ ਸਿੰਘ, ਭਾਈ ਗੋਪਾਲ ਸਿੰਘ, ਭਾਈ ਦਇਆ ਸਿੰਘ ਨੇ ਸਿੰਘਾਂ ਦੇ ਕਛਹਿਰੇ ਬਣਾਏ। 22 ਨੂੰ ਬਾਬਾ ਧੰਨਾ ਸਿੰਘ ਨੇ ਆਪਣੀ ਪੈਨਸ਼ਨ ਦੀ ਮਾਇਆ ਨਾਲ ਜਲੇਬੀਆਂ ਦਾ ਭੰਡਾਰਾ ਸੰਗਤ ਨੂੰ ਛਕਾਇਆ। 25 ਨੂੰ ਜਥੇਦਾਰ ਗੁਰਦਿਆਲ ਸਿੰਘ ਬੋਪਾ ਰਾਏ ਦੀ ਬਿਮਾਰੀ ਦੀ ਖਬਰ ਲੈਣ ਲਈ ਸੰਤ 5 ਸਿੰਘਾਂ ਸਮੇਤ ਲੁਧਿਆਣੇ ਹਸਪਤਾਲ ਗਏ। 28 ਜੂਨ ਨੂੰ 28 ਸਿੰਘਾਂ ਨੇ ਹਲਵਾਰਾ ਤੇ 8 ਸਿੰਘਾਂ ਨੇ ਸਸੌਲੀ ਪਿੰਡ ਵਿੱਚ ਅੰਮ੍ਰਿਤਪਾਨ ਕੀਤਾ। 29 ਨੂੰ ਰਾਏ ਕੀ ਤਲਵੰਡੀ ਪਹੁੰਚ ਗਏ। 15 ਜੁਲਾਈ ਨੂੰ 51 ਮਾਈ ਭਾਈ ਨੇ ਅੰਮ੍ਰਿਤਪਾਨ ਕੀਤਾ। 16 ਨੂੰ ਬੋਪਾ ਰਾਏ ਭੋਰੇ ਚ ਜਥੇਦਾਰ ਗੁਰਦਿਆਲ ਸਿੰਘ ਦੀ ਖਬਰ ਲੈ ਕੇ ਜਗਰਾਉਂ ਤੋਂ ਰਾਤੋਂ ਰਾਤ ਅੰਮ੍ਰਿਤਸਰ ਪੁੱਜ ਗਏ। 17 ਨੂੰ 5 ਸਰੋਵਰਾਂ ਦੇ ਇਸ਼ਨਾਨ ਦਰਸ਼ਨ ਦੀਦਾਰ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਆ ਦਰਸ਼ਨ ਕੀਤੇ। ਸਿੰਘਾਂ ਨੇ 84 ਇਸ਼ਨਾਨ ਤੇ 84 ਸ੍ਰੀ ਜਪਜੀ ਸਾਹਿਬ ਦੇ ਪਾਠ ਕੀਤੇ। 18 ਨੂੰ ਸ੍ਰੀ ਗੋਇੰਦਵਾਲ ਤੋਂ ਸ੍ਰੀ ਦਮਦਮਾ, ਸ੍ਰੀ ਖਡੂਰ ਸਾਹਿਬ ਤੇ ਸ੍ਰੀ ਤਰਨ ਤਾਰਨ ਸਾਹਿਬ ਦਰਸ਼ਨ ਦੀਦਾਰ ਤੇ ਇਸ਼ਨਾਨ ਕੀਤੇ। 19 ਨੂੰ ਮੱਦੋ ਕੇ ਦੋਨੋਂ ਵਕਤ ਦੀਵਾਨ ਕਥਾ ਕੀਰਤਨ ਹੋਇਆ।
31 ਜੁਲਾਈ ਤੋਂ 2 ਅਗਸਤ ਤੱਕ 3 ਦਿਨ ਗੁਰੂ ਸਰ ਮੱਦੋ ਕੇ ਸਾਲਾਨਾ ਜੋੜ ਮੇਲਾ ਮਨਾਇਆ। 55 ਮਾਈ ਭਾਈ ਨੇ ਅੰਮ੍ਰਿਤ ਪਾਨ ਕੀਤਾ। ਕੜੂਏ ਤੋਂ ਮਿਸਤਰੀ ਪ੍ਰਭਾ ਸਿੰਘ ਸਰਬ ਲੋਹ ਦੇ ਗੜਵੇ ਤੇ ਬਾਟੇ ਲੈ ਕੇ ਆਇਆ ਸੀ। ਜਦ ਉਹ ਨਾ ਵਿਕੇ ਤਾਂ ਸੰਤਾਂ ਨੂੰ ਬੇਨਤੀ ਕੀਤੀ ਤਾਂ ਸੰਤਾਂ ਨੇ ਸਾਰੇ ਹੀ ਖਰੀਦ ਕੇ ਉਸ ਨੂੰ ਕੀਮਤ ਦੇ ਦਿੱਤੀ। ਉਹ ਗੜਵੇ ਤੇ ਬਾਟੇ ਜਥੇ ਦੇ ਸਿੰਘਾਂ ਵਿੱਚ ਵਰਤਾ ਦਿੱਤੇ। 7 ਸਵੇਰ ਦਾ ਦੀਵਾਨ ਦੌਦਰ ਗੁਰਦੁਆਰੇ ਕੀਤਾ ਤੇ ਲੰਗਰ ਭਾਈ ਪੂਰਨ ਸਿੰਘ ਦੇ ਪਰਿਵਾਰ ਨੇ ਜਲੇਬੀਆਂ ਸਹਿਤ ਛਕਾਇਆ। ਸ਼ਾਮ ਨੂੰ ਮੱਦੋ ਕੇ ਆ ਗਏ। 8 ਦਾ ਦੀਵਾਨ ਕਰਕੇ ਤੇ ਲੰਗਰ ਛਕ ਕੇ ਜਥਾ ਪਿੰਡਰੇ ਪਹੁੰਚ ਗਿਆ ਤੇ ਸੰਤ ਆਪ 20 ਸਿੰਘਾਂ ਸਮੇਤ ਰੌਲੀ ਪੁੱਜੇ। 9 ਨੂੰ ਭਾਈ ਹਰਜੰਤ ਸਿੰਘ ਦੇ ਘਰ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ। ਉਪਰੰਤ ਕਥਾ ਕਰਕੇ ਤੇ ਲੰਗਰ ਛਕ ਕੇ ਸ਼ਾਮ ਨੂੰ ਪਿੰਡਰੀ ਪਹੁੰਚ ਗਏ। ਪਿੰਡਰੀ 14 ਨੂੰ 5 ਅਖੰਡ ਪਾਠਾਂ ਦੇ ਭੋਗ ਪਏ, ਜਿਨ੍ਹਾਂ ਦੀ ਹੇਠ ਲਿਖੇ ਪ੍ਰੇਮੀਆਂ ਵੱਲੋਂ ਸੇਵਾ ਹੋਈ। ਸਭ ਤੋਂ ਪਹਿਲਾਂ ਭਾਈ ਉਜਾਗਰ ਸਿੰਘ ਸੰਤਾਂ ਦਾ ਵਿਦਿਆਰਥੀ, ਦੂਸਰੇ ਉਸ ਦਾ ਪਿਤਾ ਤਾਰਾ ਸਿੰਘ, ਤੀਸਰੇ ਉਸ ਦੀ ਮਾਤਾ ਗੰਗਾ ਕੌਰ, ਚੌਥੀ ਥਾਂ ਤੇ ਭਾਈ ਗੱਜਣ ਸਿੰਘ ਅਤੇ 5ਵੀਂ ਥਾਂ ਤੇ ਜਥੇਦਾਰ ਕਪੂਰ ਸਿੰਘ। 400 ਰੁਪਏ ਭਾਈ ਉਜਾਗਰ ਸਿੰਘ ਤੇ 205 ਰੁਪਏ ਜਥੇਦਾਰ ਕਪੂਰ ਸਿੰਘ ਨੇ ਹਾਜ਼ਰ ਕੀਤੇ। 17 ਨੂੰ ਮੁਰੱਬਾਬੰਦੀ 'ਚ ਗੁਰਦੁਆਰੇ ਦੀ 10 ਕਿੱਲੇ ਜ਼ਮੀਨ ਇੱਕ ਥਾਂ ਗੁਰਦੁਆਰੇ ਦੇ ਇਰਦ ਗਿਰਦ ਇਕੱਠੀ ਹੋ ਗਈ। ਸਿੰਘਾਂ ਨੇ ਉਸ ਦੀਆਂ ਸੜਕਾਂ ਬਣਾਈਆਂ। ਸਵੇਰ ਦੀ ਕਥਾ ਤੋਂ ਬਾਅਦ ਮਿੱਟੀ ਪਾਈ। ਇਹ ਕੰਮ ਹਰ ਰੋਜ਼ ਕਥਾ ਤੋਂ ਉਪਰੰਤ ਸਾਰੇ ਸਿੰਘ ਕਰਦੇ। ਗੁਰਦੁਆਰੇ ਦੀ ਸਫਾਈ ਵੀ ਕੀਤੀ, ਸੜਕਾਂ ਪੱਧਰੀਆਂ ਕੀਤੀਆਂ। 21 ਅਗਸਤ ਨੂੰ 6 ਅਖੰਡ ਪਾਠਾਂ ਦੇ ਭੋਗ ਪਾਏ। ਇੱਕ ਬਾਬਾ ਅਮਰ ਸਿੰਘ ਕੁਠਾਰੀ, ਦੂਸਰਾ ਭਾਈ ਸਰਦਾਰਾ ਸਿੰਘ ਭਿੰਡਰ, ਤੀਸਰਾ ਬਾਬਾ ਸੱਜਣ ਸਿੰਘ ਕੁਲਾਰਾਂ ਵਾਲਾ, ਚੌਥੀ ਥਾਂ ਤੇ ਬੀਬੀ ਸ਼ਮਸ਼ੇਰ ਕੌਰ ਤੇ ਬੀਬੀ ਸੁਰਜੀਤ ਕੌਰ, ਪੰਜਵੀਂ ਥਾਂ ਤੇ ਮਾਈ ਪ੍ਰਤਾਪ ਕੌਰ ਤੇ ਬੀਬੀ ਨਿਰਜੀਤ ਕੌਰ, ਛੇਵੀਂ ਥਾਂ ਤੇ ਭਾਈ ਬੁੱਧ ਸਿੰਘ ਚੂਹੜ ਚੱਕ ਵੱਲੋਂ। ਹਰ ਤੀਜੇ ਦਿਨ 2 ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ। 2 ਸਤੰਬਰ ਤੱਕ ਕੁੱਲ 12 ਅਖੰਡ ਪਾਠਾਂ ਦੇ ਭੋਗ ਪਾਏ। 7 ਸਤੰਬਰ ਨੂੰ ਸੰਗਤ ਵੱਲੋਂ 7 ਅਖੰਡ ਪਾਠਾਂ ਦੇ ਭੋਗ ਪਾਏ। 9 ਨੂੰ 2 ਅਖੰਡ ਪਾਠਾਂ ਦੇ ਭੋਗ ਪਾਏ। 9 ਤੋਂ 11 ਤੱਕ 3 ਦਿਨ ਬਾਬਾ ਖਜ਼ਾਨ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਮਨਾਇਆ ਗਿਆ। 12 ਨੂੰ 63 ਮਾਈ ਭਾਈ ਨੇ ਅੰਮ੍ਰਿਤ ਪਾਨ ਕੀਤਾ। 13 ਨੂੰ 7 ਅਖੰਡ ਪਾਠਾਂ ਦੇ ਭੋਗ ਪਾਏ। 14 ਨੂੰ ਪਿੰਡਰਾਂ ਤੋਂ ਹਿੱਸੋਵਾਲ ਪੁੱਜੇ। 16 ਨੂੰ ਅਖੰਡ ਪਾਠ ਦਾ ਭੋਗ ਤੇ 12 ਮਾਹ ਦੀ ਕਥਾ ਹੋਈ। ਸੰਤ ਅਜੀਤ ਸਿੰਘ ਨਸਰਪੁਰੀਆਂ ਦੇ ਦਰਸ਼ਨ ਕੀਤੇ। ਸੰਤ ਨਾਰਾਇਣ ਸਿੰਘ ਜੀ ਨੇ ਸੰਗਤ ਦੀ ਸੇਵਾ ਕੀਤੀ। ਉਪਰੰਤ ਮੋਗੇ ਸਰਦਾਰ ਲਾਹੌਰਾ ਸਿੰਘ ਦੀ ਕੋਠੀ ਪੁੱਜੇ। ਸੰਤ ਇੰਦਰ ਸਿੰਘ ਨੇ ਸ਼ਾਮ ਦੇ ਦੀਵਾਨ ਵਿੱਚ ਕੀਰਤਨ ਉਪਰੰਤ ਮਹੀਨੇ ਦੀ ਕਥਾ ਕੀਤੀ। 18 ਨੂੰ ਅਖੰਡ ਪਾਠ ਦਾ ਭੋਗ ਤੇ ਮਹਾਵਾਕ ਦੀ ਕਥਾ ਕੀਤੀ। ਸ੍ਰੀ ਤਰਨ ਤਾਰਨ ਤੋਂ ਸ੍ਰੀ ਅੰਮ੍ਰਿਤਸਰ। ਸ਼ਾਮ ਨੂੰ ਸ੍ਰੀ ਤਰਨ ਤਾਰਨ ਸਾਹਿਬ ਪੁੱਜੇ। 19 ਨੂੰ ਕਥਾ ਅਸਥਾਨ ਵਿਖੇ ਸ੍ਰੀ ਮੁਖਵਾਕ ਦੀ ਕਥਾ ਕੀਤੀ ਤੇ ਸੰਥਾ ਕਥਾ ਰੋਜ਼ਾਨਾ ਵਾਂਗ ਹੋਈ। ਸ਼ਾਮ ਨੂੰ ਜਥਾ ਸ੍ਰੀ ਗੋਇੰਦਵਾਲ ਸਾਹਿਬ ਪੁੱਜਾ। 20 ਨੂੰ ਪਾਤਸ਼ਾਹੀ ਤੀਸਰੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ, ਭਾਦਰੋਂ ਦੀ ਪੁੰਨਿਆ ਦਾ ਭਾਰੀ ਸਾਲਾਨਾ ਜੋੜ ਮੇਲਾ ਸੀ। ਬਾਉਲੀ ਸਾਹਿਬ ਇਸ਼ਨਾਨ ਕੀਤੇ। ਕੁਝ ਸਿੰਘ 84 ਇਸ਼ਨਾਨ ਕਰਕੇ ਤੇ 84 ਪੌੜੀਆਂ ਉੱਪਰ 84 ਸ੍ਰੀ ਜਪਜੀ ਸਾਹਿਬ ਦੇ ਪਾਠ ਕਰਨ ਲੱਗ ਪਏ। ਬਾਕੀ ਜਥਾ ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਖਡੂਰ ਸਾਹਿਬ ਦੇ
ਸਾਰੇ ਗੁਰਦੁਆਰਿਆਂ ਦੀ ਯਾਤਰਾ ਕਰਕੇ ਸ਼ਾਮ ਨੂੰ ਸ੍ਰੀ ਤਰਨਤਾਰਨ ਸਾਹਿਬ ਪਹੁੰਚ ਗਿਆ। ਸ੍ਰੀ ਤਰਨਤਾਰਨ ਸਾਹਿਬ 18 ਸਤੰਬਰ ਤੋਂ 15 ਅਕਤੂਬਰ 1956 ਈਸਵੀ ਤੱਕ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇ ਸਮੇਤ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਰਹੇ। 16 ਅਕਤੂਬਰ ਨੂੰ ਅੰਮ੍ਰਿਤਸਰ ਪੁੱਜੇ, ਯਾਤਰਾ ਤੇ ਇਸ਼ਨਾਨ ਕੀਤੇ। 17 ਨੂੰ ਸੰਤ ਅਮੀਰ ਸਿੰਘ ਜੀ ਦੀ ਬਰਸੀ ਸਮੇਂ ਉਹਨਾਂ ਦੇ ਡੇਰੇ ਗਲੀ ਸੱਤੋਵਾਲੀ ਗਏ, ਕਥਾ ਕੀਤੀ। 18 ਤੋਂ ਸੰਤ ਗੁਰਮੁਖ ਸਿੰਘ ਜੀ ਦੇ ਸੇਵਾ ਅਸਥਾਨ ਉੱਤਰੀ ਬਾਹੀ ਪਰਿਕਰਮਾ ਸ੍ਰੀ ਦਰਬਾਰ ਸਾਹਿਬ ਵਿੱਚ ਦੋਨੋਂ ਵਕਤ ਦੀਵਾਨ ਹੁੰਦੇ ਰਹੇ। ਅਚਾਨਕ ਬਿਮਾਰੀ ਦਾ ਹਮਲਾ। 21 ਅਕਤੂਬਰ ਅੰਮ੍ਰਿਤ ਵੇਲੇ ਰਾਮਸਰ ਸਰੋਵਰ ਹਲਟੀ ਤੇ ਇਸ਼ਨਾਨ ਕਰਕੇ ਪੰਜਾਂ ਸਰੋਵਰਾਂ ਵਿੱਚ ਇਸ਼ਨਾਨ ਦਾ ਸਿੰਘਾਂ ਸਮੇਤ ਸੰਤਾਂ ਨੇ ਤਿਆਰਾ ਕੀਤਾ। ਉਸ ਸਮੇਂ ਰਾਮਸਰ ਸਰੋਵਰ ਦੀ ਚਰਨ ਗੰਗਾ ਵਿੱਚ ਚਰਨ ਧੋ ਕੇ ਸੰਤ ਉੱਥੇ ਹੀ ਬੈਠ ਗਏ। ਸਰੀਰ ਨੂੰ ਕਾਂਬਾ ਛਿੜ ਗਿਆ ਤੇ ਲੱਤਾਂ ਵਿੱਚ ਚੱਲਣ ਦੀ ਸ਼ਕਤੀ ਹੀ ਨਾ ਰਹੀ। ਘਬਰਾਹਟ ਵੱਧ ਗਈ। ਕਈ ਵਾਰ ਪਾਣੀ ਪੀਤਾ। ਸਰੀਰ ਉੱਪਰ ਅਧਰੰਗ ਰੋਗ ਦਾ ਹਮਲਾ ਹੋ ਗਿਆ, ਜਿਸ ਨਾਲ ਬੇਹੋਸ਼ ਹੋ ਗਏ। ਅਜਿਹੀ ਹਾਲਤ ਵਿੱਚ ਸ੍ਰੀ ਦਰਬਾਰ ਸਾਹਿਬ ਪ੍ਰਬੰਧ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰ ਭਗਤ ਸਿੰਘ ਜੀ ਨੂੰ ਸਿੰਘ ਉਸੇ ਸਮੇਂ ਬੁਲਾ ਕੇ ਲਿਆਏ। ਉਸਨੇ ਆਉਂਦੇ ਸਾਰ ਹੀ ਟੀਕਾ ਲਾ ਦਿੱਤਾ ਤੇ ਨਾਲ ਹੀ ਕਿਹਾ ਕਿ ਸੰਤ ਜੀ ਨੂੰ ਛੇਤੀ ਤੋਂ ਛੇਤੀ ਵੱਡੇ ਸਰਕਾਰੀ ਹਸਪਤਾਲ ਵਿਜੇ ਹਸਪਤਾਲ ਭਾਵ ਅੱਜ ਕੱਲ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਦਾਖਲ ਕਰਵਾ ਦਿਓ। ਸਿੰਘਾਂ ਨੇ ਕਾਰ 'ਚ ਪਾ ਕੇ ਆਪ ਜੀ ਨੂੰ ਵੱਡੇ ਹਸਪਤਾਲ ਜਾ ਕੇ ਦਾਖਲ ਕਰਵਾ ਦਿੱਤਾ। 1.5 ਘੰਟਾ ਬੇਹੋਸ਼ੀ ਰਹੀ। ਜਦ ਡਾਕਟਰਾਂ ਨੇ ਟੀਕੇ ਨਾਲ ਕੰਗਰੋੜ ਚੋਂ ਪਾਣੀ ਕੱਢਿਆ ਤਾਂ ਆਪ ਹੋਸ਼ ਵਿੱਚ ਆਏ। 22 ਅਕਤੂਬਰ ਤੋਂ ਪਰਿਕਰਮਾ ਸ੍ਰੀ ਦਰਬਾਰ ਸਾਹਿਬ ਸੇਵਾ ਅਸਥਾਨ ਬਾਬਾ ਗੁਰਮੁਖ ਸਿੰਘ ਜੀ ਵਿਖੇ ਜਥੇ ਦੇ ਸਿੰਘ ਕੀਰਤਨ ਤੇ ਕਥਾ ਕਰਦੇ ਰਹੇ। ਸੰਤਾਂ ਦੀ ਬਿਮਾਰੀ ਦੀ ਖਬਰ ਸੁਣ ਕੇ ਸੰਗਤਾਂ ਤੇ ਜਥੇ ਦੇ ਸਿੰਘਾਂ ਵਿੱਚ ਉਦਾਸੀ ਛਾ ਗਈ। ਸੰਗਤ ਨੇ ਸੰਤਾਂ ਦੀ ਦੇਹ ਅਰੋਗਤਾ ਹਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ। 24 ਨੂੰ ਬੇਅੰਤ ਸੰਤਾਂ ਦੇ ਦਰਸ਼ਨਾਂ ਨੂੰ ਹਸਪਤਾਲ ਪੁੱਜੀਆਂ। ਹਸਪਤਾਲ ਵਿੱਚ ਡਾਕਟਰਾਂ ਨੇ ਬੜੀ ਸ਼ਰਧਾ ਨਾਲ ਇਲਾਜ ਦੀ ਸੇਵਾ ਕੀਤੀ। ਸੰਤਾਂ ਦੀ ਮਹਿਮਾ ਤੇ ਸ਼ਖਸੀਅਤ ਦਾ ਡਾਕਟਰਾਂ ਤੇ ਤਦ ਪ੍ਰਭਾਵ ਪਿਆ ਜਦ ਅਣਗਿਣਤ ਸੰਗਤਾਂ ਤੇ ਜਥੇ ਦੇ ਸਿੰਘ ਸ਼ਰਧਾ ਪਿਆਰ ਸਹਿਤ ਦਰਸ਼ਨਾਂ ਨੂੰ ਆਏ। ਦਿਨ ਬਾ ਦਿਨ ਸੰਤਾਂ ਦੀ ਸਿਹਤ ਠੀਕ ਹੋਣ ਲੱਗੀ। ਸੰਤਾਂ ਦੀ ਦੇਹ ਅਰੋਗਤਾ ਲਈ ਜਥੇ ਦੇ ਸਿੰਘਾਂ ਨੇ ਪਿਸ਼ੌਰੀਆਂ ਦੀ ਧਰਮਸ਼ਾਲਾ ਆਟਾ ਮੰਡੀ ਵਿਖੇ 5 ਅਖੰਡ ਪਾਠ 27 ਨੂੰ ਆਰੰਭ ਕਰਕੇ 29 ਨੂੰ ਭੋਗ ਪਾਏ ਅਤੇ ਸੰਤਾਂ ਦੀ ਪੂਰਨ ਦੇਹ ਅਰੋਗਤਾ ਤੇ ਲੰਬੀ ਆਯੂ ਲਈ ਅਰਦਾਸੇ ਕੀਤੇ। 30 ਅਕਤੂਬਰ ਨੂੰ ਹਸਪਤਾਲ ਤੋਂ ਡਾਕਟਰਾਂ ਨੇ ਛੁੱਟੀ ਦੇ ਦਿੱਤੀ ਤੇ ਕਿਹਾ ਕਿ ਹੁਣ ਸਿਹਤ ਠੀਕ ਹੈ, ਸਿਰਫ ਖੂਨ ਦਾ ਦੌਰਾ ਤੇਜ਼ ਹੈ, ਇਹ ਵੀ ਠੀਕ ਹੋ ਜਾਵੇਗਾ। ਸੰਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਕੀਤੇ। ਕੜਾਹ ਪ੍ਰਸ਼ਾਦ ਭੇਟਾ ਕੀਤਾ। ਪਿਸ਼ੌਰੀਆਂ ਦੀ ਧਰਮਸ਼ਾਲਾ ਬਿਰਾਜਦੇ ਰਹੇ। ਸੰਤਾਂ ਦੀ ਦੇਹ ਅਰੋਗਤਾ ਦੀ ਖੁਸ਼ੀ ਤੇ ਸ਼ੁਕਰਾਨੇ ਵਜੋਂ 2 ਨਵੰਬਰ ਨੂੰ ਆਰੰਭ ਕਰਕੇ 2 ਅਖੰਡ ਪਾਠਾਂ ਦਾ ਭੋਗ 4 ਨਵੰਬਰ ਨੂੰ ਪਾਇਆ ਗਿਆ। ਕਥਾ ਤੇ ਅਰਦਾਸ ਸੰਤਾਂ ਨੇ ਆਪ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ ਜਾਣ ਕੇ ਵਿਸਥਾਰ ਸਹਿਤ ਵਿਆਖਿਆ ਕੀਤੀ, ਜਿਸ ਦਾ ਸੰਗਤਾਂ ਤੇ ਭਾਰੀ ਅਸਰ ਹੋਇਆ। ਉਸੇ ਦਿਨ ਸ੍ਰੀ ਦਰਬਾਰ ਸਾਹਿਬ
ਅਤੇ ਹੋਰ ਸੰਬੰਧਿਤ ਗੁਰਦੁਆਰਿਆਂ ਦੇ ਗ੍ਰੰਥੀ ਰਾਗੀ ਸਿੰਘ ਅਤੇ ਸ਼ਹਿਰ ਦੇ ਡੇਰਿਆਂ ਦੇ ਸੰਤਾਂ ਮਹਾਤਮਾ ਨੂੰ ਜਲੇਬੀਆਂ ਦਾ ਖੁੱਲਾ ਭੰਡਾਰਾ ਵਰਤਾਇਆ। ਸੰਗਤਾਂ ਨੇ ਖੁਸ਼ੀਆਂ ਮਨਾਈਆਂ। 4 ਨਵੰਬਰ ਦੀ ਸ਼ਾਮ ਨੂੰ ਅੰਮ੍ਰਿਤਸਰ ਤੋਂ ਸੁਰ ਸਿੰਘ ਤੇ ਫਿਰ ਭੂਰੇ ਪੁਰਾਣੇ ਪੁੱਜੇ। ਸੰਤਾਂ ਦੀ ਦੇਹ ਅਰੋਗਤਾ ਨੂੰ ਲੈ ਕੇ 16 ਨਵੰਬਰ ਨੂੰ 5 ਅਖੰਡ ਪਾਠ ਆਰੰਭ ਹੋਏ। ਇੱਕ ਸਾਰੇ ਨਗਰ ਵੱਲੋਂ, ਦੂਜਾ ਸੰਤਾਂ ਦੀ ਦੇਹ ਅਰੋਗਤਾ ਲਈ, ਤੀਜਾ ਹਰਨਾਮ ਸਿੰਘ, ਸ਼ਿੰਗਾਰਾ ਸਿੰਘ, ਸੁਰਜੀਤ ਸਿੰਘ, ਸੰਤ ਕਰਤਾਰ ਸਿੰਘ ਆਦਿ ਵੱਲੋਂ, ਚੌਥਾ ਸਾਰੇ ਜਥੇ ਵੱਲੋਂ, ਪੰਜਵਾਂ ਡਾਕਟਰ ਉਜਾਗਰ ਸਿੰਘ ਵੱਲੋਂ। 20 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਗੁਰਪੁਰਬ ਵਾਲੇ ਦਿਨ ਉਕਤ 5 ਅਖੰਡ ਪਾਠਾਂ ਦੇ ਭੋਗ ਪਾਏ ਗਏ। ਸੰਤ ਜੀ ਨੇ ਆਏ ਮੁਖ ਵਾਕ ਦੀ ਕਥਾ ਕੀਤੀ। ਸੰਗਤਾਂ ਬੇਅੰਤ ਪ੍ਰਸੰਨ ਹੋਈਆਂ। ਸ਼ਾਮ ਨੂੰ 22 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। 20 ਨਵੰਬਰ ਨੂੰ ਪੁਰਾਣੇ ਭੂਰਿਆਂ ਤੋਂ ਪਿੰਡ ਜਰਗ ਪੁੱਜੇ। 8 ਦਸੰਬਰ ਤੱਕ ਸੰਤ ਜੀ ਜਥੇ ਸਮੇਤ ਜਰਗ ਹੀ ਰਹੇ। 3 ਦਸੰਬਰ ਨੂੰ 3 ਅਖੰਡ ਪਾਠਾਂ ਦੇ ਭੋਗ ਪਾਏ ਗਏ। ਪਹਿਲੇ ਭਾਈ ਪ੍ਰੀਤਮ ਸਿੰਘ ਦੇ ਘਰ, ਦੂਸਰਾ ਭਾਈ ਗੁਰਬਖਸ਼ ਸਿੰਘ ਦੇ ਘਰ, ਤੀਸਰਾ ਭਾਈ ਹੁਕਮ ਸਿੰਘ ਦੇ ਘਰ। 4 ਦਸੰਬਰ ਨੂੰ ਸੰਤ ਜੀ ਦੇ ਸਰੀਰ ਵਿੱਚ ਖੂਨ ਦਾ ਦੌਰਾ ਵਧਣ ਕਾਰਨ ਦੋਨੋਂ ਟਾਈਮ ਕਥਾ ਸਿੰਘਾਂ ਨੇ ਕੀਤੀ। 5 ਨੂੰ ਗੁਰਦੁਆਰਾ ਨਵਾਂ ਬਣਾਉਣ ਲਈ ਸੰਤਾਂ ਨੇ ਸੰਗਤ ਨੂੰ ਪ੍ਰੇਰਣਾ ਕੀਤੀ। ਜਗ੍ਹਾ ਨਿਸ਼ਚਿਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਪਰਚੀਆਂ ਪਾਈਆਂ ਗਈਆਂ। ਜੋ ਪਰਚੀ ਨਿਕਲੀ ਉਸ ਅਨੁਸਾਰ ਭਾਈ ਕਟਾਰ ਸਿੰਘ ਨੇ ਕਿਹਾ ਕਿ ਗੁਰਦੁਆਰੇ ਅਤੇ ਸਰੋਵਰ ਲਈ ਜਿੰਨੀ ਜਗ੍ਹਾ ਸੰਤ ਕਹਿਣ ਮੈਂ ਦੇਣ ਲਈ ਤਿਆਰ ਹਾਂ। ਜਗ੍ਹਾ ਲੈ ਕੇ ਸੰਤ ਜੀ ਨੇ ਗੁਰਦੁਆਰਾ ਤੇ ਸਰੋਵਰ ਬਣਾਉਣ ਲਈ ਜ਼ਿੰਮੇਵਾਰੀ ਬਾਬਾ ਚਤਰ ਸਿੰਘ ਨੂੰ ਦਿੱਤੀ ਤੇ ਕਿਹਾ ਕਿ ਬਾਬਾ ਜੀ ਇਹ ਸੇਵਾ ਤੁਸੀਂ ਆਪ ਕਰਵਾਓ। 6 ਦਸੰਬਰ ਨੂੰ ਭਾਈ ਭਗਤ ਸਿੰਘ ਜੀ ਘਰ ਅਖੰਡ ਪਾਠ ਦਾ ਭੋਗ ਪਿਆ। 8 ਨੂੰ ਡਾਕਟਰ ਤ੍ਰਿਲੋਚਨ ਸਿੰਘ, ਥਾਣੇਦਾਰ ਅਜਮੇਰ ਸਿੰਘ ਤੇ ਭਾਈ ਬਖਸ਼ੀਸ਼ ਸਿੰਘ ਦੇ ਘਰੀਂ ਨੰਬਰਵਾਰ 3 ਅਖੰਡ ਪਾਠਾਂ ਦੇ ਭੋਗ ਪਾਏ। ਤਿੰਨੀ ਥਾਈਂ ਕਥਾ ਕੀਤੀ। 9 ਨੂੰ ਚਾਲੇ ਪਾ ਕੇ ਪ੍ਰੋਗਰਾਮ ਅਨੁਸਾਰ ਜਥਾ 10 ਨੂੰ ਲੰਡੇ ਨਗਰ ਪਹੁੰਚ ਗਿਆ। ਸੰਤ ਜੀ ਭਗਤ ਉਜਾਗਰ ਸਿੰਘ ਦੇ ਨਗਰ ਸੱਧੂਵਾਲ ਪੁੱਜੇ। 10 ਨੂੰ ਭਗਤ ਜੀ ਦੀ ਲੜਕੀ ਦਾ ਆਨੰਦ ਕਾਰਜ ਕਰਵਾਇਆ। 11 ਨੂੰ ਸੰਤ ਜੀ ਸੱਧੂਵਾਲ ਤੋਂ ਲੰਡੇ ਜਥੇ ਪਾਸ ਪਹੁੰਚ ਗਏ। ਪਿੰਡ ਲੰਡੇ ਬਿਮਾਰੀ ਦਾ ਦੂਜਾ ਹਮਲਾ। 13 ਦਸੰਬਰ 1956 ਈਸਵੀ ਮੁਤਾਬਕ 29 ਮੱਘਰ 2013 ਬਿਕਰਮੀ ਦਿਨ ਵੀਰਵਾਰ ਨੂੰ ਨਗਰ ਲੰਡੇ ਨੇੜੇ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ ਸੁਬਾ ਕੀਰਤਨ ਕਰਨ ਤੋਂ ਬਾਅਦ ਸੰਥਾ ਕਥਾ ਆਰੰਭ ਹੋਈ। ਆਸਾ ਮਹੱਲਾ ਪਹਿਲਾ ਦੀਆਂ ਅਸ਼ਟਪਦੀਆਂ ਚੋਂ ਪਹਿਲੀ ਅਸ਼ਟਪਦੀ ਦੀ ਕਥਾ ਹੋਈ ਤਾਂ ਸੰਤਾਂ ਦੇ ਸਰੀਰ ਵਿੱਚ ਖੂਨ ਦਾ ਦਬਾਅ ਵੱਧ ਗਿਆ। ਸੰਤਾਂ ਨੇ ਹੌਲੀ ਹੌਲੀ ਮਸਾਂ ਹੀ ਦੂਜੀ ਅਸ਼ਟਪਦੀ ਦੀ ਕਥਾ ਬੜੀ ਮੁਸ਼ਕਲ ਨਾਲ ਪੂਰੀ ਕੀਤੀ। ਸਰੀਰ ਢਿੱਲਾ ਹੋਣ ਕਰਕੇ 19 ਤੱਕ ਸੰਤਾਂ ਨੇ ਕਥਾ ਨਾ ਕੀਤੀ। ਸਿੰਘ ਹੀ ਕਥਾ ਕਰਦੇ ਰਹੇ। 20 ਨੂੰ 10 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ। ਸਰੀਰ ਉੱਪਰ ਫਿਰ ਉਸੇ ਹੀ ਬਿਮਾਰੀ ਦਾ ਹਮਲਾ ਹੋਣ ਦੇ ਕਾਰਨ ਸੰਤਾਂ ਨੂੰ ਕਾਰ 'ਚ ਲਿਟਾ ਕੇ 10 ਦੀ ਸ਼ਾਮ ਨੂੰ ਅੰਮ੍ਰਿਤਸਰ ਵਿਜੇ ਹਸਪਤਾਲ ਜਾ ਕੇ ਦਾਖਲ ਕਰਵਾਇਆ, ਜਿਸ ਦਾ ਨਾਮ ਹੁਣ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਹੈ। ਜਥੇ ਨੇ ਲੰਡਿਆਂ ਤੋਂ ਚੱਲ ਕੇ 21 ਨੂੰ ਜਿਉਣ ਵਾਲੇ ਪਿੰਡ ਦੀਵਾਨ ਕੀਤਾ। ਦੋਨੋਂ ਸਮੇਂ ਦਾ ਲੰਗਰ ਗਿਆਨੀ ਕਪੂਰ ਸਿੰਘ ਜੀ ਬਰਾੜ ਦੇ ਘਰ ਛਕਿਆ। 22 ਨੂੰ ਰੋਡੇ ਨਗਰ ਜਥਾ ਆਇਆ। 22 ਨੂੰ ਵੱਡੇ ਸਾਹਿਬਜ਼ਾਦਿਆਂ ਅਤੇ 27 ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ। ਪਿੰਡ ਲੰਡੇ ਕੇ ਤੋਂ ਅੰਮ੍ਰਿਤਸਰ ਤੁਰਨ ਲੱਗਿਆਂ ਸੰਤ ਜਥੇ ਦੇ ਸਿੰਘਾਂ ਨੂੰ
ਕਹਿਣ ਲੱਗੇ ਕਿ ਜੇ ਕੁਝ ਸਮਾਂ ਇਲਾਜ ਵਾਸਤੇ ਹਸਪਤਾਲ ਰਹਿਣਾ ਪਿਆ ਤਾਂ ਤੁਸੀਂ ਗਿਆਨੀ ਕਿਰਪਾਲ ਸਿੰਘ ਨੂੰ ਕਥਾ ਵਾਸਤੇ ਬੁਲਾ ਲਿਓ। ਸੰਤਾਂ ਦੇ ਹੁਕਮ ਮੁਤਾਬਕ ਜਥੇਦਾਰ ਬਲਵੰਤ ਸਿੰਘ, ਭਾਈ ਬਲਵੰਤ ਸਿੰਘ ਭਾਵ ਸੰਤ ਕਿਰਪਾਲ ਸਿੰਘ ਰੋਡਿਆਂ ਵਾਲਿਆਂ ਦਾ ਭਤੀਜਾ, ਪਿੰਡ ਰਾਮਗੜ੍ਹ ਤੋਂ ਗਿਆਨੀ ਕਿਰਪਾਲ ਸਿੰਘ ਜੀ ਨੂੰ ਜਾ ਕੇ ਲੈ ਆਏ। ਜਥਾ ਪਿੰਡ ਰੋਡੇ ਕਥਾ ਕੀਰਤਨ ਕਰ ਰਿਹਾ ਸੀ। 24 ਦਸੰਬਰ ਦੀ ਸੁਬਾਹ ਤੋਂ ਦੋਨੋਂ ਵਕਤ ਦੀ ਕਥਾ ਗਿਆਨੀ ਕਿਰਪਾਲ ਸਿੰਘ ਜੀ ਕਰਨ ਲੱਗੇ। ਸੁਬਾਹ ਗਿਆਨੀ ਜੀ ਨੇ ਆਪਣੀ ਚੱਲਦੀ ਕਥਾ ਹੀ ਸ਼ੁਰੂ ਰੱਖੀ ਤੇ ਸ਼ਾਮ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਜਥੇ ਦੇ ਵਿਦਿਆਰਥੀਆਂ ਦੀ ਜੋ ਸੰਥਾ ਸ਼ੁਰੂ ਸੀ ਉਹੀ ਚੱਲਦੀ ਰਹੀ। 30 ਨੂੰ 63 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। 31 ਨੂੰ ਭਾਈ ਲਛਮਣ ਸਿੰਘ ਦੇ ਘਰ ਅਖੰਡ ਪਾਠ ਦਾ ਭੋਗ ਪਿਆ। ਆਏ ਮੁਖ ਵਾਕ ਦੀ ਕਥਾ ਕੀਤੀ। 56ਵਾਂ ਸਾਲ ਸੰਨ 1957 ਈਸਵੀ। ਜਥਾ ਮੁਕਤਸਰ ਤੇ ਮਲਕ 1 ਜਨਵਰੀ 1957 ਈਸਵੀ ਤੱਕ ਜਥਾ ਰੋਡੇ ਰਿਹਾ। ਸੰਤ ਕਿਰਪਾਲ ਸਿੰਘ ਜੀ, ਭਾਈ ਜੋਗਿੰਦਰ ਸਿੰਘ ਜੀ ਭਾਵ ਪਿਤਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਗਿਆਨੀ ਬਿਸ਼ਨ ਸਿੰਘ, ਭਾਈ ਭਗਵਾਨ ਸਿੰਘ, ਭਾਈ ਸ਼ਾਮ ਸਿੰਘ, ਭਾਈ ਬਲਵੰਤ ਸਿੰਘ, ਭਾਈ ਮਾਨ ਸਿੰਘ, ਭਾਈ ਲਛਮਣ ਸਿੰਘ ਤੇ ਹੋਰ ਨਗਰ ਦੇ ਸਿੰਘਾਂ ਨੇ ਬਹੁਤ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕੀਤੀ। ਘਰਾਂ 'ਚ ਲੰਗਰ ਕਰਵਾਏ, ਬਸਤਰ ਭੇਟ ਕੀਤੇ, ਜਥੇ ਦਾ ਸਤਿਕਾਰ ਕਰਦੇ ਰਹੇ। ਉਥੋਂ 1 ਜਨਵਰੀ ਸੁਬਾਹ ਦਾ ਦੀਵਾਨ ਕਰਕੇ ਜਥਾ ਛੋਟੇ ਲੰਗੇਆਣਾ ਪੁੱਜਾ। ਇਹ ਭਾਈ ਕਰਤਾਰ ਸਿੰਘ ਜੀ ਪ੍ਰੇਮੀ ਦਾ ਪਿੰਡ ਹੈ। ਪ੍ਰੇਮੀ ਜੀ ਤੇ ਉਸ ਦੇ ਭਰਾ ਪਿਆਰਾ ਸਿੰਘ ਨੇ ਪ੍ਰਬੰਧ ਕੀਤਾ ਤੇ ਸੇਵਾ ਸੰਭਾਲ ਕੀਤੀ। 4 ਜਨਵਰੀ ਤੱਕ ਦੋਨੋਂ ਵਕਤ ਕੀਰਤਨ ਹੁੰਦਾ ਤੇ ਸੰਗਤ ਜੁੜਦੀ। 1 ਹਫ਼ਤਾ ਪਿੰਡ ਸੇਖੇ ਜਥੇ ਦਾ ਕਥਾ ਕੀਰਤਨ ਹੁੰਦਾ ਰਿਹਾ। ਪ੍ਰਬੰਧ ਸੰਤਾਂ ਦੇ ਪੁਰਾਣੇ ਵਿਦਿਆਰਥੀ ਗਿਆਨੀ ਚੰਨਨ ਸਿੰਘ ਜੀ ਨੇ ਕੀਤਾ। 11 ਜਨਵਰੀ ਨੂੰ ਜਥਾ ਸ੍ਰੀ ਮੁਕਤਸਰ ਮਾਘੀ ਤੇ ਪੁੱਜਾ। ਪ੍ਰਬੰਧ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਕੀਤਾ ਜੋ ਉਸ ਵੇਲੇ ਪਟਵਾਰੀ ਦੀ ਨੌਕਰੀ ਕਰਦੇ ਸਨ। ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਜਿੰਨੀ ਤਨਖਾਹ ਲਈ ਸੀ ਸਾਰੀ ਸੇਵਾ ਤੇ ਲਾ ਦਿੱਤੀ। ਗਿਆਨੀ ਸਰੋਵਰ ਸਿੰਘ ਦੇ ਡੇਰੇ ਵਿੱਚ ਵੀ ਸਿੰਘਾਂ ਨੇ ਕਥਾ ਦੀ ਹਾਜ਼ਰੀ ਭਰੀ। ਗੁਰਦੁਆਰਿਆਂ ਦੇ ਦਰਸ਼ਨ ਕੀਤੇ। 15 ਜਨਵਰੀ ਨੂੰ ਜਥਾ ਚਾਲੇ ਪਾ ਕੇ ਪਿੰਡ ਮਲਕ ਪੁੱਜ ਗਿਆ। ਭਾਈ ਕਪੂਰ ਸਿੰਘ ਜੀ ਬਾਗਵਾਲੀ ਅਤੇ ਭਾਈ ਉਜਾਗਰ ਸਿੰਘ ਜੀ ਨੇ ਨਗਰ ਦੀ ਸੰਗਤ ਨਾਲ ਮਿਲ ਕੇ ਪ੍ਰਬੰਧ ਕੀਤਾ। ਕਥਾ ਗਿਆਨੀ ਵੀਰ ਸਿੰਘ ਜੀ ਅਤੇ ਗਿਆਨੀ ਕਪੂਰ ਸਿੰਘ ਜੀ ਬਰਾੜ ਕਰਦੇ ਰਹੇ। ਸੰਤ ਜੀ ਹਸਪਤਾਲ ਦੇ ਜਿਸ ਕਮਰੇ ਵਿੱਚ ਦਾਖਲ ਸਨ ਉਸ ਦਾ 16 ਰੁਪਏ ਰੋਜ਼ ਦਾ ਕਿਰਾਇਆ ਸੀ। 10 ਰੁਪਏ ਰੋਜ਼ ਡਾਕਟਰ ਦੇ ਤੇ ਦਵਾਈਆਂ ਦਾ ਖਰਚ ਵੱਖਰਾ ਸੀ। 10 ਰੁਪਏ ਹਰ ਰੋਜ਼ ਦੀ ਦੇਗ ਸ੍ਰੀ ਹਰਿਮੰਦਰ ਸਾਹਿਬ ਸੰਤਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਹੁੰਦੀ ਸੀ। 21 ਜਨਵਰੀ ਨੂੰ ਸੰਤਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਸੰਤ ਜੀ ਸ੍ਰੀ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਕਰਕੇ ਜਥੇ ਪਾਸ ਪਿੰਡ ਮਲਕ ਪੁੱਜ ਗਏ। ਸੰਤ ਜੀ ਕਦੇ ਕਦੇ ਹਸਪਤਾਲ ਜਾ ਕੇ ਵਿਖਾ ਆਉਂਦੇ ਰਹੇ। ਪਿੰਡ ਮਲਕ ਸੰਤਾਂ ਦੇ ਆਉਣ ਦੀ ਖੁਸ਼ੀ ਵਿੱਚ 3 ਸੰਪਟ ਸ੍ਰੀ ਅਖੰਡ ਪਾਠ 12 ਫਰਵਰੀ ਨੂੰ ਆਰੰਭ ਕੀਤੇ। ਇੱਕ ਸਾਰੇ ਜਥੇ ਵੱਲੋਂ, ਦੂਜਾ ਸਰਦਾਰ ਸੁੰਦਰ ਸਿੰਘ ਜੀ, ਮਾਈ ਝਾਈ ਹਰਿੰਦਰ ਕੌਰ ਵੱਲੋਂ, ਤੀਜਾ ਸਰਦਾਰ ਉਜਾਗਰ ਸਿੰਘ ਜੀ ਮਲਕ ਵੱਲੋਂ। ਸਿੰਘਾਂ ਦੇ ਵਸਤਰਾਂ ਦੀ ਸਿਲਵਾਈ ਕੀਤੀ ਗਈ। ਭਾਈ ਠਾਕੁਰ ਸਿੰਘ, ਭਾਈ ਦਇਆ ਸਿੰਘ, ਭਾਈ ਜਿਉਣ ਸਿੰਘ ਦਰਜੀਆਂ ਨੇ ਸਿਆਉਣ ਦੀ ਸੇਵਾ ਮੁਫਤ ਕੀਤੀ। ਢਿਲਵੀਂ ਕੋਟ ਕਪੂਰੇ ਦੇ ਨੇੜੇ ਪਿੰਡ ਢਿਲਵਾਂ ਸੋਢੀਆਂ ਦਾ ਹੈ। ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਦਸਮ ਪਾਤਸ਼ਾਹ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇੱਥੋਂ ਦੀ ਸੰਗਤ ਦੇ ਬਣਾਏ ਹੋਏ ਪ੍ਰੋਗਰਾਮ ਅਨੁਸਾਰ ਜਥਾ ਮਲਕ ਤੋਂ 24 ਫਰਵਰੀ ਨੂੰ ਢਿਲਵਾਂ ਪੁੱਜਾ। ਸਤਿਕਾਰਯੋਗ ਸੰਤ ਜੀ ਪਿੰਡਰੀ ਕੁਝ ਸਿੰਘਾਂ ਸਮੇਤ ਗਏ। ਇਹਨਾਂ ਦਿਨਾਂ 'ਚ ਜਥੇਦਾਰ ਕਪੂਰ ਸਿੰਘ ਸੁਧਾਰ ਵਾਲੇ ਪਿੰਡਰੀ ਸੇਵਾ ਕਰ ਰਹੇ ਸਨ। 28 ਨੂੰ 3 ਅਖੰਡ ਪਾਠਾਂ ਦੇ ਭੋਗ ਪਾ ਕੇ ਸੰਤ ਜੀ 1 ਮਾਰਚ ਨੂੰ ਸਿੰਘਾਂ ਸਮੇਤ ਢਿਲਵੀਂ ਆ ਗਏ। 11 ਨੂੰ ਕੌਲ ਸੋਢੀ ਦੀ ਬੰਸ ਦੇ ਘਰ ਇਤਿਹਾਸਿਕ ਸ਼ਾਸਤਰਾਂ ਦੇ ਦਰਸ਼ਨ ਕੀਤੇ। ਸਾਧ ਸੰਗਤ ਜੀ ਇੱਥੇ ਟੂਕ ਦਿੱਤੀ ਹੋਈ ਹੈ ਕਿ ਪਹਿਲੇ ਪਾਤਸ਼ਾਹ ਦੇ ਬਸਤਰ 1 ਚੋਲਾ, 1 ਗੋਦੜੀ, 1 ਪੁਸਤਕਾਂ ਵਾਲਾ ਝੋਲਾ, 3 ਗੋਮੁਖੀਆਂ, 1 ਸੇਲੀ ਟੋਪੀ, 1 ਟੋਪਾ, 1 ਮਾਲਾ, ਤਾੜ ਦੇ ਪੱਤਰੇ ਉੱਪਰ ਪੰਡਿਤ ਚਿਦ ਘਣਾਨੰਦ ਦੀ ਲਿਖੀ ਹੋਈ 18 ਅਧਿਆਏ ਵਾਲੀ ਗੀਤਾ। ਦਸਮ ਪਾਤਸ਼ਾਹ ਜੀ ਦੇ ਬਸਤਰ ਚਾਦਰਾਂ ਦਾ ਜੋੜਾ, 3 ਚੋਲੇ, 3 ਦਸਤਾਰੇ, 1 ਅੰਦਰਖਾ ਚੋਲਾ, ਜੁਰਾਬਾਂ ਦਾ ਜੋੜਾ ਜੋ ਕਿਸੇ ਮਾਤਾ ਨੇ ਭੇਟ ਕੀਤਾ ਸੀ, 2 ਕਟਾਰਾਂ, 1 ਪ੍ਰਿਥੀਏ ਦੀ ਦਸਤਾਰ ਜਹਾਂਗੀਰ ਵੱਲੋਂ ਭੇਟਾ। 14 ਮਾਰਚ ਸੰਗਰਾਂਦ ਦੇ ਮਹੀਨੇ ਚੇਤ ਦੀ ਕਥਾ ਗਿਆਨੀ ਕਿਰਪਾਲ ਸਿੰਘ ਜੀ ਨੇ ਕੀਤੀ। ਮਲਕ ਤੇ ਢਿਲਵਾਂ ਵਿੱਚ ਦੋਨੋਂ ਸਮੇਂ ਦੀ ਕਥਾ ਗਿਆਨੀ ਕਿਰਪਾਲ ਸਿੰਘ ਜੀ ਹੀ ਕਰਦੇ ਰਹੇ, ਕਿਉਂਕਿ ਸੰਤਾਂ ਦਾ ਸਰੀਰ ਉਂਝ ਭਾਵੇਂ ਠੀਕ ਸੀ, ਪਰ ਬਿਮਾਰੀ ਦੇ ਕਾਰਨ ਕਮਜ਼ੋਰ ਹੋਣ ਕਰਕੇ ਡਾਕਟਰਾਂ ਨੇ ਅਜੇ ਕਥਾ ਕਰਨ ਤੋਂ ਮਨਾ ਕੀਤਾ ਹੋਇਆ ਸੀ। ਪਟਿਆਲੇ 15 ਮਾਰਚ ਨੂੰ 20 ਸਿੰਘਾਂ ਦਾ ਜਥਾ ਸਰਦਾਰ ਤਰਲੋਕ ਸਿੰਘ ਮਾਤਾ ਰਛਪਾਲ ਕੌਰ ਦੇ ਘਰ ਪਟਿਆਲੇ ਪੁੱਜਾ। ਗਿਆਨੀ ਕਿਰਪਾਲ ਸਿੰਘ ਜੀ ਇਹਨਾਂ ਸਿੰਘਾਂ ਦੇ ਵਿੱਚ ਹੀ ਸੀ ਤੇ ਸੰਤਾਂ ਨੇ ਕਥਾ ਕਰਨ ਵਾਸਤੇ ਨਾਲ ਭੇਜਿਆ ਸੀ। 16 ਨੂੰ ਢਿਲਵੀਂ ਨਿਹੰਗ ਹਰੀ ਸਿੰਘ ਵੱਲੋਂ ਰਖਾਏ ਗਏ ਸੰਪਟ ਸ੍ਰੀ ਅਖੰਡ ਪਾਠ ਦਾ ਭੋਗ ਪਿਆ ਤੇ ਇੱਧਰ ਪਟਿਆਲੇ ਘੋੜ ਦੌੜ ਵਾਲੀ ਕੋਠੀ ਵਿੱਚ ਸਰਦਾਰ ਮਿਹਰ ਸਿੰਘ ਜੀ ਨਿਮਿਤ ਅਖੰਡ ਪਾਠ ਕੀਤਾ। ਸੰਤ ਜੀ ਢਿਲਵੀਂ ਹੀ ਰਹੇ। 27 ਨੂੰ ਖੂਨ ਦਾ ਦਬਾਅ ਵੱਧ ਜਾਣ ਕਰਕੇ ਸੰਤ ਜੀ ਅੰਮ੍ਰਿਤਸਰ ਡਾਕਟਰਾਂ ਨੂੰ ਦਿਖਾਉਣ ਹਿੱਤ ਹਸਪਤਾਲ ਪੁੱਜੇ। ਡਾਕਟਰਾਂ ਨੇ ਮੁਆਇਨਾ ਕਰਕੇ ਕਿਹਾ ਕਿ ਸਰੀਰ ਠੀਕ ਹੈ। ਸੰਤ ਜੀ 18 ਨੂੰ ਵਾਪਸ ਢਿਲਵੀਂ ਆ ਗਏ। ਸੇਵੇਵਾਲ 19 ਮਾਰਚ ਨੂੰ ਸਾਰਾ ਜਥਾ ਸੰਤਾਂ ਸਮੇਤ ਢਿਲਵਾਂ ਤੋਂ ਜੈਤੋ ਦੇ ਗੁਰਦੁਆਰਿਆਂ ਦੇ ਦਰਸ਼ਨ ਇਸ਼ਨਾਨ ਕਰਕੇ ਸ਼ਾਮ ਨੂੰ ਪਿੰਡ ਸੇਵੇਵਾਲ ਪੁੱਜਾ। ਇੱਥੇ 3 ਸ੍ਰੀ ਅਖੰਡ ਪਾਠ ਕਰਨ ਹਿੱਤ ਸਾਰੇ ਜਥੇ ਦਾ ਪ੍ਰਬੰਧ ਬੀਬੀ ਪੰਜਾਬ ਕੌਰ ਜੀ ਨੇ ਕੀਤਾ ਹੋਇਆ ਸੀ। ਇਹ ਬੀਬੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਸਤ ਸੰਗਣ ਅੰਮ੍ਰਿਤਧਾਰੀ ਰਹਿਤ ਚ ਤਿਆਰ ਬਰ ਤਿਆਰ ਨਾਮ ਬਾਣੀ ਦੀ ਰਸੀਆ, ਗੁਰਬਾਣੀ ਦੀ ਅਤ ਪ੍ਰੇਮਣ, ਚੰਗੇ ਕੱਦ ਕਾਠ ਵਾਲੀ, ਮਰਦਾਂ ਤੋਂ ਵੱਧ ਦਲੇਰ, ਨਿਡਰ ਤੇ ਰੋਹ ਬਦਾਬ ਵਾਲੀ ਭਜਨੀਕ ਸੀ। ਇਸ ਨੇ ਸ਼ਾਦੀ ਨਹੀਂ ਸੀ ਕਰਵਾਈ। ਘਰ ਵਾਲੀ ਜ਼ਮੀਨ ਦੀ ਮਾਲਕ ਸੀ। ਉਸ ਆਮਦਨ ਨਾਲ ਧਾਰਮਿਕ ਸਮਾਗਮ ਕਰਵਾਉਂਦੀ ਰਹਿੰਦੀ ਸੀ। ਇਸ ਨੇ ਆਪਣੇ ਹੀ ਖਰਚ ਨਾਲ ਸਾਰੇ ਜਥੇ ਨੂੰ ਰੱਖ ਕੇ 3 ਸ੍ਰੀ ਅਖੰਡ ਪਾਠ ਅਤੇ ਕਥਾ ਕੀਰਤਨ ਦਾ ਪ੍ਰਵਾਹ ਚਲਾਉਣ ਹਿੱਤ ਮਹਾਂਪੁਰਖਾਂ ਤੋਂ 10 ਦਿਨ ਦਾ ਸਮਾਂ ਲਿਆ ਹੋਇਆ ਸੀ। ਉਸ ਅਨੁਸਾਰ ਜਥਾ ਪੁੱਜ ਗਿਆ। 20 ਸਿੰਘਾਂ ਨੇ ਕੇਸ਼ੀ ਇਸ਼ਨਾਨ ਕੀਤੇ ਤੇ ਕੱਪੜੇ ਸਾਫ਼ ਕਰ ਲਏ। ਸ੍ਰੀ ਅਖੰਡ ਪਾਠ ਆਰੰਭ। 21 ਨੂੰ 3 ਅਖੰਡ ਪਾਠ ਆਰੰਭ ਕੀਤੇ ਗਏ, ਜਿਨ੍ਹਾਂ ਦਾ ਭੋਗ 23 ਨੂੰ ਪਿਆ। 28 ਦੀ ਸ਼ਾਮ ਤੱਕ 10 ਦਿਨ ਲਗਾਤਾਰ
ਕੀਰਤਨ ਅਤੇ ਕਥਾ ਦਾ ਅੰਮ੍ਰਿਤ ਪ੍ਰਵਾਹ ਚੱਲਦਾ ਰਿਹਾ। ਸੁਬਹ ਦੀ ਕਥਾ ਗਿਆਨੀ ਮੋਹਨ ਸਿੰਘ ਜੀ ਤੇ ਸ਼ਾਮ ਦੀ ਡਿਊਟੀ ਗਿਆਨੀ ਕਿਰਪਾਲ ਸਿੰਘ ਜੀ ਨਿਭਾਉਂਦੇ ਰਹੇ। ਕਿਉਂਕਿ ਮਹਾਂਪੁਰਖਾਂ ਦਾ ਸਰੀਰ ਪੂਰਨ ਅਰੋਗ ਨਾ ਹੋਣ ਕਰਕੇ ਅਜੇ ਕਥਾ ਕਰਨ ਤੋਂ ਡਾਕਟਰਾਂ ਨੇ ਰੋਕਿਆ ਹੋਇਆ ਸੀ। 25 ਤੋਂ 26 ਨੂੰ ਅੱਧੇ ਅੱਧੇ ਸਿੰਘ ਗੁਰਦੁਆਰਾ ਲੱਖੀ ਜੰਗਲ ਦੇ ਦਰਸ਼ਨ ਕਰਕੇ ਆਏ। ਇੱਥੇ ਫਰੀਦਕੋਟ ਵਾਲੀ ਕੰਵਰ ਰਾਣੀ ਬੀਬੀ ਜਗਦੀਸ਼ ਕੌਰ ਸੰਤਾਂ ਦੇ ਦਰਸ਼ਨ ਹਿਤ ਆਈ। ਦਰਸ਼ਨ ਕਰਕੇ ਅਤੇ ਰਸ ਭਿੰਨੇ ਬਚਨ ਸੁਣ ਕੇ ਬਹੁਤ ਪ੍ਰਭਾਵਿਤ ਹੋਈ ਅਤੇ ਪ੍ਰਸ਼ੰਸਾ ਕਰਦੀ ਗਈ। ਇਹਨਾਂ ਦਿਨਾਂ ਵਿੱਚ ਹੀ ਬੀਬੀ ਪੰਜਾਬ ਕੌਰ ਅਤੇ ਨਗਰ ਦੀ ਸੰਗਤ ਦੇ ਮੁਖੀ ਸਿੰਘਾਂ ਨੇ ਰਲ ਕੇ ਬੇਨਤੀ ਕੀਤੀ ਕਿ ਬੀਬੀ ਜੀ ਅਤੇ ਨਗਰ ਦੀ ਸੰਗਤ ਦਾ ਵਿਚਾਰ ਹੈ ਕਿ ਇੱਥੇ 101 ਅਖੰਡ ਪਾਠਾਂ ਦਾ ਪ੍ਰਵਾਹ ਚੱਲੇ, ਪਰ ਇਹ ਤਦ ਹੀ ਹੋ ਸਕਦਾ ਹੈ ਜੇਕਰ ਆਪ ਜੀ ਜਥੇ ਸਮੇਤ ਦਰਸ਼ਨ ਦੇ ਕੇ ਸੰਗਤਾਂ ਦੀ ਇਹ ਕਾਮਨਾ ਪੂਰੀ ਕਰੋ। ਬੀਬੀ ਜੀ ਅਤੇ ਸੰਗਤ ਦੇ ਅਤ ਪ੍ਰੇਮ ਤੇ ਸ਼ਰਧਾ ਵਿੱਚ ਭਿੱਜੇ ਨਿਮਰਤਾ ਸਹਿਤ ਬਚਨ ਸੁਣ ਕੇ ਸੰਤ ਜੀ ਮੰਨ ਗਏ ਤੇ ਕਹਿਣ ਲੱਗੇ ਕਿ ਪਿੰਡ ਧਨੌਲੇ ਇਸ ਸਾਲ 101 ਅਖੰਡ ਪਾਠਾਂ ਦੇ ਪ੍ਰਵਾਹ ਦਾ ਪ੍ਰੋਗਰਾਮ ਹੈ। ਅਗਲੇ ਸਾਲ 13 ਜਨਵਰੀ 1958 ਈਸਵੀ ਦੇ ਦਿਨ 101 ਅਖੰਡ ਪਾਠ ਆਰੰਭ ਕਰ ਦਿਆਂਗੇ। ਧਨੌਲੇ ਵਿਖੇ 101 ਸ੍ਰੀ ਅਖੰਡ ਪਾਠਾਂ ਦਾ ਅੰਮ੍ਰਿਤ ਪ੍ਰਵਾਹ 29 ਮਾਰਚ ਨੂੰ ਸੁਬਾਹ ਸੇਵੇਵਾਲ ਤੋਂ ਚੱਲ ਕੇ ਸ਼ਾਮ ਨੂੰ ਧਨੌਲੇ ਪੁੱਜੇ। ਜਦੋਂ ਸੰਤ ਜੀ ਸ੍ਰੀ ਅੰਮ੍ਰਿਤਸਰ ਵਿਖੇ ਬਿਮਾਰੀ ਦੇ ਦੌਰੇ ਕਾਰਨ ਹਸਪਤਾਲ ਵਿੱਚ ਦਾਖਲ ਸਨ ਤੇ ਬੇਹੋਸ਼ੀ ਦੀ ਹਾਲਤ ਵਿੱਚ ਸਨ, ਤਾਂ ਜਥੇ ਦੇ ਸਾਰੇ ਸਿੰਘਾਂ ਨੇ ਰਾਏ ਕਰਕੇ ਮੁਖੀ ਸਿੰਘਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਅਰਦਾਸ ਕਰਨ ਲਈ ਭੇਜਿਆ ਕਿ ਹੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਆਪ ਮਹਾਂਪੁਰਖਾਂ ਦੇ ਸਰੀਰ ਨੂੰ ਤੰਦਰੁਸਤੀਆਂ ਬਖਸ਼ੋ। ਸਾਰਾ ਜਥਾ ਆਪ ਜੀ ਦੇ ਸ਼ੁਕਰਾਨੇ ਵਜੋਂ 101 ਸ੍ਰੀ ਅਖੰਡ ਪਾਠ ਸਾਹਿਬ ਲਗਾਤਾਰ ਕਰੇਗਾ। ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਮਹਾਂਪੁਰਖ ਤੰਦਰੁਸਤ ਹੋ ਗਏ, ਪਰ 101 ਅਖੰਡ ਪਾਠਾਂ ਦਾ ਲਗਾਤਾਰ ਪ੍ਰਵਾਹ ਚਲਾਉਣ ਦਾ ਜਥੇ ਦੇ ਸਿੰਘਾਂ ਨੂੰ ਕੋਈ ਮੌਕਾ ਨਾ ਬਣਿਆ। ਧਨੌਲੇ ਆ ਕੇ ਸਿੰਘਾਂ ਨੇ ਇਸ ਅਰਦਾਸ ਬਾਰੇ ਸੰਗਤਾਂ ਨੂੰ ਦੱਸਿਆ ਤਾਂ ਸੰਗਤਾਂ ਨੇ ਇਸੇ ਪ੍ਰੋਗਰਾਮ ਵਿੱਚ ਹੀ 101 ਅਖੰਡ ਪਾਠ ਕਰਨ ਲਈ ਬੇਨਤੀ ਕੀਤੀ। ਹਰ ਪ੍ਰਕਾਰ ਦੇ ਖਰਚ ਅਤੇ ਸੇਵਾ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਇਸ ਕਾਰਜ ਦੀ ਪੂਰਤੀ ਲਈ ਸੰਗਤ ਨੇ ਸੰਤ ਜਗਤ ਸਿੰਘ ਜੀ ਨੂੰ ਜ਼ਿੰਮੇਵਾਰੀ ਸੌਂਪੀ। ਮਹੰਤ ਸੰਤ ਜਗਤ ਸਿੰਘ ਜੀ ਅਤੇ ਵੇਦਾਂਤ ਦੀ ਵਿਦਵਾਨ ਬੀਬੀ ਨਿਰੰਜਨ ਕੌਰ ਦੇ ਉਦਮ ਸਦਕਾ ਸੰਗਤ ਦੀ ਇੱਛਾ ਅਨੁਸਾਰ 1 ਅਪ੍ਰੈਲ ਨੂੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੁਰਤਾ ਗੱਦੀ ਗੁਰਪੁਰਬ ਦੇ ਦਿਨ ਸੰਤ ਜੀ ਨੇ ਅਰਦਾਸ ਕਰਕੇ 3 ਅਖੰਡ ਪਾਠ ਆਰੰਭ ਕੀਤੇ। ਅਗਲੇ ਦਿਨ ਮੱਧ ਲੱਗਾ ਤੇ 3 ਅਖੰਡ ਪਾਠ ਹੋਰ ਆਰੰਭ ਕਰ ਦਿੱਤੇ। 3 ਨੂੰ 3 ਅਖੰਡ ਪਾਠਾਂ ਦਾ ਭੋਗ, 3 ਦਾ ਮੱਧ ਤੇ 3 ਦਾ ਆਰੰਭ ਹੋਇਆ। ਇਹ ਪ੍ਰੋਗਰਾਮ ਹਰ ਰੋਜ਼ ਸਮਾਪਤੀ ਤੱਕ ਚੱਲਿਆ। ਅਖੰਡ ਪਾਠਾਂ ਤੋਂ ਇਲਾਵਾ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਵੀਂ ਵਿਖੇ ਜਿੱਥੇ ਇਹ ਅਖੰਡ ਪਾਠ ਹੋ ਰਹੇ ਸਨ, ਸੁਬਾਹ ਆਸਾ ਜੀ ਦੀ ਵਾਰ ਦਾ ਕੀਰਤਨ ਉਪਰੰਤ ਮੁੱਖ ਵਾਕ ਦੀ ਕਥਾ ਗਿਆਨੀ ਮੋਹਨ ਸਿੰਘ ਜੀ ਕਰਦੇ ਅਤੇ ਸ਼ਾਮ ਨੂੰ ਨਗਰ ਵਿੱਚ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਕੀਰਤਨ ਉਪਰੰਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹਰ ਰੋਜ਼ ਗਿਆਨੀ ਕਿਰਪਾਲ ਸਿੰਘ ਜੀ ਕਰਦੇ। ਸੰਤਾਂ ਦੀ ਸਿਹਤ ਉਂਝ ਠੀਕ ਸੀ, ਪਰ ਡਾਕਟਰਾਂ ਨੇ ਕਥਾ ਕਰਨ ਤੋਂ ਰੋਕਿਆ ਹੋਇਆ ਸੀ। 15 ਅਪ੍ਰੈਲ ਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ,
ਸ੍ਰੀ ਦਮਦਮਾ ਸਾਹਿਬ ਤੋਂ ਮੁੜਦਿਆਂ ਦਰਸ਼ਨ ਬਖਸ਼ੇ। ਆਪ ਦਾ ਸੰਤਾਂ ਨਾਲ ਬਹੁਤ ਸਨੇਹ ਸੀ ਤੇ ਇੱਕ ਦੂਜੇ ਨੂੰ ਮਿਲ ਕੇ ਪੰਥਕ ਵਿਚਾਰਾਂ ਕਰਕੇ ਤੇ ਪਰਮਾਰਥਕ ਬਚਨ ਵਿਲਾਸ ਕਰਕੇ ਬਹੁਤ ਪ੍ਰਸੰਨ ਹੁੰਦੇ ਸਨ। ਗਿਆਨੀ ਹਮੀਰ ਸਿੰਘ ਤੇ ਬੀਬੀ ਜੋਗਿੰਦਰ ਕੌਰ ਪ੍ਰਸਿੱਧ ਇਤਿਹਾਸਕਾਰ ਕਰਤਾ ਸ੍ਰੀ ਗੁਰੂ ਪੰਥ ਪ੍ਰਕਾਸ਼ ਤੇ ਗੁਰੂ ਖਾਲਸਾ ਤਵਾਰੀਖ ਗਿਆਨੀ ਗਿਆਨ ਸਿੰਘ ਜੀ ਦੇ ਉੱਤਰਾਧਿਕਾਰੀ ਗਿਆਨੀ ਹਮੀਰ ਸਿੰਘ ਜੀ ਧਨੌਲਾ, ਜੋ ਕਿ ਗਿਆਨੀ ਜੀ ਦੇ ਭਰਾ ਦੇ ਦੋਹਤਰੇ ਸਨ ਤੇ ਜਿਨ੍ਹਾਂ ਨੂੰ ਗਿਆਨੀ ਜੀ ਆਪਣੀ ਜਾਇਦਾਦ ਦਾ ਮਤਬੰਨਾ ਬਣਾ ਕੇ ਗਏ ਸਨ ਤੇ ਉਹਨਾਂ ਦੇ ਘਰੋਂ ਸੁਘੜ ਤੇ ਵਿਦਵਾਨ ਬੀਬੀ ਯੋਗਿੰਦਰ ਕੌਰ ਸੰਤਾਂ ਦੇ ਦਰਸ਼ਨ ਹਿਤ ਆਏ। ਸ੍ਰੀ ਅਖੰਡ ਪਾਠਾਂ ਦੇ ਭੋਗ ਦਾ ਸਮਾਗਮ 5, 6 ਤੇ 7 ਮਈ ਨੂੰ ਭਾਰੀ ਜੋੜ ਮੇਲਾ ਸਮਾਗਮ ਕਰਨ ਹਿਤ ਇਸ਼ਤਿਹਾਰ ਛਾਪ ਕੇ ਇਲਾਕੇ ਦੇ ਨਗਰਾਂ 'ਚ ਭੇਜੇ ਗਏ। ਪਹਿਲੇ ਦਿਨ ਬਹੁਤ ਭਾਰੀ ਜਲੂਸ ਨਿਕਲਿਆ। ਇਲਾਕੇ ਦੀਆਂ ਸੰਗਤਾਂ ਦਾ ਭਾਰੀ ਇਕੱਠ ਹੋਇਆ। 7 ਮਈ ਨੂੰ 103, 104 ਤੇ 105ਵੇਂ 3 ਅਖੰਡ ਪਾਠਾਂ ਦੇ ਭੋਗ ਪਏ। ਕਥਾ ਬਾਹਰ ਪੰਡਾਲ ਵਿੱਚ ਹੋਈ। ਮਹਾਪੁਰਸ਼ਾਂ ਤੇ ਗੁਣੀਆਂ ਨੇ ਗੁਰਮਤਿ ਤੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਤੇ ਮਾਸਟਰ ਤਾਰਾ ਸਿੰਘ ਜੀ ਵੀ ਆਏ ਤੇ ਭਾਸ਼ਣ ਦਿੱਤਾ। ਸੰਤਾਂ ਦੇ ਨਾਲ ਇਕੱਲਿਆਂ ਵੀ ਪੰਥਕ ਮਾਮਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਤੇ ਸੰਤਾਂ ਵੱਲੋਂ ਦਿੱਤੇ ਸੁਝਾਵਾਂ ਤੇ ਅਮਲ ਕਰਨ ਦਾ ਭਰੋਸਾ ਦਿਵਾਇਆ। ਬਾਹਰ ਵਾਲੇ ਪੰਡਾਲ ਵਿੱਚ 6 ਤੇ 7 ਨੂੰ ਕਥਾ ਸੰਤ ਇੰਦਰ ਸਿੰਘ ਜੀ ਨੇ ਕੀਤੀ, ਪਰ ਸੰਗਤਾਂ ਦੇ ਜ਼ੋਰ ਦੇਣ ਤੇ 7 ਨੂੰ ਕਥਾ ਤੋਂ ਬਾਅਦ ਸਿਹਤ ਕਮਜ਼ੋਰ ਹੋਣ ਦੇ ਬਾਵਜੂਦ 10 ਕੁ ਮਿੰਟ ਸੰਤ ਜੀ ਨੇ ਆਪਣੀ ਰਸਨਾ ਤੋਂ ਬੜੇ ਹੀ ਵੈਰਾਗ ਪੂਰਨ ਤੇ ਰਸਮਈ ਮਨੋਹਰ ਅੰਮ੍ਰਿਤ ਬਚਨ ਸੁਣਾਏ, ਜਿਨ੍ਹਾਂ ਨੂੰ ਸੁਣ ਕੇ ਸੰਗਤਾਂ ਗਦ-ਗਦ ਹੋ ਗਈਆਂ ਤੇ ਬਹੁਤ ਹੀ ਆਨੰਦ ਬੱਝਾ। 6 ਤੇ 7 ਨੂੰ ਸਾਰਾ ਦਿਨ ਦੀਵਾਨ ਚੱਲਦੇ ਰਹੇ। ਕੀਰਤਨ ਤੇ ਕਥਾ ਤੋਂ ਇਲਾਵਾ ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ ਤੇ ਲੀਡਰਾਂ ਨੇ ਆਪੋ ਆਪਣੇ ਢੰਗ ਨਾਲ ਇਲਾਕੇ ਦੀਆਂ ਸੰਗਤਾਂ ਨੂੰ ਪ੍ਰਸੰਨ ਕੀਤਾ। ਸ਼ਾਮ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ। 110 ਪ੍ਰਾਣੀ ਮਾਈ ਭਾਈ ਅੰਮ੍ਰਿਤ ਪਾਨ ਕਰਕੇ ਗੁਰੂ ਕੇ ਜਹਾਜ਼ੇ ਚੜ੍ਹੇ। ਸਰੋਵਰ ਦਾ ਨੀਂਹ ਪੱਥਰ 8 ਮਈ ਨੂੰ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਵੀਂ ਵਿਖੇ ਨਵੇਂ ਸਰੋਵਰ ਦਾ ਨੀਂਹ ਪੱਥਰ ਸੰਤਾਂ ਦੀ ਅਰਦਾਸ ਪਿੱਛੋਂ 5 ਪਿਆਰਿਆਂ ਨੇ ਰੱਖਿਆ। 5 ਪਿਆਰੇ ਸਨ। ਪਹਿਲੇ ਸਥਾਨ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਦੂਸਰੇ ਸੰਤ ਇੰਦਰ ਸਿੰਘ ਜੀ, ਤੀਸਰੇ ਸੰਤ ਕਿਸ਼ਨ ਸਿੰਘ ਜੀ ਮਸਤੂਆਣਾ, ਚੌਥੇ ਸੰਤ ਜਗਤ ਸਿੰਘ ਜੀ ਅਤੇ ਪੰਜਵੇਂ ਗਿਆਨੀ ਕਿਰਪਾਲ ਸਿੰਘ ਜੀ। 8 ਨੂੰ 15 ਸਿੰਘ ਸਮਾਨ ਟਰੱਕ ਤੇ ਲੱਦ ਕੇ ਨਾਭਾ ਸਾਹਿਬ ਪਹੁੰਚ ਗਏ। ਕੱਟੂ ਬਾਕੀ ਜੱਥਾ 8 ਨੂੰ ਸੰਤਾਂ ਸਮੇਤ ਦਾਨ ਸਿੰਘ ਵਾਲਾ ਵਿੱਚ ਦੀ ਪਿੰਡ ਕੱਟੂ ਜਾ ਪੁੱਜਾ। ਪ੍ਰਬੰਧ ਮਹੰਤ ਮਹਾ ਸਿੰਘ ਨੇ ਕੀਤਾ। ਆਪ ਕੱਟੂ ਵਾਲੇ ਮਹਾਨ ਵਿਦਵਾਨ ਤੇ ਸੰਪਰਦਾਈ ਗਿਆਨੀ ਭਜਨੀਕ ਮਹਾਪੁਰਸ਼ ਸੰਤ ਚੰਦਾ ਸਿੰਘ ਜੀ ਦੇ ਜਾਨਸ਼ੀਨ ਸਨ। 12 ਨੂੰ ਸੰਤਾਂ ਦੀ ਦੇਹ ਅਰੋਗਤਾ ਹਿਤ ਅਖੰਡ ਪਾਠ ਆਰੰਭ ਕਰਕੇ ਭੋਗ 14 ਨੂੰ ਪਾਇਆ। ਸੁਬਾ ਮਹਾਵਾਕ ਕੋਈ ਜਾਣੈ ਕਵਨ ਇਹਾ ਜਗ ਮੀਤ ਦੀ ਕਥਾ ਅਤੇ ਬਾਅਦ ਵਿੱਚ ਮਹੀਨੇ ਦੀ ਕਥਾ ਗਿਆਨੀ ਕਿਰਪਾਲ ਸਿੰਘ ਨੇ ਕੀਤੀ। 30 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਸੰਤ ਜੀ ਨਾਭਾ ਸਾਹਿਬ ਪੁੱਜ ਗਏ। ਜਥਾ ਕੱਟੂ ਹੀ ਰਿਹਾ। ਮੂਲੋਵਾਲ 15 ਨੂੰ ਕੱਟੂ ਤੋਂ ਮੂਲੋਵਾਲ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਪੁੱਜਾ। ਪ੍ਰਬੰਧ ਸੰਤ ਅਜੀਤ ਸਿੰਘ ਜੀ ਨੇ ਕੀਤਾ।
ਦੀਵਾਨ ਸੱਜਿਆ ਕੀਰਤਨ ਉਪਰੰਤ ਕਥਾ ਹੋਈ। ਬਾਅਦ ਵਿੱਚ ਜਥੇ ਨੇ ਮਿੱਠੇ ਖੂਹ ਦੇ ਦਰਸ਼ਨ ਕੀਤੇ, ਜਿਸ ਦਾ ਜਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਨਾਲ ਮਿੱਠਾ ਹੋਇਆ ਸੀ। ਨਾਭਾ ਸਾਹਿਬ 16 ਨੂੰ ਜਥਾ ਨਾਭਾ ਸਾਹਿਬ ਪੁੱਜ ਗਿਆ। ਇੱਥੇ ਗਿਆਨੀ ਮੋਹਨ ਸਿੰਘ ਜੀ ਕਥਾ ਕਰਦੇ ਰਹੇ। ਵਿੱਚ ਵਿੱਚ ਸੰਤ ਜੀ ਵੀ ਸਿਹਤ ਠੀਕ ਹੋਣ ਕਰਕੇ ਕਥਾ ਕਰਦੇ ਰਹੇ। 2 ਜੂਨ ਨੂੰ ਚੰਡੀਗੜ੍ਹ ਭਰੇ ਦੀਵਾਨ ਵਿੱਚ ਮੁੱਖ ਵਾਕ ਦੀ ਕਥਾ ਕੀਤੀ ਤੇ ਸ੍ਰੀ ਗੁਰੂ ਅਰਜੁਨ ਸਾਹਿਬ ਜੀ ਮਹਾਰਾਜ ਦਾ ਜੀਵਨ ਸੁਣਾਇਆ। ਸ਼ਾਮ ਨੂੰ ਵਾਪਸ ਨਾਭਾ ਸਾਹਿਬ ਆ ਕੇ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਚੋਂ ਸੁਣਾਈ। 3 ਨੂੰ 2 ਸਿੰਘਾਂ ਸਮੇਤ ਸੰਤ ਜੀ ਮੱਦੋ ਕੇ ਅੱਪੜੇ। 4 ਨੂੰ ਮਹੰਤ ਨਿੱਕਾ ਸਿੰਘ ਜੀ ਦੇ ਦੁਸਹਿਰੇ ਦੇ ਭੋਗ ਉਪਰੰਤ ਕਥਾ ਕੀਤੀ। ਗਿਆਨੀ ਵੀਰ ਸਿੰਘ ਜੀ ਨੂੰ ਮਹੰਤੀ ਦੀ ਦਸਤਾਰ ਦੇ ਕੇ ਸੰਤ ਜੀ ਬੀੜਾਂ ਦੇ ਮੰਗਲਾਂ ਸੰਬੰਧੀ ਮੀਟਿੰਗ 'ਚ ਭਾਗ ਲੈਣ ਹਿੱਤ ਸ੍ਰੀ ਅੰਮ੍ਰਿਤਸਰ ਗਏ। 6 ਜੂਨ ਨੂੰ ਸੰਤ ਜੀ ਵਾਪਸ ਨਾਭਾ ਸਾਹਿਬ ਆ ਗਏ। 10 ਜੂਨ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸਰੀਰ ਤਿਆਗਣ ਦੀ ਖਬਰ ਆਈ। 17 ਜੁਲਾਈ ਰਾਜਪੁਰੇ ਕੋਲ ਥੂਹੇ ਪਿੰਡ ਆ ਗਏ। ਪ੍ਰਬੰਧ ਮਹੰਤ ਸਾਉਣ ਸਿੰਘ ਨੇ ਕੀਤਾ। ਰਾਜਪੁਰੇ 23 ਜੁਲਾਈ ਥੂਹੇ ਤੋਂ ਰਾਜਪੁਰੇ ਗੁਰਦੁਆਰਾ ਮਹਿੰਦਰਗੰਜ ਪੁੱਜੇ। ਪ੍ਰਬੰਧ ਮਹੰਤ ਅਤੇ ਸੰਗਤ ਨੇ ਕੀਤਾ। ਸ਼ਾਮ ਦੀ ਕਥਾ ਗਿਆਨੀ ਕਿਰਪਾਲ ਸਿੰਘ ਕਰਦਾ ਰਿਹਾ। 26 ਨੂੰ ਸੰਤ ਜੀ 30 ਸਿੰਘਾਂ ਸਮੇਤ ਪਟਿਆਲੇ ਸਰਦਾਰ ਤਰਲੋਕ ਸਿੰਘ ਦੇ ਸਪੁੱਤਰ ਸਰਦਾਰ ਪ੍ਰੀਤਮ ਸਿੰਘ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 28 ਨੂੰ ਭੋਗ ਪਾ ਕੇ ਸ਼ਾਮ ਨੂੰ ਪਟਿਆਲੇ ਤੋਂ ਮੱਦੋਕੇ ਅਤੇ ਬਾਕੀ ਜਥਾ ਰਾਜਪੁਰੇ ਤੋਂ ਮੱਦੋਕੇ ਪੁੱਜਾ। ਪ੍ਰਬੰਧ ਗਿਆਨੀ ਵੀਰ ਸਿੰਘ ਨੇ ਕੀਤਾ। ਇੱਥੇ ਵੀ ਸੁਬਾਹ ਕਥਾ ਕੀਰਤਨ ਹੁੰਦਾ ਰਿਹਾ। ਸੰਤ ਕਦੇ ਕਦੇ 15 ਕੁ ਮਿੰਟ ਗੁਰਮਤਿ ਰੰਗੇ ਗੁਰਬਾਣੀ ਭਿੱਜੇ ਅੰਮ੍ਰਿਤ ਬਚਨ ਸੁਣਾਉਂਦੇ। ਸ਼ਾਮ ਇਤਿਹਾਸ ਦੀ ਕਥਾ ਗਿਆਨੀ ਕਪੂਰ ਸਿੰਘ ਜੀ ਬਰਾੜ ਕਰਦੇ। 31 ਜੁਲਾਈ 1 ਤੇ 2 ਅਗਸਤ ਨੂੰ ਸਾਲਾਨਾ ਜੋੜ ਮੇਲੇ ਸਮੇਂ ਸ਼ਬਦ ਦੀ ਕਥਾ ਗਿਆਨੀ ਕਿਰਪਾਲ ਸਿੰਘ ਕਰਦਾ ਰਿਹਾ। ਸਤਿਕਾਰਯੋਗ ਸੰਤ ਜੀ 10 ਮਿੰਟ ਹਰ ਰੋਜ਼ ਅੰਮ੍ਰਿਤ ਬਚਨਾਂ ਦੀ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ। 14 ਅਗਸਤ ਨੂੰ ਸੰਤ 2 ਸਿੰਘਾਂ ਸਮੇਤ ਅੰਮ੍ਰਿਤਸਰ ਨੂੰ ਗਏ। ਪਿੱਛੋਂ ਵੀ ਸ਼ਾਮ ਨੂੰ ਇਤਿਹਾਸ ਦੀ ਕਥਾ ਗਿਆਨੀ ਕਪੂਰ ਸਿੰਘ ਜੀ ਬਰਾੜ ਕਰਦੇ ਰਹੇ। 6 ਤੇ 7 ਨੂੰ ਦੋਨੋਂ ਸਮੇਂ ਦੇ ਦੀਵਾਨ ਢੁੱਡੀ ਕੇ ਪਿੰਡ ਸਜੇ। ਮੁਨਾਵੇਂ 9 ਨੂੰ ਮੁਨਾਵੇਂ ਨਗਰ ਪੁੱਜੇ। ਪ੍ਰਬੰਧ ਭਾਈ ਹਰਨਾਮ ਸਿੰਘ ਪਾਤਸ਼ਾਹ ਅਤੇ ਸੰਗਤਾਂ ਨੇ ਕੀਤਾ। 10 ਨੂੰ ਕਥਾ ਸਤਿਕਾਰਯੋਗ ਸੰਤ ਜੀ ਨੇ ਕੀਤੀ। ਅਸਚਰਜ ਕਥਾ, ਗੁਹਜ ਕਥਾ ਤੇ ਸਹਿਜ ਕਥਾ ਦਾ ਵਰਣਨ ਕੀਤਾ, ਜਿਹੜਾ ਕਿ ਵੇਦਾਂ ਤੇ ਪੁਰਾਣਾਂ ਵਿੱਚ ਵੀ ਨਹੀਂ ਹੈ। ਵਾਹਿਗੁਰੂ ਮਹਿਮਾ ਤੇ ਸਿਮਰਨ ਦੇ ਲਾਭ ਦਰਸਾਏ। 22 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਸੰਤਾਂ ਦੇ ਕਹਿਣ ਤੇ ਮੁਨਾਵਾਂ ਤੇ ਇਰਦ ਗਿਰਦ ਦੇ ਪਿੰਡਾਂ ਵਾਲਿਆਂ ਨੇ ਮੁਕੰਮਲ ਹੜਤਾਲ ਕੀਤੀ। ਹੜਤਾਲ ਕਾਰਨ ਸ਼ਾਮ ਦੇ ਦੀਵਾਨ ਵਿੱਚ ਇਲਾਕੇ ਦੀਆਂ ਸੰਗਤਾਂ ਦਾ ਭਾਰੀ ਇਕੱਠ ਹੋਇਆ। ਹੜਤਾਲ ਸੰਬੰਧੀ ਵਾਕਫੀਅਤ ਦੇਣ ਲਈ ਉਸ ਦਿਨ ਸ਼ਾਮ ਦੀ ਕਥਾ ਵੀ ਸੰਤਾਂ ਦੇ ਹੁਕਮ ਅਨੁਸਾਰ ਗਿਆਨੀ ਕਿਰਪਾਲ ਸਿੰਘ ਨੇ ਹੀ ਕੀਤੀ ਤੇ ਹੜਤਾਲ ਦਾ ਕਾਰਨ ਦੱਸਿਆ। 26 ਨੂੰ ਸੁਬਾਹ ਦੀ ਕਥਾ ਤੋਂ ਬਾਅਦ ਸੰਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਸੰਬੰਧੀ ਬਹੁਤ ਰਸ ਭਰੇ ਸ਼ਬਦਾਂ ਦੁਆਰਾ ਚਾਨਣਾ ਪਾਇਆ। 30 ਨੂੰ ਸੁਬਾਹ ਸੰਤਾਂ ਨੇ ਕਥਾ ਕੀਤੀ। ਸ਼ਾਮ ਨੂੰ ਸਾਰਾ ਜਥਾ ਗਗੜੇ ਪਿੰਡ ਪੁੱਜਾ। ਪ੍ਰਬੰਧ ਭਾਈ ਨਿਰਵੈਰ ਸਿੰਘ ਨੇ ਕੀਤਾ, ਜੋ
ਭਿੰਡਰਾਂ ਦਾ ਜੰਪਲ ਤੇ ਸੰਤਾਂ ਦਾ ਵਿਦਿਆਰਥੀ ਹੈ। ਸ਼ਾਮ ਨੂੰ ਮੁੱਖ ਵਾਕ ਦੀ ਕਥਾ ਸੰਤਾਂ ਨੇ ਬੜੇ ਵੈਰਾਗਮਈ ਰੰਗ 'ਚ ਕੀਤੀ, ਜਿਸ ਦਾ ਸੰਗਤਾਂ ਤੇ ਬਹੁਤ ਪ੍ਰਭਾਵ ਪਿਆ। 31 ਨੂੰ ਭਿੰਡਰੀ ਪੁੱਜੇ। 1 ਸਤੰਬਰ ਤੋਂ 4 ਸਤੰਬਰ ਤੱਕ ਅਖੰਡ ਪਾਠ ਚੱਲਦੇ ਰਹੇ। ਨਾਲ ਨਾਲ ਕਥਾ ਤੇ ਕੀਰਤਨ ਦਾ ਸੰਗਤਾਂ ਆਨੰਦ ਮਾਣਦੀਆਂ ਰਹੀਆਂ। 9, 10 ਤੇ 11 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਭਾਰੀ ਸਾਲਾਨਾ ਜੋੜ ਮੇਲਾ ਮਨਾਇਆ। 12 ਨੂੰ ਸੁਬਹ ਦੀ ਕਥਾ ਗਿਆਨੀ ਮੋਹਨ ਸਿੰਘ ਜੀ ਨੇ ਕੀਤੀ। 19 ਤੱਕ ਜਥਾ ਭਿੰਡਰੀ ਰਿਹਾ। 20 ਨੂੰ ਭਿੰਡਰਾਂ ਤੋਂ ਦੁਸਾਂਝ ਜਥਾ ਛੱਡ ਕੇ ਸੰਤ ਜੀ ਮੁਨਾਵੇਂ ਚਲੇ ਗਏ। ਅਗਲੇ ਦਿਨ ਭਾਈ ਕਾਨ ਸਿੰਘ ਦੀ ਲੜਕੀ ਦਾ ਆਨੰਦ ਕਾਰਜ ਗਿਆਨੀ ਮੋਹਨ ਸਿੰਘ ਜੀ ਰਾਜਗੜ੍ਹ ਵਾਲੇ ਨਾਲ ਗੁਰਮਤਿ ਮਰਜ਼ਾਦਾ ਅਨੁਸਾਰ ਕੀਤਾ। 21 ਤੋਂ 23 ਤੱਕ ਦੁਸਾਂਝ ਬਾਬਾ ਹਰਦਿੱਤ ਸਿੰਘ ਜੀ ਘਰ ਅਖੰਡ ਪਾਠ ਹੁੰਦਾ ਰਿਹਾ। ਤਿੰਨੇ ਦਿਨ ਹਰ ਪ੍ਰਕਾਰ ਦੀ ਸੇਵਾ ਉਹਨਾਂ ਦੇ ਪਰਿਵਾਰ ਨੇ ਕੀਤੀ। 24 ਸਤੰਬਰ ਤੋਂ 8 ਅਕਤੂਬਰ ਤੱਕ ਸ੍ਰੀ ਤਰਨਤਾਰਨ ਸਾਹਿਬ ਰਹੇ। ਵਿੱਚੋਂ 2 ਅਕਤੂਬਰ ਨੂੰ ਸ੍ਰੀ ਖਡੂਰ ਸਾਹਿਬ, ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਗੋਇੰਦਵਾਲ ਸਾਹਿਬ ਦੀ ਯਾਤਰਾ ਕਰਕੇ ਸ਼ਾਮ ਨੂੰ ਸ੍ਰੀ ਤਰਨਤਾਰਨ ਸਾਹਿਬ ਸਾਰਾ ਜਥਾ ਪੁੱਜਾ। 8 ਅਕਤੂਬਰ ਦੀ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਪਸ਼ੌਰੀਆਂ ਦੀ ਧਰਮਸ਼ਾਲਾ ਸਾਰੇ ਜਥੇ ਦਾ ਉਤਾਰਾ ਸੀ। 8 ਨੂੰ ਪਸ਼ੌਰੀਆਂ ਦੀ ਧਰਮਸ਼ਾਲਾ 6 ਅਖੰਡ ਪਾਠ ਆਰੰਭ ਕੀਤੇ। 5 ਸੰਤਾਂ ਦੀ ਦੇਹ ਅਰੋਗਤਾ ਲਈ ਅਤੇ 1 ਸਰਦਾਰ ਸੁੰਦਰ ਸਿੰਘ ਦੀ ਲੜਕੀ ਦੀ ਸ਼ਾਦੀ ਨਿਮਿਤ। 10 ਨੂੰ ਭੋਗ ਪਾਏ। ਸਰਦਾਰ ਸੁੰਦਰ ਸਿੰਘ ਜੀ ਦੀ ਲੜਕੀ ਦਾ ਆਨੰਦ ਕਾਰਜ ਕਰਵਾਇਆ। ਲੰਗਰ ਦਾ ਪ੍ਰਬੰਧ ਸਰਦਾਰ ਸੁੰਦਰ ਸਿੰਘ ਦੇ ਪਰਿਵਾਰ ਨੇ ਕੀਤਾ। ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ, ਇਸ਼ਨਾਨ ਅਤੇ ਕੀਰਤਨ ਸੁਣਨ ਦਾ ਪ੍ਰੋਗਰਾਮ ਸੀ। 17 ਅਕਤੂਬਰ ਨੂੰ ਸੰਤ ਅਮੀਰ ਸਿੰਘ ਜੀ ਦੀ ਬਰਸੀ ਸਮੇਂ ਮਹੀਨੇ ਦੀ ਕਥਾ ਸੰਤਾਂ ਨੇ ਡੇਰਾ ਗਲੀ ਸੱਤੋਵਾਲੀ ਵਿਖੇ ਭਰੇ ਦੀਵਾਨ 'ਚ ਕੀਤੀ ਤੇ ਸੰਤ ਅਮੀਰ ਸਿੰਘ ਜੀ ਦੇ ਵਿਦਵਾਨ ਨਿਮਰਤਾ ਭਰਪੂਰ ਜੀਵਨ ਤੇ ਚਾਨਣਾ ਪਾਇਆ। 25 ਨੂੰ ਪੁਰਾਣੇ ਭੂਰੇ ਪਿੰਡ ਪੁੱਜੇ। ਪ੍ਰਬੰਧ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਅਤੇ ਭਾਈ ਹਰਨਾਮ ਸਿੰਘ ਜੀ ਨੇ ਕੀਤਾ। 7 ਸ੍ਰੀ ਅਖੰਡ ਪਾਠ ਕੀਤੇ। 4 ਨਵੰਬਰ ਨੂੰ ਵੱਡੇ ਸਭਰਾਂ ਪੁੱਜੇ। ਪ੍ਰਬੰਧ ਭਾਈ ਦਇਆ ਸਿੰਘ ਤੇ ਬੂੜ ਸਿੰਘ ਨੇ ਕੀਤਾ। ਸੰਤ 20 ਸਿੰਘਾਂ ਸਮੇਤ ਸ੍ਰੀ ਅੰਮ੍ਰਿਤਸਰ ਡਾਕਟਰ ਨੂੰ ਵਿਖਾਉਣ ਚਲੇ ਗਏ। 17 ਨੂੰ ਅਵਤਾਰ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਮਿਤ 5 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ। ਕਥਾ ਕੀਰਤਨ ਵਖਿਆਨ ਹੋਏ। ਬੜੇ ਉਤਸ਼ਾਹ ਸਹਿਤ ਗੁਰਪੁਰਬ ਮਨਾਇਆ। ਰਾਮਗੜ੍ਹ ਇੱਥੇ 101 ਅਖੰਡ ਪਾਠ ਸੰਤ ਮੱਘਰ ਸਿੰਘ ਜੀ ਦੀ ਯਾਦ ਵਿੱਚ ਕਰਨ ਦਾ ਪ੍ਰੋਗਰਾਮ ਸੀ। ਉਸ ਅਨੁਸਾਰ 8 ਨਵੰਬਰ ਨੂੰ ਸਾਰਾ ਜਥਾ ਜਗਰਾਓਂ ਨੇੜੇ ਰਾਮਗੜ੍ਹ ਪੁੱਜਾ, ਜੋ ਨਗਰ ਸੰਤ ਮੱਘਰ ਸਿੰਘ ਜੀ ਦਾ ਜਨਮ ਨਗਰ ਹੈ। ਸੰਤ 3 ਸਿੰਘਾਂ ਸਮੇਤ ਅੰਮ੍ਰਿਤਸਰ ਡਾਕਟਰ ਨੂੰ ਸਿਹਤ ਵਿਖਾਉਣ ਗਏ। 9 ਨੂੰ 101 ਸ੍ਰੀ ਅਖੰਡ ਪਾਠਾਂ ਤੋਂ ਪਹਿਲਾਂ 3 ਸ੍ਰੀ ਅਖੰਡ ਪਾਠ ਆਰੰਭ ਕੀਤੇ। ਅਗਲੇ ਦਿਨ 10 ਨਵੰਬਰ ਨੂੰ ਇਹਨਾਂ 3 ਸ੍ਰੀ ਅਖੰਡ ਪਾਠਾਂ ਦਾ ਮੱਧ ਲੱਗਾ। 3 ਹੋਰ ਆਰੰਭ ਕਰ ਦਿੱਤੇ। 11 ਨੂੰ ਪਹਿਲੇ 3 ਦੇ ਭੋਗ ਪਾਏ। 3 ਦਾ ਮੱਧ ਲੱਗਾ ਤੇ 3 ਹੋਰ ਆਰੰਭ ਕਰ ਦਿੱਤੇ। ਫਿਰ 101 ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਤੱਕ ਇਹੋ ਸਿਲਸਿਲਾ ਜਾਰੀ ਰਿਹਾ। 11 ਨੂੰ ਸੰਤ ਵਾਪਸ ਰਾਮਗੜ੍ਹ ਆ ਗਏ। ਦੋਨੋਂ ਸਮੇਂ ਸੰਗਤਾਂ ਨੂੰ ਨਿਹਾਲ ਕਰਦੇ। 25 ਨੂੰ 2 ਸਿੰਘਾਂ ਸਮੇਤ ਸੰਤ ਜੀ ਫਿਰ ਅੰਮ੍ਰਿਤਸਰ ਡਾਕਟਰਾਂ ਨੂੰ ਸਰੀਰ ਦਿਖਾਉਣ ਚਲੇ ਗਏ। 26 ਨੂੰ ਵਾਪਸ ਆ ਗਏ। 3 ਦਸੰਬਰ ਨੂੰ
ਸੰਤ ਮੱਘਰ ਸਿੰਘ ਜੀ ਰਾਮਗੜ੍ਹ ਵਾਲਿਆਂ ਦੀ ਬਰਸੀ ਦੇ ਸਾਲਾਨਾ ਸਮਾਗਮ ਤੇ ਦੇਹੜ ਕੇ ਪਿੰਡ ਚਲੇ ਗਏ। 4 ਨੂੰ ਵਾਪਸ ਆ ਗਏ। 12, 13 ਤੇ 14 ਦਸੰਬਰ ਨੂੰ ਰਾਮਗੜ੍ਹ ਵਿਖੇ ਸਾਲਾਨਾ ਬਰਸੀ ਦਾ ਭਾਰੀ ਜੋੜ ਮੇਲਾ ਮਨਾਇਆ ਗਿਆ। 14 ਨੂੰ ਬਰਸੀ ਦਾ ਦਿਨ ਸੀ। ਇਲਾਕੇ ਦੀਆਂ ਸੰਗਤਾਂ ਦਾ ਬੇਸ਼ੁਮਾਰ ਇਕੱਠ ਸੀ। ਇਹ 3 ਦਿਨ ਹਰ ਸਾਲ ਸਾਲਾਨਾ ਜੋੜ ਮੇਲਾ ਹੁੰਦਾ ਰਿਹਾ ਹੈ, ਪਰ ਇਸ ਵਾਰ 101 ਸ੍ਰੀ ਅਖੰਡ ਪਾਠਾਂ ਦੇ ਪ੍ਰਵਾਹ ਤੇ ਸੰਤਾਂ ਦੇ ਦਰਸ਼ਨਾਂ ਸਦਕਾ ਇਹ ਸਮਾਗਮ ਪਿਛਲੇ ਸਾਰੇ ਸਮਾਗਮਾਂ ਤੇ ਵਧੇਰੇ ਖਿੱਚ ਪਾਊ ਸੀ। ਪਹਿਲਾਂ ਗਿਆਨੀ ਸ਼ੇਰ ਸਿੰਘ ਜੀ ਦੇ ਜਥੇ ਨੇ ਕੀਰਤਨ ਕੀਤਾ, ਫਿਰ 101 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਸੰਤਾਂ ਨੇ ਪ੍ਰੇਮ ਨਾਲ ਵੈਰਾਗ ਭਿੰਨੀ ਰਸਮਈ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਮੱਘਰ ਸਿੰਘ ਜੀ ਦੇ ਗੁਰਮੁਖ ਜੀਵਨ ਤੇ ਰੌਸ਼ਨੀ ਪਾਈ। 26 ਦੀ ਸ਼ਾਮ ਨੂੰ 3 ਸਿੰਘਾਂ ਸਮੇਤ ਸਰੀਰ ਡਾਕਟਰਾਂ ਨੂੰ ਦਿਖਾਉਣ ਲਈ ਸੰਤ ਜੀ ਅੰਮ੍ਰਿਤਸਰ ਗਏ। ਬਾਕੀ ਜਥਾ ਧਨੌਲੇ ਪੁੱਜਾ। ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨਗਰ ਦੀ ਸੰਗਤ ਤੇ ਸੰਤ ਜਗਤ ਸਿੰਘ ਜੀ ਨੇ ਜਥੇ ਦੀ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਕੀਤਾ। 17 ਨੂੰ ਸੰਤ ਜੀ ਨੇ ਅੰਮ੍ਰਿਤਸਰ ਤੋਂ ਪਟਿਆਲੇ ਸਰਦਾਰ ਉੱਤਮ ਸਿੰਘ ਦੀ ਕੋਠੀ ਤ੍ਰਿਕੁੜੀ ਬਸਤੀ ਵਿਖੇ ਉਤਾਰਾ ਕੀਤਾ। 18 ਨੂੰ ਸੰਤਾਂ ਨੇ ਗੁਰਦੁਆਰਾ ਦੂਖ ਨਿਵਾਰਨ ਵਿਖੇ ਸ਼ਬਦ ਦੀ ਰਸਮਈ ਕਥਾ ਕੀਤੀ। ਸ਼ਾਮ ਨੂੰ ਧਨੌਲੇ ਪੁੱਜੇ। ਸੰਗਤਾਂ 'ਚ ਬਹੁਤ ਉਤਸ਼ਾਹ ਸੀ। 20 ਨੂੰ ਧਨੌਲੇ ਸੁਬਾ ਸ਼ਬਦ ਦੀ ਕਥਾ ਸੰਤਾਂ ਨੇ ਕੀਤੀ। ਸੰਗਤਾਂ ਨੂੰ ਬਹੁਤ ਰਸ ਆਇਆ। ਸੰਤ ਜਗਤ ਸਿੰਘ ਜੀ ਤੇ ਨਗਰ ਦੀ ਸੰਗਤ ਵੱਲੋਂ ਸੰਤ ਜਵਾਲਾ ਸਿੰਘ ਜੀ ਨਿਮਿਤ ਅਖੰਡ ਪਾਠ ਆਰੰਭ ਕਰਵਾਏ। ਇੱਕ ਅਖੰਡ ਪਾਠ ਹਰ ਰੋਜ਼ ਆਰੰਭ ਹੁੰਦਾ। ਜਥੇ ਦੇ ਸਿੰਘ ਅਖੰਡ ਪਾਠਾਂ ਦੀ ਫਰੀ ਸੇਵਾ ਕਰਦੇ। ਸੰਤਾਂ ਦਾ ਸਰੀਰ ਢਿੱਲਾ ਹੋਣ ਕਰਕੇ ਡਾਕਟਰਾਂ ਨੇ ਕਥਾ ਕਰਨ ਤੋਂ ਮਨਾ ਕੀਤਾ ਹੋਇਆ ਸੀ। ਇਸ ਲਈ ਸੁਬਾ ਸ਼ਬਦ ਦੀ ਕਥਾ ਗਿਆਨੀ ਮੋਹਨ ਸਿੰਘ ਜੀ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਕਰਦੇ ਅਤੇ ਸ਼ਾਮ ਨੂੰ ਪਿੰਡ ਵਿੱਚ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਗਿਆਨੀ ਕਿਰਪਾਲ ਸਿੰਘ ਕਰਦੇ। 57ਵਾਂ ਸਾਲ ਸੰਨ 1958 ਈਸਵੀ ਪਿੰਡ ਕੱਟੂ ਤੇ ਸੇਵੇਵਾਲ। 4 ਜਨਵਰੀ ਨੂੰ ਪਿੰਡ ਕੱਟੂ 30 ਸਿੰਘਾਂ ਸਮੇਤ ਸੰਤ ਜੀ ਗਏ। 2 ਅਖੰਡ ਪਾਠ ਕੀਤੇ ਤੇ ਉੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਸੰਤ ਜੀ ਨੇ ਰਸ ਨਾਲ ਕੀਤੀ। 6 ਨੂੰ ਧਨੌਲੇ ਆ ਗਏ। ਪਿੰਡ ਸੇਵੇਵਾਲ 101 ਅਖੰਡ ਪਾਠ ਆਰੰਭ ਕਰਨ ਲਈ ਤਿਆਰੀ ਵਾਸਤੇ 11 ਜਨਵਰੀ ਨੂੰ 20 ਸਿੰਘ ਸੇਵੇਵਾਲ ਭੇਜੇ। 12 ਨੂੰ ਜਗ੍ਹਾ ਸਾਫ਼ ਕੀਤੀ, ਤੰਬੂ ਲਾਏ ਤੇ ਛੰਨਾ ਬਣਵਾਈਆਂ। ਜੈਤੋ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਲਿਆਂਦੀਆਂ। 13 ਨੂੰ ਧਨੌਲੇ ਅਖੰਡ ਪਾਠਾਂ ਦਾ ਭੋਗ ਪਾਇਆ। ਸਾਰਾ ਦਿਨ ਦੀਵਾਨ ਚੱਲਦਾ ਰਿਹਾ। ਸੰਤ ਜੀ ਨੇ ਮਹੀਨੇ ਦੀ ਕਥਾ ਕੀਤੀ। ਸੰਗਤਾਂ ਬਹੁਤ ਪ੍ਰਸੰਨ ਹੋਈਆਂ। ਮਸਤੂਆਣੇ ਵਾਲੇ ਤੇਜਾ ਸਿੰਘ ਰਾਗੀ ਨੇ ਕੀਰਤਨ ਕੀਤਾ। 2 ਵਜੇ ਅੰਮ੍ਰਿਤ ਸੰਚਾਰ ਹੋਇਆ। 77 ਪ੍ਰਾਣੀ ਅੰਮ੍ਰਿਤ ਪਾਨ ਕਰਕੇ ਗੁਰੂ ਕੇ ਜਹਾਜ਼ੇ ਚੜੇ। 14 ਨੂੰ ਸੰਤ ਜੀ 2 ਸਿੰਘਾਂ ਸਮੇਤ ਅੰਮ੍ਰਿਤਸਰ ਨੂੰ ਗਏ। ਬਾਕੀ ਜਥਾ ਚਾਲੇ ਪਾ ਕੇ ਸ਼ਾਮ ਨੂੰ ਪਿੰਡ ਸੇਵੇਵਾਲ ਪੁੱਜਾ। ਪਿੰਡ ਸੇਵੇਵਾਲ 101 ਅਖੰਡ ਪਾਠਾਂ ਦਾ ਪ੍ਰਵਾਹ। ਜੈਤੋ ਤੋਂ ਬਠਿੰਡੇ ਨੂੰ ਜਾਂਦੀ ਰੇਲਵੇ ਲਾਈਨ ਦੇ ਨਾਲ ਹੀ ਖੱਬੇ ਪਾਸੇ ਪਿੰਡ ਸੇਵੇਵਾਲ ਹੈ। ਇੱਥੋਂ ਦੀ ਬੀਬੀ ਪੰਜਾਬ ਕੌਰ ਬੜੀ ਭਜਨੀਕ, ਰਹਿਤ 'ਚ ਤਿਆਰ ਬਰ ਤਿਆਰ, ਮਰਦਾਂ ਵਰਗੇ ਹੌਸਲੇ ਵਾਲੀ ਬੀਬੀ ਹੈ, ਜੋ ਪਹਿਲਾਂ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ
ਸੰਗਤ ਕਰਕੇ ਗੁਰਸਿੱਖੀ ਦੇ ਮਾਰਗ ਦੀ ਧਾਰਨੀ ਬਣੀ। ਪਿਛਲੇ ਸਾਲ 21 ਮਾਰਚ 1957 ਈਸਵੀ ਤੋਂ 29 ਮਾਰਚ ਦੇ ਸੁਬਾਹ ਤੱਕ ਦੇ ਪ੍ਰੋਗਰਾਮ ਸਮੇਂ ਹੀ ਬੀਬੀ ਜੀ ਅਤੇ ਸੰਗਤ ਨੇ 101 ਅਖੰਡ ਪਾਠਾਂ ਦਾ ਪ੍ਰਵਾਹ ਚਲਾਉਣ ਹਿੱਤ ਜਥੇ ਸਮੇਤ ਆ ਕੇ ਇਹ ਕਾਰਜ ਆਪਣੀ ਨਿਗਰਾਨੀ 'ਚ ਕਰਵਾਉਣ ਲਈ ਸੰਤਾਂ ਨੂੰ ਮੰਨਵਾ ਲਿਆ ਸੀ। ਉਸੇ ਹੀ ਪ੍ਰੋਗਰਾਮ ਅਨੁਸਾਰ 13 ਜਨਵਰੀ 1958 ਈਸਵੀ ਦਿਨ ਸੋਮਵਾਰ ਨੂੰ ਪਹਿਲਾ ਅਖੰਡ ਪਾਠ ਆਰੰਭ ਹੋ ਗਿਆ। 15 ਜਨਵਰੀ ਤੋਂ 3 ਅਖੰਡ ਪਾਠ ਆਰੰਭ ਕਰ ਦਿੱਤੇ ਗਏ। 16 ਨੂੰ ਹੋਰ 3 ਸ਼ੁਰੂ ਕਰ ਦਿੱਤੇ। ਇਉਂ 17 ਤੋਂ ਹਰ ਰੋਜ਼ 3 ਅਖੰਡ ਪਾਠਾਂ ਦੇ ਭੋਗ ਪੈਂਦੇ ਤੇ ਮੱਧ ਲੱਗਦੇ ਤੇ 3 ਆਰੰਭ ਕਰ ਦਿੱਤੇ ਜਾਂਦੇ। ਨਾਲ ਹੀ ਦੋਨੋਂ ਟਾਈਮ ਕੀਰਤਨ ਤੇ ਕਥਾ ਦਾ ਆਨੰਦ ਵੀ ਸੰਗਤਾਂ ਮਾਣਦੀਆਂ। ਸੰਤਾਂ ਦਾ ਸਰੀਰ ਅਜੇ ਪੂਰਨ ਅਰੋਗ ਨਾ ਹੋਣ ਕਾਰਨ ਡਾਕਟਰਾਂ ਨੇ ਕਥਾ ਕਰਨ ਤੋਂ ਮਨਾ ਕੀਤਾ ਹੋਇਆ ਸੀ। ਇੱਥੇ ਸਵੇਰੇ ਕਥਾ ਗਿਆਨੀ ਮੋਹਨ ਸਿੰਘ ਜੀ ਅਤੇ ਸ਼ਾਮ ਨੂੰ ਗਿਆਨੀ ਕਿਰਪਾਲ ਸਿੰਘ ਜੀ ਕਰਦੇ। 10 ਤੋਂ 15 ਮਿੰਟ ਸੰਤ ਜੀ ਅੰਮ੍ਰਿਤ ਬਚਨ ਕਰਦੇ। ਜਿੱਥੇ ਨਗਰ ਦੀ ਸੰਗਤ ਭਾਰੀ ਗਿਣਤੀ ਵਿੱਚ ਜੁੜਦੀ, ਉੱਥੇ ਇਲਾਕੇ ਦੀਆਂ ਸੰਗਤਾਂ ਵੀ ਕਾਫੀ ਗਿਣਤੀ ਵਿੱਚ ਅੱਪੜਦੀਆਂ, ਜਿਸ ਕਰਕੇ ਨਗਰ ਵਿੱਚ ਰੌਣਕਾਂ ਲੱਗੀਆਂ ਰਹੀਆਂ। 20 ਫਰਵਰੀ ਨੂੰ ਭਾਰੀ ਨਗਰ ਕੀਰਤਨ ਹੋਇਆ। ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਜੇ ਹੋਏ ਸਨ। ਕੀਰਤਨ ਤੇ ਲੈਕਚਰਾਂ ਦੇ ਨਾਲ ਨਾਲ ਗੱਤਕੇ ਬਾਜੀ ਦੇ ਕਰਤੱਵ ਵੀ ਸਿੰਘ ਵਿਖਾਉਂਦੇ ਜਾਂਦੇ ਸਨ। ਸ਼ਾਮ ਨੂੰ ਜਲੂਸ ਗੁਰਦੁਆਰੇ ਪੁੱਜਾ। ਰਾਤ ਦੇ 12 ਵਜੇ ਤੱਕ ਦੀਵਾਨ ਸਜਿਆ ਰਿਹਾ। 21 ਫਰਵਰੀ ਵਾਲੇ ਦਿਨ ਸੌਵੇਂ ਤੇ 101ਵੇਂ ਅਖੰਡ ਪਾਠ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਆਏ ਮਹਾਵਾਕ ਦੀ ਸੰਤਾਂ ਨੇ ਬੜੀ ਹੀ ਆਨੰਦਮਈ ਕਥਾ ਸੁਣਾਈ, ਜਿਸ ਨੂੰ ਸੁਣ ਕੇ ਸੰਗਤਾਂ ਗਦ-ਗਦ ਹੋ ਗਈਆਂ। ਸੰਤ ਬਾਬਾ ਇੰਦਰ ਸਿੰਘ ਜੀ, ਸੰਤ ਅਜੈਬ ਸਿੰਘ ਜੀ ਨੇ ਵੀ ਭਾਸ਼ਣ ਦਿੱਤੇ। ਰਾਗੀਆਂ ਤੇ ਢਾਡੀਆਂ ਦੇ ਬਹੁਤ ਜਥੇ ਆਏ ਹੋਏ ਸਨ। ਸਾਰਾ ਦਿਨ ਹੀ ਦੀਵਾਨ ਸਜਿਆ ਰਿਹਾ। ਸ਼ਾਮ ਨੂੰ ਅੰਮ੍ਰਿਤ ਸੰਚਾਰ ਹੋਇਆ। 84 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। 22 ਫਰਵਰੀ ਨੂੰ ਫਿਰ 28 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। ਇਹਨਾਂ ਅਖੰਡ ਪਾਠਾਂ ਦੇ ਪ੍ਰਵਾਹ ਚਲਾਉਣ ਦਾ ਵਧੇਰੇ ਖਰਚ ਆਰੰਭ ਵਿੱਚ ਬੀਬੀ ਪੰਜਾਬ ਕੌਰ ਜੀ ਨੇ ਕੀਤਾ। ਹੱਥੀਂ ਸੇਵਾ ਹੱਦੋਂ ਵੱਧ ਕੀਤੀ। ਬੀਬੀ ਜੀ ਦੀਆਂ 7 ਸੰਗਣ ਬੀਬੀਆਂ ਤੇ ਹੋਰ ਪ੍ਰੇਮੀਆਂ ਦੀ ਸੇਵਾ ਵੀ ਸ਼ਲਾਘਾਯੋਗ ਸੀ। ਬਾਅਦ ਵਿੱਚ ਨਗਰ ਨਿਵਾਸੀਆਂ ਨੇ ਵੀ ਤਨ, ਮਨ ਤੇ ਧਨ ਨਾਲ ਸੇਵਾ ਵਿੱਚ ਪੂਰਾ ਹਿੱਸਾ ਪਾਇਆ। ਇਸ ਸਮਾਗਮ ਨਾਲ ਇਲਾਕੇ ਵਿੱਚ ਸਿੱਖੀ ਪ੍ਰਚਾਰ 'ਚ ਭਾਰੀ ਵਾਧਾ ਹੋਇਆ। ਨੌਜਵਾਨ ਨਸ਼ਿਆਂ ਵੱਲੋਂ ਹਟ ਕੇ ਅੰਮ੍ਰਿਤ ਛਕਣ ਲਈ ਤਿਆਰ ਹੋਣ ਲੱਗੇ, ਜਿਨ੍ਹਾਂ 'ਚੋਂ ਕਾਫੀਆਂ ਨੇ ਅੰਮ੍ਰਿਤ ਪਾਨ ਕਰ ਲਿਆ। ਬਾਬਾ ਧੰਨਾ ਸਿੰਘ ਜੀ ਦਾ ਦੁਖਦਾਈ ਦੇਹਾਂਤ ਪਿੰਡ ਨੱਥੋਵਾਲ, ਜ਼ਿਲ੍ਹਾ ਲੁਧਿਆਣਾ ਦੇ ਬਜ਼ੁਰਗ ਬਾਬਾ ਧੰਨਾ ਸਿੰਘ ਜੀ ਫੌਜ 'ਚੋਂ ਪੈਨਸ਼ਨ ਆਏ ਹੋਏ ਸਨ। ਨੌਕਰੀ ਕਰਨ ਸਮੇਂ ਜਦ ਛੁੱਟੀ ਆਉਂਦੇ ਤਾਂ ਵੱਡੇ ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਦਰਸ਼ਨਾਂ ਨੂੰ ਆਉਂਦੇ। ਕੁਝ ਦਿਨ ਸੰਗਤ ਕਰਦੇ, ਕਥਾ ਦਾ ਆਨੰਦ ਮਾਣਦੇ ਤੇ ਵਾਪਸ ਫੌਜ ਵਿੱਚ ਚਲੇ ਜਾਂਦੇ। ਜਦ ਆਪ ਪੈਨਸ਼ਨ ਲੈ ਕੇ ਪਿੰਡ ਆ ਗਏ ਤਾਂ ਘਰ ਦੇ ਪਰਿਵਾਰ ਨੂੰ ਸਿੱਖੀ ਸਿਦਕ ਵਿੱਚ ਦ੍ਰਿੜ ਰਹਿਣ ਦਾ ਉਪਦੇਸ਼ ਦੇ ਕੇ ਆਪ ਸੰਤਾਂ ਦੇ ਜਥੇ ਵਿੱਚ ਹੀ ਪੱਕੇ ਤੌਰ ਤੇ ਰਹਿਣ ਲੱਗ ਪਏ। ਵੱਡੇ ਸੰਤਾਂ ਦੇ ਸਰੀਰ ਤਿਆਗਣ ਤੋਂ ਬਾਅਦ
ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੇ ਜਥੇ ਵਿੱਚ ਸ਼ਾਮਲ ਹੋ ਗਏ। ਜਥੇ ਵਿੱਚ ਰਹਿੰਦਿਆਂ ਉਮਰ ਵਡੇਰੀ ਹੋਣ ਦੇ ਬਾਵਜੂਦ ਵੀ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਨਾ, ਸਿਮਰਨ ਵਿੱਚ ਜੁੜਨਾ, ਕੀਰਤਨ ਅਤੇ ਕਥਾ ਸੁਣਨ ਉਪਰੰਤ ਵੱਡਾ ਸੁੰਦਰ ਗੁਟਕਾ ਲੈ ਕੇ ਸਾਰੀਆਂ ਬਾਣੀਆਂ ਦਾ ਗੁਟਕੇ ਤੋਂ ਪਾਠ ਕਰਨਾ, ਲੰਗਰ ਦੇ ਝੂਠੇ ਭਾਂਡੇ ਮਾਂਜਣੇ ਤੇ ਜਿਸ ਪੜਾਅ ਤੇ ਜਾਣਾ ਤੇ ਖਾਸ ਕਰਕੇ ਪਿੰਡਰੀ ਜਥੇ ਦੇ ਰਹਿਣ ਸਮੇਂ ਭੱਜੇ ਟੁੱਟੇ ਮੰਜਿਆਂ ਦੀ ਮੁਰੰਮਤ ਕਰਾਉਣੀ, ਪੁਰਾਣਾ ਵਾਣ ਉਧੇੜ ਕੇ ਉਸ ਨੂੰ ਗੰਢ ਕੇ ਠੀਕ ਕਰਦੇ ਜਾਂ ਨਵਾਂ ਵਾਣ ਮੰਗਵਾ ਕੇ ਸਾਰੀ ਦੁਪਹਿਰ ਮੰਜੇ ਉਣਦੇ ਰਹਿਣਾ, ਜਦੋਂ ਕਿ ਬਹੁਤੇ ਸਿੰਘ ਆਰਾਮ ਕਰਦੇ ਹੁੰਦੇ ਸਨ। ਬਾਬਾ ਜੀ ਦੇ ਅੰਦਰ ਉਦਮ ਨੌਜਵਾਨਾਂ ਵਰਗਾ ਸੀ। ਸਿਹਤ ਚੰਗੀ, ਚਿਹਰੇ ਤੇ ਲਾਲੀਆਂ ਭਖਦੀਆਂ ਸਨ। ਸੰਤਾਂ ਉੱਪਰ ਅਥਾਹ ਸ਼ਰਧਾ ਸੀ। ਆਪਣੀ ਪੈਨਸ਼ਨ ਦੇ ਪੈਸੇ ਲਿਆ ਕੇ ਸੰਤਾਂ ਦੀ ਭੇਟ ਕਰ ਦਿੰਦੇ। ਬਾਬਾ ਜੀ ਦਾ ਇੱਕ ਲੜਕਾ ਭਾਈ ਗੁਲਜ਼ਾਰਾ ਸਿੰਘ ਭੋਪਾ ਰਾਏ ਰਹਿ ਕੇ ਜਥੇਦਾਰ ਗੁਰਦਿਆਲ ਸਿੰਘ ਜੀ ਪਾਸੋਂ ਗੁਰਮਤਿ ਵਿਦਿਆ ਪੜ੍ਹਦਾ ਰਿਹਾ, ਜੋ ਹੁਣ ਲੁਧਿਆਣੇ ਵਿਖੇ ਬਣਾਏ ਅਸਥਾਨ ਦੀ ਸੇਵਾ ਕਰ ਰਿਹਾ ਹੈ। ਉਥੋਂ ਦਾ ਮੁੱਖ ਪ੍ਰਬੰਧਕ ਹੈ। ਇਹ ਅਸਥਾਨ ਸੰਤ ਅਜੈਬ ਸਿੰਘ ਜੀ ਦੀ ਆਗਿਆ ਤੇ ਮਿਲ ਵਰਤਣ ਨਾਲ ਭੋਪਾ ਰਾਏ ਗੁਰਦੁਆਰੇ ਦੀ ਸ਼ਾਖ ਵਜੋਂ ਭਾਈ ਗੁਲਜ਼ਾਰਾ ਸਿੰਘ ਤੇ ਭਾਈ ਅਵਤਾਰ ਸਿੰਘ ਮੱਲਾ ਨੇ ਬਣਵਾਇਆ ਸੀ। ਬਾਬਾ ਜੀ ਦਾ ਇੱਕ ਪੋਤਰਾ ਭਾਈ ਪੂਰਨ ਸਿੰਘ ਸੰਤਾਂ ਦੇ ਜਥੇ ਵਿੱਚ ਰਿਹਾ ਸੀ। ਸੁੰਦਰ ਆਵਾਜ਼, ਬੜਾ ਸ਼ੁੱਧ ਅਖੰਡ ਪਾਠੀ ਸੀ, ਜੋ ਸੰਥਾ ਕਥਾ ਦਾ ਪਾਠ ਕਰਦਾ ਸੀ। ਬਾਬਾ ਜੀ ਦੇ ਜ਼ਿਆਦਾ ਬਿਰਧ ਹੋਣ ਤੇ ਸੰਤਾਂ ਵੱਲੋਂ ਇੱਕ ਸਿੰਘ ਦੀ ਡਿਊਟੀ ਸੇਵਾ ਕਰਨ ਲਈ ਲਾਈ ਹੋਈ ਸੀ। ਸੰਤ ਜੀ ਬਾਬਾ ਜੀ ਨਾਲ ਬਹੁਤ ਹਿੱਤ ਕਰਦੇ ਸਨ। 22 ਜਨਵਰੀ 1958 ਈਸਵੀ ਵਾਲੇ ਦਿਨ ਦੁਪਹਿਰ ਦਾ ਪ੍ਰਸ਼ਾਦਾ ਛਕ ਕੇ ਗੁਰਦੁਆਰੇ ਦੇ ਨਾਲ ਹੀ ਰੇਲ ਗੱਡੀ ਦੀ ਲਾਈਨ ਟੱਪ ਕੇ ਜਾਣ ਲੱਗੇ ਤਾਂ ਜੈਤੋ ਤੋਂ ਬਠਿੰਡੇ ਨੂੰ ਜਾਂਦੀ ਗੱਡੀ ਹੇਠ ਆ ਕੇ ਚੜ੍ਹਾਈ ਕਰ ਗਏ। ਸਾਰੇ ਨਗਰ ਦੀ ਸੰਗਤ ਤੇ ਸੰਤਾਂ ਸਮੇਤ ਜਥੇ ਨੇ ਬਾਬਾ ਜੀ ਦੀ ਦੇਹ ਦਾ ਇਸ਼ਨਾਨ ਕਰਵਾ ਕੇ ਸੰਸਕਾਰ ਕਰ ਦਿੱਤਾ। ਸੰਤਾਂ ਨੇ ਆਪ ਇਸ਼ਨਾਨ ਕਰਵਾਇਆ ਤੇ ਆਪ ਹੀ ਚਿਖਾ ਨੂੰ ਅੱਗ ਲਗਾਈ। ਬਾਬਾ ਜੀ ਦੀ ਆਤਮਿਕ ਸ਼ਾਂਤੀ ਅਤੇ ਕਲਿਆਣ ਹਿੱਤ 5 ਅਖੰਡ ਪਾਠ ਰਖਵਾ ਕੇ ਦੁਸਹਿਰੇ ਤੇ 31 ਜਨਵਰੀ ਨੂੰ ਭੋਗ ਪਵਾਏ। ਕੀਰਤਨ ਕਥਾ ਹੋਈ। ਸੰਤਾਂ ਨੇ ਬੜੇ ਦ੍ਰਵਯਮਾਨ ਨਾਲ ਬਾਬਾ ਜੀ ਦੇ ਪਵਿੱਤਰ ਜੀਵਨ ਤੇ ਰੌਸ਼ਨੀ ਪਾਈ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਦੀ ਵਿਆਖਿਆ ਖੋਲ ਕੇ ਕੀਤੀ। ਬਾਬਾ ਜੀ ਦੇ ਸੀਲ ਸੁਭਾਅ, ਨਿਮਰਤਾ, ਸੇਵਾ, ਹਰ ਇੱਕ ਨਾਲ ਪਿਆਰ ਆਦਿ ਗੁਣ ਯਾਦ ਕਰਕੇ ਸੰਗਤ ਕਰੁਣਾ ਰਸ ਵਿੱਚ ਭਰੀ ਬੈਠੀ ਸੁਣਦੀ ਰਹੀ। ਅਰਦਾਸ ਸੰਤਾਂ ਨੇ ਆਪ ਕੀਤੀ। ਇਸ ਮੌਕੇ ਤੇ ਬਾਬਾ ਜੀ ਦੇ 3 ਪੁੱਤਰ, ਇੱਕ ਭਤੀਜਾ ਨੱਥੋਵਾਲ ਤੋਂ ਸੰਗਤ, ਸੰਤ ਅਜੈਬ ਸਿੰਘ ਜੀ ਅਤੇ ਭੋਪਾ ਰਾਏ ਤੋਂ ਸੰਗਤ ਆਈ ਹੋਈ ਸੀ। ਸੰਤਾਂ ਨੇ ਬਾਬਾ ਜੀ ਨਿਮਿਤ ਜਲੇਬੀਆਂ ਦਾ ਖੁੱਲ੍ਹਾ ਲੰਗਰ ਵਰਤਾਇਆ। ਸੰਥਾ ਕਥਾ ਆਰੰਭ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਕਥਾਵਾਂ ਜੋ ਵਿਦਿਆਰਥੀਆਂ ਦੇ ਅਰਥ ਪੜ੍ਹਾਉਣ ਹਿੱਤ ਚੱਲ ਰਹੀਆਂ ਸਨ, ਸੰਤਾਂ ਦੇ ਬਿਮਾਰ ਹੋਣ ਕਾਰਨ 21 ਅਕਤੂਬਰ 1956 ਈਸਵੀ ਤੋਂ ਬੰਦ ਹੋ ਗਈਆਂ ਸਨ। ਸੇਵੇਵਾਲ ਤੋਂ ਪਿੰਡ ਜੱਸੋਵਾਲ ਨੇੜੇ ਭੋਪਾ ਰਾਏ ਪੁੱਜ ਕੇ ਸੰਤਾਂ ਦੀ ਸਿਹਤ ਠੀਕ ਹੋਣ ਕਰਕੇ ਅਤੇ ਡਾਕਟਰਾਂ ਦੀ ਆਗਿਆ ਦੇਣ ਤੇ 21 ਫਰਵਰੀ 1958 ਈਸਵੀ ਨੂੰ ਪੁੱਤਰ ਆਵ ਘਟ ਸਰਵਰ ਨਾਵੈ, ਬਕੈ ਨਾ ਬੋਲੇ ਹਰ ਗੁਣ ਗਾਵੈ ਵਾਲੇ ਸ਼ਬਦ ਤੋਂ ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਥਾ ਕਥਾ
7ਵੇਂ ਪਾਤਸ਼ਾਹ ਜੀ ਦੇ ਜੀਵਨ ਤੋਂ ਰਾਮ ਰਾਏ ਨੂੰ ਤਿਆਗਣ ਦੇ ਪ੍ਰਸੰਗ ਤੋਂ ਆਰੰਭ ਕੀਤੀਆਂ ਗਈਆਂ। ਸੰਤਾਂ ਦੀ ਸਿਹਤ ਠੀਕ ਹੋਣ ਤੇ ਬੰਦ ਪਈਆਂ ਦੋਵੇਂ ਸਮੇਂ ਦੀਆਂ ਸੰਥਾ ਕਥਾ ਆਰੰਭ ਹੋਣ ਤੇ ਜਿੱਥੇ ਵਿਦਿਆਰਥੀਆਂ ਤੇ ਜਥੇ ਦੇ ਸਿੰਘਾਂ ਵਿੱਚ ਖੁਸ਼ੀ ਤੇ ਪ੍ਰਸੰਨਤਾ ਦੀ ਲਹਿਰ ਦੌੜ ਗਈ, ਉੱਥੇ ਆਮ ਨਗਰਾਂ ਵਿੱਚ ਸਿੱਖ ਸੰਗਤਾਂ ਸੁਣ ਕੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜੁੜ ਗਈਆਂ। ਸੰਗਤਾਂ ਨੇ ਪਿੰਡ ਪਿੰਡ ਅਖੰਡ ਪਾਠ ਅਤੇ ਲੰਗਰ ਕਰਕੇ ਸਤਿਗੁਰਾਂ ਦਾ ਧੰਨਵਾਦ ਕੀਤਾ ਤੇ ਆਪਣੀਆਂ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ। ਗਿਆਨੀ ਕਿਰਪਾਲ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਬਿਮਾਰੀ ਦਾ ਦੂਜਾ ਹਮਲਾ, ਪਿੰਡ ਲੰਡੇ ਕਥਾ ਕਰਦਿਆਂ ਹੋਇਆ। ਐਮਰਜੈਂਸੀ ਅੰਮ੍ਰਿਤਸਰ ਨੂੰ ਤੁਰਨ ਲੱਗਿਆਂ ਸੰਤਾਂ ਹੁਕਮ ਕੀਤਾ ਸੀ ਕਿ ਗਿਆਨੀ ਕਿਰਪਾਲ ਸਿੰਘ ਨੂੰ ਬੁਲਾ ਕੇ ਸਾਡੇ ਵੱਲੋਂ ਕਹਿਣਾ ਕਿ ਜਥੇ ਵਿੱਚ ਕਥਾ ਕਰਿਆ ਕਰਨ। ਉਸ ਦਿਨ ਤੋਂ ਗਾਹੇ ਬਗਾਹੇ ਜਥੇ ਵਿੱਚ ਰਹਿ ਕੇ ਗਿਆਨੀ ਜੀ ਕਥਾ ਕਰਦੇ ਰਹਿੰਦੇ ਸਨ। ਗਿਆਨੀ ਮੋਹਨ ਸਿੰਘ ਜੀ, ਗਿਆਨੀ ਵੀਰ ਸਿੰਘ ਜੀ, ਗਿਆਨੀ ਕਪੂਰ ਸਿੰਘ ਜੀ ਬਰਾੜ ਵੀ ਕਥਾ ਕਰ ਲਿਆ ਕਰਦੇ। ਸੰਤਾਂ ਮਹਾਂਪੁਰਖਾਂ ਦੀ ਪ੍ਰਸੰਨਤਾ ਵਿੱਚ ਹੀ ਪ੍ਰਸੰਨਤਾ ਹੈ। ਹੁਣ ਠੀਕ ਹੋਣ ਉਪਰੰਤ ਸੰਤਾਂ ਨੇ ਰੁਕੀਆਂ ਹੋਈਆਂ ਸੰਥਾ ਕਥਾ ਆਰੰਭ ਕਰ ਦਿੱਤੀਆਂ ਸਨ ਤਾਂ ਗਿਆਨੀ ਕਿਰਪਾਲ ਸਿੰਘ ਨੇ ਆਗਿਆ ਮੰਗੀ। ਸੰਤ ਜੀ ਨੇ ਬਹੁਤ ਖੁਸ਼ ਹੋ ਕੇ ਬਖਸ਼ਿਸ਼ਾਂ ਕੀਤੀਆਂ ਤੇ ਬੜੇ ਦਰਵੇ ਹੋਏ ਮਨ ਨਾਲ ਬਚਨ ਕੀਤਾ ਕਿ ਭਾਈ, ਸਾਡੀ ਬਿਮਾਰੀ ਦੇ ਸਮੇਂ ਜਥੇ ਦੇ ਪ੍ਰੋਗਰਾਮ ਸਫਲ ਬਣਾਉਣ ਹਿੱਤ ਕਥਾ ਰਾਹੀਂ ਸੇਵਾ ਕਰਦਾ ਰਿਹਾ ਹੈ। ਸਤਿਗੁਰੂ ਜੀ ਇਸ ਸੇਵਾ ਦਾ ਬਹੁਤ ਫਲ ਦੇਣ। ਉਹਨਾਂ ਮਹੀਨਿਆਂ ਵਿੱਚ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਅਰਜਨ ਸਿੰਘ ਜੀ ਚੜ੍ਹਾਈ ਕਰ ਗਏ ਸਨ। ਉਹਨਾਂ ਵਾਲੀ ਖਾਲੀ ਥਾਂ ਭਰਨ ਹਿੱਤ ਜਦ 2 ਜਨਵਰੀ 1958 ਈਸਵੀ ਵਿੱਚ ਮਾਸਟਰ ਤਾਰਾ ਸਿੰਘ ਜੀ ਤੇ ਅਕਾਲੀ ਲੀਡਰ ਗਿਆਨੀ ਕਰਤਾਰ ਸਿੰਘ ਜੀ ਨੇ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਅਛਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ। ਦੋਹਾਂ ਸਿੰਘ ਸਾਹਿਬਾਂ ਦੀਰਘ ਸੋਚਣੀ ਕਰਕੇ ਰਾਏ ਦਿੱਤੀ ਕਿ ਇਸ ਪਦਵੀ ਦੀ ਯੋਗਤਾ ਅਨੁਸਾਰ ਸੱਜਣ ਸਿਰਫ ਇੱਕ ਥਾਂ ਤੋਂ ਹੀ ਲੱਭ ਸਕਦਾ ਹੈ। ਉਹ ਥਾਂ ਹੈ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਥਾ, ਜਿੱਥੇ ਵਿਦਵਾਨ ਅਤੇ ਰਹਿਤਵਾਨ ਵਿਦਿਆਰਥੀ ਹਨ। ਸੰਤਾਂ ਪਾਸ ਜਾ ਕੇ ਬੇਨਤੀ ਕੀਤੀ ਜਾਵੇ। ਪੰਥਕ ਮੁਖੀਆਂ ਵੱਲੋਂ ਦੋਹਾਂ ਸਿੰਘ ਸਾਹਿਬਾਂ ਦੀ ਡਿਊਟੀ ਲੱਗ ਗਈ ਕਿ ਸੰਤਾਂ ਨੂੰ ਮਿਲ ਕੇ ਬੇਨਤੀ ਕੀਤੀ ਜਾਵੇ। ਸੰਤ ਜੀ ਸ੍ਰੀ ਅੰਮ੍ਰਿਤਸਰ ਹਸਪਤਾਲ ਡਾਕਟਰਾਂ ਨੂੰ ਸਿਹਤ ਵਿਖਾਉਣ ਲਈ ਆਏ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹਿੱਤ ਆਇਆਂ ਨੂੰ ਦੋਨੋਂ ਸਿੰਘ ਸਾਹਿਬਾਨ ਜੀ ਮਿਲ ਪਏ। ਸੰਤਾਂ ਨਾਲ ਗ੍ਰੰਥੀ ਸਿੰਘ ਰੱਖਣ ਬਾਰੇ ਵਿਚਾਰ ਹੋਈ। ਸੰਤਾਂ ਕਿਹਾ, ਸਿੰਘ ਸਾਹਿਬ ਜੀ ਵਿਦਿਆਰਥੀਆਂ ਨੂੰ ਪੁੱਛਾਂਗੇ। ਸੰਤਾਂ ਵਾਪਸ ਜਥੇ ਵਿੱਚ ਆ ਕੇ ਗਿਆਨੀ ਮੋਹਨ ਸਿੰਘ ਜੀ ਨੂੰ ਪੁੱਛਿਆ ਤਾਂ ਗਿਆਨੀ ਜੀ ਨੇ ਤਿਆਗ ਬਿਰਤੀ ਵਿੱਚ ਰਹਿਣ ਦੀ ਬੇਨਤੀ ਕਰ ਦਿੱਤੀ। ਫਿਰ ਸੰਤਾਂ ਨੇ ਗਿਆਨੀ ਕਿਰਪਾਲ ਸਿੰਘ ਜੀ ਨੂੰ ਪੁੱਛਿਆ ਤਾਂ ਗਿਆਨੀ ਜੀ ਨੇ ਸੰਤਾਂ ਕੋਲ ਕਈ ਧਾਰਮਿਕ ਵਿਚਾਰਾਂ ਕਰਕੇ ਮਹਾਂਪੁਰਖਾਂ ਦੀ ਪ੍ਰਸੰਨਤਾ ਹਿੱਤ ਬੇਨਤੀ ਕੀਤੀ ਕਿ ਜੋ ਆਪ ਜੀ ਦਾ ਹੁਕਮ ਹੈ ਮੰਨਾਂਗਾ। ਦੂਸਰੇ ਮਾਸਟਰ ਤਾਰਾ ਸਿੰਘ ਜੀ ਦੀ ਚਿੱਠੀ ਮੁਤਾਬਕ ਗਿਆਨੀ ਜੀ 24 ਮਾਰਚ 1958 ਈਸਵੀ ਨੂੰ ਅੰਮ੍ਰਿਤਸਰ ਪੁੱਜ ਗਏ। 25 ਮਾਰਚ ਨੂੰ ਸਵੇਰੇ ਸ੍ਰੀ ਅਕਾਲ ਤਖਤ ਦੇ ਦਫ਼ਤਰ ਵਿੱਚ ਜਥੇਦਾਰ ਅਛਰ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਮਿਲੇ।
ਗੱਲਬਾਤ ਹੋਈ। ਸ਼ਾਮ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਇੰਟਰਵਿਊ ਹੋਈ, ਜਿਸ ਵਿੱਚ ਜਥੇਦਾਰ ਗਿਆਨੀ ਅਛਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਹੈੱਡ ਗ੍ਰੰਥੀ, ਪ੍ਰੋਫੈਸਰ ਸਤਬੀਰ ਸਿੰਘ ਜੀ, ਪ੍ਰੋਫੈਸਰ ਹਰਭਜਨ ਸਿੰਘ ਜੀ, ਸਰਦਾਰ ਰਵੇਲ ਸਿੰਘ ਜੀ ਸਕੱਤਰ ਨੇ ਜੋ ਕੁਝ ਪੁੱਛਿਆ ਗਿਆਨੀ ਜੀ ਨੇ ਦੱਸਿਆ। ਚੰਗੇ ਨੰਬਰਾਂ ਵਿੱਚ ਪਾਸ ਹੋ ਗਏ। ਅਗਲੇ ਦਿਨ 26 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੀ। ਗਿਆਨੀ ਜੀ ਗ੍ਰੰਥੀ ਦੀ ਡਿਊਟੀ ਲਈ ਪਾਸ ਹੋ ਗਏ। 2 ਅਪ੍ਰੈਲ ਨੂੰ ਗੱਦੀ ਨਸ਼ੀਨੀ ਕਰਕੇ ਸਿੰਘ ਸਾਹਿਬ ਦੀ ਡਿਊਟੀ ਆਰੰਭ ਕਰ ਦਿੱਤੀ। ਗਿਆਨੀ ਜੀ ਨੇ 26 ਮਾਰਚ ਨੂੰ ਪਾਸ ਹੋ ਕੇ ਸਿੱਧੇ ਸੰਤਾਂ ਕੋਲ ਪਿੰਡ ਪੱਖੋਵਾਲ ਪੁੱਜ ਕੇ ਸਾਰਾ ਪ੍ਰੋਗਰਾਮ ਦੱਸ ਦਿੱਤਾ। ਸੰਤ ਜੀ ਬਹੁਤ ਖੁਸ਼ ਹੋਏ। ਸੰਤ ਜੀ ਜਥੇ ਸਮੇਤ 22 ਫਰਵਰੀ 1958 ਈਸਵੀ ਤੋਂ 15 ਮਾਰਚ ਤੱਕ ਜੱਸੋਵਾਲ ਰਹੇ। ਗਿਆਨੀ ਗੱਜਣ ਸਿੰਘ ਜੀ ਜੋ ਸੰਤਾਂ ਦੇ ਵਿਦਿਆਰਥੀ ਸਨ ਅਤੇ ਨਗਰ ਦੀ ਸੰਗਤ ਨੇ ਸੇਵਾ ਤੇ ਕਥਾ ਕੀਰਤਨ ਦਾ ਲਾਭ ਉਠਾਇਆ। ਵਿੱਚੋਂ 7 ਤੇ 8 ਮਾਰਚ ਦੇ ਦੀਵਾਨ ਕੁਲਾਰ ਪਿੰਡ ਕੀਤੇ। ਸੇਵਾ ਰਾਗੀ ਜਸਵੰਤ ਸਿੰਘ ਤੇ ਨਗਰ ਦੀ ਸੰਗਤ ਨੇ ਕੀਤੀ। ਕੁਝ ਸਿੰਘਾਂ ਨੇ 6 ਨੂੰ ਕੁਤਬੇ ਅੰਮ੍ਰਿਤ ਸੰਚਾਰ ਕੀਤਾ। ਰਾਜਗੜ੍ਹ ਪ੍ਰਸ਼ਾਦਾ ਛਕ ਕੇ ਜੱਸੋਵਾਲ ਪੁੱਜੇ। 9 ਨੂੰ ਤੁਗਲ ਅਰਜਨ ਸਿੰਘ ਪੂਰਨ ਸਿੰਘ ਦੇ ਘਰ ਅਖੰਡ ਪਾਠ ਦਾ ਭੋਗ ਪਾ ਕੇ ਕਥਾ ਕਰਕੇ ਪ੍ਰਸ਼ਾਦਾ ਛਕ ਕੇ ਸੰਤ ਜੀ ਕੁਝ ਸਿੰਘਾਂ ਸਮੇਤ ਵਾਪਸ ਜੱਸੋਵਾਲ ਆ ਗਏ। ਜੱਸੋਵਾਲ ਕਥਾ ਗਿਆਨੀ ਵੀਰ ਸਿੰਘ ਮੱਦੋ ਕੇ ਕਰਦੇ ਰਹੇ। 14 ਨੂੰ 55 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ। 15 ਨੂੰ ਸੰਤ 30 ਸਿੰਘਾਂ ਸਮੇਤ ਪਟਿਆਲੇ ਪੁੱਜੇ। ਬਾਕੀ ਜਥਾ ਪੱਖੋਵਾਲ ਪਹੁੰਚਿਆ। 19 ਤੱਕ ਪਟਿਆਲੇ ਰਹੇ। ਕਥਾ ਕੀਰਤਨ ਕਰਦੇ ਰਹੇ। ਸਰਦਾਰ ਮਿਹਰ ਸਿੰਘ ਦੀ ਬਰਸੀ ਦੇ ਅਖੰਡ ਪਾਠ ਦਾ ਭੋਗ ਪਾਇਆ। 20 ਨੂੰ ਪੱਖੋਵਾਲ ਪਹੁੰਚ ਗਏ। ਇਹਨਾਂ ਦਿਨਾਂ 'ਚ ਕੀਰਤਨ ਜਥੇ ਦੇ ਸਿੰਘ ਕਰਦੇ ਰਹੇ। 20 ਮਾਰਚ ਸਵੇਰ ਦੀ ਕਥਾ ਤੋਂ ਬਾਅਦ ਸਿੰਘ ਪ੍ਰਸ਼ਾਦਾ ਛਕ ਰਹੇ ਸਨ ਕਿ ਜਥੇਦਾਰ ਗੁਰਦਿਆਲ ਸਿੰਘ ਜੀ ਬੋਪਾ ਰਾਏ ਵਾਲਿਆਂ ਦੇ ਸਰੀਰ ਤਿਆਗਣ ਦੀ ਖਬਰ ਲੈ ਕੇ ਇੱਕ ਸਿੰਘ ਆ ਗਿਆ। ਪ੍ਰਸ਼ਾਦਾ ਛਕ ਕੇ ਸੰਤ ਜੀ ਸਾਰੇ ਜਥੇ ਸਮੇਤ ਬੱਸ ਤੇ ਸਵਾਰ ਹੋ ਕੇ ਬੋਪਾ ਰਾਏ ਪਹੁੰਚ ਗਏ। ਨਗਰ ਤੇ ਇਲਾਕੇ ਦੀ ਬਹੁਤ ਸੰਗਤ ਜੁੜੀ ਹੋਈ ਸੀ। ਜਥੇਦਾਰ ਸਾਹਿਬ ਦੇ ਗੁਣਾਂ ਤੇ ਪਰ ਉਪਕਾਰਾਂ ਨੂੰ ਚੇਤੇ ਕਰਕੇ ਸਭ ਦੇ ਅੱਖਾਂ 'ਚੋਂ ਪਿਆਰ ਤੇ ਵਿਛੋੜੇ ਦਾ ਮਿਲਵਾਂ ਜਲ ਵਗ ਰਿਹਾ ਸੀ। ਸੰਤ ਇੰਦਰ ਸਿੰਘ ਜੀ, ਸੰਤ ਅਜੈਬ ਸਿੰਘ ਜੀ, ਸੰਤ ਨਾਰਾਇਣ ਸਿੰਘ ਜੀ, ਨਗਰ ਤੇ ਇਲਾਕੇ ਦੀਆਂ ਸੰਗਤਾਂ ਤੇ ਜਥੇਦਾਰ ਜੀ ਦੇ ਵਿਦਿਆਰਥੀ, ਸਨੇਹੀ ਤੇ ਸੰਬੰਧੀ ਵੀ ਅੱਪੜੇ ਹੋਏ ਸਨ। ਸੰਤਾਂ ਨੇ ਸਿੰਘਾਂ ਸਮੇਤ ਜਥੇਦਾਰ ਜੀ ਦੇ ਸਰੀਰ ਦਾ ਆਪ ਇਸ਼ਨਾਨ ਕਰਵਾਇਆ ਤੇ ਅਰਦਾਸ ਵੀ ਆਪ ਕੀਤੀ। ਮੰਜਾ ਮੋਢਾ ਲਾ ਕੇ ਚੁੱਕਿਆ। ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕੀਤੀ। ਗੁਰਦੁਆਰਾ ਸਾਹਿਬ ਦੇ ਸਾਹਮਣੇ ਨੁੱਕਰ ਵਿੱਚ ਜਿੱਥੇ ਸੰਤ ਸੁੰਦਰ ਸਿੰਘ ਜੀ ਦਾ ਸੰਸਕਾਰ ਕੀਤਾ ਸੀ, ਸਨਮਾਨ ਸਹਿਤ ਗੁਰਮਤ ਅਨੁਸਾਰ ਜਥੇਦਾਰ ਜੀ ਦੇ ਸਰੀਰ ਦਾ ਸੰਸਕਾਰ ਕਰ ਦਿੱਤਾ ਗਿਆ। ਗੁਰਦੁਆਰੇ 'ਚ ਆ ਕੇ ਕੀਰਤਨ ਹੋਇਆ। ਅਲਾਹਣੀਆਂ ਦਾ ਤੇ ਸੋਹਿਲੇ ਦਾ ਪਾਠ ਕਰਕੇ ਕੜਾਹ ਪ੍ਰਸ਼ਾਦ ਹਜ਼ੂਰੀ ਵਿੱਚ ਲਿਆ ਕੇ ਸੰਤਾਂ ਆਪ ਖੁਦ ਅਰਦਾਸ ਕੀਤੀ। ਜਥੇਦਾਰ ਸਾਹਿਬ ਨਿਮਿਤ ਅਖੰਡ ਪਾਠ ਆਰੰਭ ਕਰ ਦਿੱਤਾ ਗਿਆ। ਸੰਤ ਜਥੇ ਸਮੇਤ ਪੱਖੋਵਾਲ ਆ ਗਏ। 1 ਅਪ੍ਰੈਲ ਨੂੰ ਹਲਵਾਰੇ ਰਾਏਕੋਟ ਹੁੰਦੇ ਹੋਏ ਸ਼ਾਮ ਨੂੰ ਰਾਜਗੜ੍ਹ ਪੁੱਜੇ। ਇਹ ਸੰਤਾਂ ਦਾ ਨਾਨਕਾ ਪਿੰਡ ਹੈ। ਸੇਵਾ ਗੁਰਦੇਵ ਸਿੰਘ ਤੇ ਸੰਗਤ ਨੇ ਕੀਤੀ। 4 ਨੂੰ 5 ਅਖੰਡ ਪਾਠਾਂ ਦੇ ਭੋਗ ਗੁਰਦੇਵ ਸਿੰਘ ਦੇ ਬਾਹਰਲੇ ਘਰ ਪਾਏ। ਕੀਰਤਨ ਰਾਗੀ ਸ਼ੇਰ ਸਿੰਘ ਕੋਕਰੀ ਕਲਾ ਵਾਲਿਆਂ ਦੇ ਜਥੇ ਨੇ ਕੀਤਾ। 6 ਨੂੰ ਸੰਤਾਂ ਨੇ ਕੁਝ ਸਿੰਘਾਂ ਸਮੇਤ ਬੋਪਾ ਰਾਏ
ਜਥੇਦਾਰ ਗੁਰਦਿਆਲ ਸਿੰਘ ਜੀ ਦੇ ਦੁਸਹਿਰੇ ਤੇ ਪੁੱਜ ਕੇ ਸ਼ਬਦ ਦੀ ਵੈਰਾਗਮਈ ਕਥਾ ਕੀਤੀ। ਰਾਤ ਜਲੰਧਰ ਤੇ ਅਗਲੇ ਦਿਨ ਅੰਮ੍ਰਿਤਸਰ ਪੁੱਜ ਕੇ ਡਾਕਟਰ ਨੂੰ ਸਰੀਰ ਵਿਖਾਇਆ। ਬਾਕੀ ਜੱਥਾ ਰਾਜਗੜ੍ਹ ਤੋਂ ਰਾਏਕੋਟ, ਬਰਨਾਲਾ, ਬਠਿੰਡੇ ਰਾਹੀਂ ਸ੍ਰੀ ਦਮਦਮਾ ਸਾਹਿਬ ਪੁੱਜਾ। 9 ਨੂੰ ਅੰਮ੍ਰਿਤਸਰ ਤੋਂ ਮੁਕਤਸਰ ਤੇ 10 ਨੂੰ ਸ੍ਰੀ ਦਮਦਮਾ ਸਾਹਿਬ ਪੁੱਜ ਗਏ। ਵਿਸਾਖੀ ਦਾ ਜੋੜ ਮੇਲਾ ਮਨਾ ਕੇ 15 ਸ਼ਾਮ ਨੂੰ ਪਟਿਆਲੇ ਕੋਠੀ ਘੋੜ ਦੌੜ ਡੇਰਾ ਕੀਤਾ। 11 ਮਈ ਤੱਕ ਇੱਥੇ ਰਹੇ। ਲੰਗਰਾਂ ਦੀ ਸੇਵਾ ਦਾ ਪ੍ਰਬੰਧ ਗੁਰੂ ਅੰਗਦ ਦਰਬਾਰ ਦੇ ਮਹੰਤ ਸੇਵਕ ਜਥਾ ਬੀਬੀਆਂ ਜਿਉਣ ਸਿੰਘ, ਰਵੇਲ ਸਿੰਘ, ਗੋਪੀ ਚੰਦ ਜਥਾ ਸੁਖਦਿਆਲਪੁਰਾ, ਰਾਜਾ ਭਲਿੰਦਰ ਸਿੰਘ ਨੇ ਕੀਤਾ। 11 ਮਈ ਨੂੰ ਰਾਜਾ ਭਲਿੰਦਰ ਸਿੰਘ ਦੀ ਕੋਠੀ ਰਾਜਿੰਦਰਾ ਭਵਨ ਵਿੱਚ ਅਖੰਡ ਪਾਠ ਦਾ ਭੋਗ ਪਿਆ। ਕੀਰਤਨ ਹੋਇਆ। ਕਥਾ ਸੰਤਾਂ ਨੇ ਆਪ ਕੀਤੀ। ਸ਼ਾਮ ਗੁਰਦੁਆਰਾ ਨਾਭਾ ਸਾਹਿਬ ਪਾਤਸ਼ਾਹੀ 9ਵੀਂ ਤੇ ਪਾਤਸ਼ਾਹੀ 10ਵੀਂ ਜਥੇ ਸਮੇਤ ਸੰਤ ਜੀ ਪਹੁੰਚ ਗਏ। ਸੇਵਾ ਬੀਬੀ ਹਰਬੰਸ ਕੌਰ ਨੇ ਸਾਰੇ ਇਲਾਕੇ ਦੀ ਸੰਗਤ ਨਾਲ ਮਿਲ ਕੇ ਕੀਤੀ। 22 ਮਈ ਨੂੰ 7 ਅਖੰਡ ਪਾਠਾਂ ਦੇ ਭੋਗ ਪਾਏ। ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ। 15 ਜੂਨ ਨੂੰ 6 ਅਖੰਡ ਪਾਠਾਂ ਦੇ ਭੋਗ ਪਾਏ। 2 ਮਹੀਨੇ ਤੋਂ ਬਾਉਲੀ ਸਾਹਿਬ ਦੀ ਚੱਲ ਰਹੀ ਸੇਵਾ ਸੰਪੂਰਨ ਹੋਈ। ਸੇਵਾ ਜਥੇ ਦੇ ਸਿੰਘਾਂ ਨੇ ਕੀਤੀ। ਜਥੇ ਦੀ ਅਟੁੱਟ ਸੇਵਾ ਬੀਬੀ ਹਰਬੰਸ ਕੌਰ, ਜਥੇਦਾਰ ਦਇਆ ਸਿੰਘ, ਭਾਈ ਨਿਰੰਜਨ ਸਿੰਘ ਤੇ ਭਾਈ ਸਾਧੂ ਸਿੰਘ ਨੇ ਕੀਤੀ। 16 ਨੂੰ ਮੁੰਡੀਆਂ ਕਲਾ ਪਿੰਡ ਪੁੱਜੇ। ਸੇਵਾ ਦਾ ਪ੍ਰਬੰਧ ਜਥੇਦਾਰ ਪ੍ਰਤਾਪ ਸਿੰਘ ਨੇ ਕੀਤਾ। ਲੁਧਿਆਣਾ ਸ਼ਹਿਰ ਤੇ ਇਲਾਕੇ ਦੀ ਸੰਗਤ ਕੀਰਤਨ ਤੇ ਕਥਾ ਦਾ ਆਨੰਦ ਮਾਣਦੀ ਰਹੀ। 25 ਨੂੰ 30 ਮਾਈ ਭਾਈ ਗੁਰੂ ਵਾਲੇ ਬਣੇ। ਇਸ ਪਿੰਡ ਵਿੱਚ ਸੁਲਤਾਨ ਦੀ ਪੂਜਾ ਹੁੰਦੀ ਸੀ ਤੇ ਹੋਰ ਵੀ ਕਈ ਮਨਮਤਾਂ ਹੁੰਦੀਆਂ ਸਨ। ਸੰਤਾਂ ਨੇ ਕਥਾ ਰਾਹੀਂ ਉਪਦੇਸ਼ ਸੁਣਾ ਕੇ ਸੁਲਤਾਨ ਦੀ ਪੂਜਾ ਤੇ ਮਨਮਤਾਂ ਹਟਾਈਆਂ। ਲੋਕ ਗੁਰਮਤ ਦੇ ਪਾਂਧੀ ਬਣੇ। 27 ਦੀ ਸ਼ਾਮ ਨੂੰ ਸੁਧਾਰ ਪਿੰਡ ਪੁੱਜੇ। ਪ੍ਰਬੰਧ ਭਾਈ ਹਰਨਾਮ ਸਿੰਘ ਨੇ ਕੀਤਾ। 3 ਜੁਲਾਈ ਤੱਕ ਇੱਥੇ ਰਹੇ। ਸ਼ਾਮ ਦਾ ਦੀਵਾਨ ਪਿੰਡ ਤੁਗਲ ਕੀਤਾ। 6 ਜੁਲਾਈ ਨੂੰ ਗੁਰਦੁਆਰਾ ਪਾਤਸ਼ਾਹੀ 10ਵੀਂ ਆਲਮਗੀਰ ਨੇੜੇ ਸ਼ਹਿਰ ਲੁਧਿਆਣਾ ਦੇ ਸਰੋਵਰ ਦਾ ਨੀਂਹ ਪੱਥਰ 5 ਪਿਆਰਿਆਂ ਸਮੇਤ ਰੱਖਿਆ। 5 ਪਿਆਰੇ ਇਹ ਸਨ। ਪਹਿਲੇ ਸਥਾਨ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਦੂਸਰੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ। ਤੀਸਰੇ ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲੇ। ਚੌਥੇ ਲਛਮਣ ਸਿੰਘ ਜੀ ਗੰਧਰਵ ਆਦਿ। ਪਹਿਲੀ ਇੱਟ ਸੰਤਾਂ ਪਾਸੋਂ ਰਖਵਾਈ। 10 ਨੂੰ 4 ਅਖੰਡ ਪਾਠਾਂ ਦੇ ਭੋਗ ਪਾਏ। 13 ਜੁਲਾਈ ਨੂੰ 15 ਸਿੰਘ ਸ੍ਰੀ ਅਨੰਦਪੁਰ ਸਾਹਿਬ ਜਪ ਤਪ ਸਮਾਗਮ ਵਿੱਚ ਭੇਜੇ। ਜਿਹੜਾ ਸਮਾਗਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਸੀ। ਇਸ ਵਿੱਚ ਹਰੇਕ ਸਿੰਘ ਸ੍ਰੀ ਜਪਜੀ ਸਾਹਿਬ ਦੇ 40 ਪਾਠ ਹਰ ਰੋਜ਼ ਕਰਦਾ ਸੀ। 21 ਨੂੰ ਅਖੰਡ ਪਾਠਾਂ ਦਾ ਭੋਗ ਪਿਆ। ਅੰਮ੍ਰਿਤ ਸੰਚਾਰ ਹੋਇਆ। 37 ਮਾਈ ਭਾਈ ਗੁਰੂ ਵਾਲੇ ਬਣੇ। 22 ਨੂੰ ਜਥਾ ਅਖਾੜੇ ਪੁੱਜਾ। ਪ੍ਰਬੰਧ ਸੰਤਾਂ ਦੇ ਭੁਜੰਗੀ ਭਗਵਾਨ ਸਿੰਘ ਨੇ ਕੀਤਾ। 23 ਤੋਂ 24 3 ਦਿਨ 5 ਅਖੰਡ ਪਾਠ ਹੋਏ। ਗਿਆਨੀ ਸ਼ੇਰ ਸਿੰਘ, ਰਾਗੀ ਜਸਵੰਤ ਸਿੰਘ ਜੀ ਕੁਲਾਰਾ, ਰਾਗੀ ਭਗਵੰਤ ਸਿੰਘ ਜੀ ਕਿਲ੍ਹਾ ਰਾਏਪੁਰ, ਰਾਗੀ ਦੀਦਾਰ ਸਿੰਘ ਜੀ ਦੁਆਬਾ ਪਿੰਡ ਨੰਗਲ ਖੁਰਦ ਆਦਿ ਜਥੇ 3 ਦਿਨ ਕੀਰਤਨ ਕਰਦੇ ਰਹੇ। ਹੋਰ ਗੁਣੀ ਗਿਆਨੀ ਤੇ ਮਹਾਪੁਰਸ਼ ਪੁੱਜੇ ਹੋਏ ਸਨ। ਇਹ 5 ਅਖੰਡ ਪਾਠ ਸੰਤਾਂ ਦੀ ਦੇਹ ਅਰੋਗਤਾ ਹਿਤ ਸੰਤਾਂ ਦੇ ਪਰਿਵਾਰ ਵੱਲੋਂ ਭਾਈ ਕਰਤਾਰ ਸਿੰਘ ਤੇ ਰਾਗੀ ਭਗਵਾਨ ਸਿੰਘ
ਸੰਤਾਂ ਦੇ ਭੁਜੰਗੀਆਂ ਨੇ ਆਪਣੇ ਗ੍ਰਹਿ ਵਿਖੇ ਕਰਵਾਏ। ਜਲੇਬੀਆਂ ਦਾ ਅਤੁੱਟ ਭੰਡਾਰਾ ਵਰਤਿਆ। ਇਲਾਕੇ ਵਿੱਚ ਧੰਨ ਧੰਨ ਹੋਈ। 26 ਜੁਲਾਈ ਨੂੰ ਗੁਰਦੁਆਰੇ ਦੇ ਮਹੰਤ ਮਾਧੋ ਸਿੰਘ ਨੇ ਗੁਰਦੁਆਰੇ ਅਖੰਡ ਪਾਠ ਦਾ ਭੋਗ ਪਵਾਇਆ। ਪੱਕਾ ਲੰਗਰ ਕੀਤਾ। ਸ਼ਾਮ ਨੂੰ ਹਲਵਾਰੇ ਪੁੱਜੇ। 8 ਅਗਸਤ ਦੀ ਸ਼ਾਮ ਨੂੰ ਦੁਆਬੇ 'ਚ ਪਿੰਡ ਗਣੇਸ਼ਪੁਰ ਅੱਪੜੇ। 17 ਅਗਸਤ ਨੂੰ ਮਾਹਲਪੁਰ ਅੱਡੇ ਵਿੱਚ ਭਾਈ ਪ੍ਰੀਤਮ ਸਿੰਘ, ਬਲਵੰਤ ਸਿੰਘ ਲੱਖੋ ਦੀ ਕੱਪੜੇ ਦੀ ਦੁਕਾਨ ਦੀ ਚੱਠ ਹਿੱਤ ਰੱਖੇ ਅਖੰਡ ਪਾਠ ਦਾ ਭੋਗ ਪਾਇਆ। ਕੀਰਤਨ ਹੋਇਆ। ਸੰਤਾਂ ਨੇ ਭਾਦਰੋਂ ਮਹੀਨੇ ਦੀ ਕਥਾ ਕੀਤੀ। ਲੰਗਰ ਵਰਤਿਆ। ਸ਼ਾਮ ਦਾ ਦੀਵਾਨ ਗਣੇਸ਼ਪੁਰੇ ਕੀਤਾ। 22 ਨੂੰ ਦੋਨੋਂ ਦੀਵਾਨ ਗੋਂਦਪੁਰ ਕਰਕੇ ਸ਼ਾਮ ਨੂੰ ਛੋਟੇ ਨੰਗਲ ਸੰਤ ਬਿਸ਼ਨ ਸਿੰਘ ਜੀ ਦੀ ਕੁਟੀਆ ਪਹੁੰਚ ਗਏ। ਪ੍ਰਬੰਧ ਮਹੰਤ ਮਾਨ ਸਿੰਘ ਨੇ ਕੀਤਾ। 23 ਤੇ 24 ਨੂੰ ਛੋਟੇ ਨੰਗਲ ਸੁਬਾ ਦਾ ਦੀਵਾਨ ਕੁਟੀਆ 'ਚ ਤੇ ਲੰਗਰ ਮਹੰਤ ਮਾਨ ਸਿੰਘ ਵੱਲੋਂ ਹੋਇਆ। ਸ਼ਾਮ ਦਾ ਦੀਵਾਨ ਰਾਗੀ ਦੀਦਾਰ ਸਿੰਘ ਦੇ ਘਰ ਤੇ ਲੰਗਰ ਵੀ ਉਹਨਾਂ ਵੱਲੋਂ ਹੀ ਹੋਇਆ। ਗਣੇਸ਼ਪੁਰ ਤੋਂ ਛੋਟੇ ਵੱਡੇ ਨੰਗਲ ਦੇ ਦੀਵਾਨਾਂ 'ਚ ਹਰਖੋਵਾਲ ਵਾਲੇ ਸੰਤ ਮਹਿੰਦਰ ਸਿੰਘ ਜੀ ਕੀਰਤਨ ਕਰਦੇ ਰਹੇ। ਸੰਤਾਂ ਦੇ ਰਾਗੀ ਜਥੇ ਭਾਈ ਬਚਿੱਤਰ ਸਿੰਘ ਰਾਗੀ, ਭਾਈ ਦਰਸ਼ਨ ਸਿੰਘ, ਗਿਆਨੀ ਸ਼ੇਰ ਸਿੰਘ ਕੋਕਰੀ ਕਲਾਂ ਤੇ ਰਾਗੀ ਦੀਦਾਰ ਸਿੰਘ ਨੰਗਲ ਖੁਰਦ ਵੀ ਕੀਰਤਨ ਵਿੱਚ ਹਿੱਸਾ ਲੈਂਦੇ ਰਹੇ। 26 ਨੂੰ ਜਥਾ ਪਿੰਡਰੀ ਪਹੁੰਚ ਗਿਆ। ਕੁਝ ਸਿੰਘਾਂ ਸਮੇਤ ਸੰਤ ਜੀ 27 ਨੂੰ ਬਸਤੀ ਗੁਜਾ ਜਲੰਧਰ ਗਿਆਨੀ ਨਿਰੰਜਨ ਸਿੰਘ ਪਾਸ ਰਹੇ। 28 ਨੂੰ ਅੰਮ੍ਰਿਤਸਰ ਡੇਰਾ ਗਲੀ ਸੱਤੋ ਵਾਲੀ ਪੁੱਜੇ। ਸੇਵਾ ਸੰਤ ਗਿਆਨੀ ਕਿਰਪਾਲ ਸਿੰਘ ਜੀ ਨੇ ਕੀਤੀ। 29 ਤੋਂ 31 ਅਗਸਤ ਤੱਕ ਸੁਬਾਹ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਅੰਮ੍ਰਿਤ ਵੇਲੇ ਦੇ ਮਹਾਵਾਕ ਦੀ ਕਰਦੇ ਰਹੇ। 31 ਨੂੰ ਗਿਆਨੀ ਕਿਰਪਾਲ ਸਿੰਘ ਜੀ ਦੇ ਆਨੰਦ ਕਾਰਜ ਸਨ। ਇਸ ਵਾਰ ਸੰਤਾਂ ਦਾ ਆਉਣਾ ਇਸ ਕਰਕੇ ਹੀ ਸੀ। ਗਿਆਨੀ ਜੀ ਇਹਨਾਂ ਦਿਨਾਂ ਲਈ ਬੇਨਤੀ ਕਰਕੇ ਆਏ ਸੀ। 31 ਨੂੰ 10 ਕੁ ਵਜੇ ਆਨੰਦ ਕਾਰਜ ਦੀ ਰਸਮ ਆਰੰਭ ਹੋਈ। ਪਹਿਲਾਂ ਸੰਤਾਂ ਨੇ ਸਿੱਖਿਆ ਦਿੱਤੀ। ਫਿਰ ਗਿਆਨੀ ਭੁਪਿੰਦਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਪ੍ਰਵਚਨ ਸੁਣਾਏ। ਅਰਦਾਸ ਜਥੇਦਾਰ ਅਛਰ ਸਿੰਘ ਜੀ ਨੇ ਕੀਤੀ। 1 ਸਤੰਬਰ ਨੂੰ ਭਿੰਡਰ ਕਲਾਂ ਪੁੱਜੇ। 20 ਸਤੰਬਰ ਤੱਕ ਜਥਾ ਇੱਥੇ ਹੀ ਰਿਹਾ। ਇਸ ਦੌਰਾਨ ਅਖੰਡ ਪਾਠਾਂ ਦੇ ਪ੍ਰਵਾਹ ਚੱਲਦੇ ਰਹੇ। 10, 11 ਅਤੇ 12 ਨੂੰ ਸਾਲਾਨਾ ਜੋੜ ਮੇਲਾ ਮਨਾਇਆ। ਅੰਮ੍ਰਿਤ ਸੰਚਾਰ ਹੋਇਆ। ਸ਼ਾਮ ਦੇ ਕਈ ਦੀਵਾਨ ਪਿੰਡ ਦੇ ਨੇੜੇ ਸਕੂਲ ਵਿੱਚ ਹੁੰਦੇ ਰਹੇ। 20 ਤੋਂ ਮੋਗਾ ਸ਼ਹਿਰ ਵਿੱਚ ਸਰਦਾਰ ਨਾਹਰ ਸਿੰਘ ਦੀ ਕੋਠੀ ਪੁੱਜੇ। 22 ਨੂੰ ਅਖੰਡ ਪਾਠ ਦਾ ਭੋਗ ਪਾਇਆ। ਦੀਵਾਨ ਸੱਜਿਆ। ਲੰਗਰ ਛਕਿਆ। ਸ਼ਾਮ ਨੂੰ ਜਥੇ ਸਮੇਤ ਵੱਡੇ ਘੋਲੀਏ ਪੁੱਜੇ। ਪ੍ਰਬੰਧ ਰਾਗੀ ਸੰਤਾ ਸਿੰਘ ਅਤੇ ਸੋਢੀ ਬਚਨ ਸਿੰਘ ਨੇ ਕੀਤਾ। ਸੰਗਤ ਵੱਲੋਂ ਅਖੰਡ ਪਾਠ ਕਰਵਾਇਆ। ਅੰਮ੍ਰਿਤ ਸੰਚਾਰ ਵੀ ਹੋਇਆ। 2 ਦਿਨ ਸੰਤ ਇੰਦਰ ਸਿੰਘ ਜੀ ਵੀ ਦੀਵਾਨ ਵਿੱਚ ਵਖਿਆਨ ਕਰਦੇ ਰਹੇ। 29 ਦੀ ਸ਼ਾਮ ਤੋਂ 2 ਅਕਤੂਬਰ ਦੀ ਸੁਬਾਹ ਤੱਕ ਦੀਵਾਨ ਮੋਗੇ ਗੁਰਦੁਆਰਾ ਆਨੰਦ ਭਵਨ, ਜੋ ਸੰਤ ਬਾਬਾ ਗੁਲਾਬ ਸਿੰਘ ਜੀ ਘੋਲੀਏ ਵਾਲਿਆਂ ਦਾ ਬਣਵਾਇਆ ਹੈ, ਵਿਖੇ ਕੀਤੇ। ਪ੍ਰਬੰਧ ਸੰਤ ਸਰਵਣ ਸਿੰਘ ਨੇ ਕੀਤਾ। 2 ਦੀ ਸ਼ਾਮ ਨੂੰ ਸ੍ਰੀ ਤਰਨ ਤਾਰਨ ਸਾਹਿਬ ਪੁੱਜੇ। ਪ੍ਰਬੰਧ ਭਾਈ ਸਾਹਿਬ ਸਿੰਘ ਨੇ ਕੀਤਾ। 16 ਅਕਤੂਬਰ ਦੀ ਸਵੇਰ ਦਾ ਦੀਵਾਨ ਸ੍ਰੀ ਤਰਨ ਤਾਰਨ ਸਾਹਿਬ ਕੀਤਾ। ਦੋਨੋਂ ਵਕਤ ਦੀਵਾਨ ਅਸਥਾਨ ਤੇ ਕੀਰਤਨ ਤੇ ਕਥਾ ਕਰਦੇ ਰਹੇ। ਇੱਕ ਅਖੰਡ ਪਾਠ ਵੈਦ ਮੋਹਨ ਸਿੰਘ ਨਿਮਿਤ ਉਹਨਾਂ ਦੇ ਸਪੁੱਤਰ ਸਰਦਾਰ ਸੁਖਬੀਰ ਸਿੰਘ ਦੇ ਘਰ ਕੀਤਾ ਤੇ ਲੰਗਰ ਵੀ ਉੱਥੇ ਹੀ ਛਕਿਆ।